ਚਲੋਕ ਸੰਤ ਚਰਨ ਕੋ ਜਨ ਪਰੈ ਸੋ ਜਨ ਉਦਰਨ ਹਾਰ संत की निंदा नानका बहुर बहुर अवतार। हाँ जी सर। सत शरण जे परे जो जन पर जो जन परे से जन उदरण हार। हाँ जी। ਜਿਹੜਾ ਸੰਤ ਹੈ ਨਾ, ਸੰਤ ਅਸਲ ਦੇ ਵਿੱਚ ਅੱਧਾ ਇਹ ਜੀਵ ਸੰਤ ਹੈ, ਅੱਧਾ ਸੰਤ ਹੈ। अच्छा जी। ਦਾਲ ਹੈ ਨਾ, ਇਹ ਦਾਲ हाँ जी। ਆਪ ਹੀ ਇਹ ਸੰਤ ਹੈ, ਆਪ ਹੀ ਸੰਤ ਹੈ। ਜਿਹੜਾ ਚਿੱਤ ਹੈ ਉਹ ਚਿੱਤ ਕਰਕੇ ਸੰਤ ਹੈ ਤੇ ਮਨ ਕਰਕੇ ਅਸ਼ਾਂਤ ਹੈ। ਜਿਹੜਾ ਕਦੇ ਵੀ ਆਦਮੀ ਜਿਹੜਾ ਜਨਮ ਲਿਆ ਨਾ ਜਿਹਦੇ, ਉਹ ਕਦੇ ਵੀ ਸੰਤ ਦੀ ਕਹਾਇਆ। ਜੇ ਉਹ ਸੰਤ ਵਰਗਾ ਬਣ ਵੀ ਗਿਆ, ਸ਼ਾਂਤੀ ਮਿਲ ਵੀ ਗਈ ਉਹਨੂੰ, ਤਾਂ ਉਹਦੇ ਵਾਸਤੇ ਲਫ਼ਜ਼ ਜਨੇ ਆਇਆ ਗੁਰਬਾਣੀ ਜਨ। ਨਾਨਕ ਦੇ ਨਾਲ ਜਨ ਆਉਂਦਾ ਹੈ, ਕਬੀਰ ਨਾਲ ਜਨ ਵਰਤਦਾ ਹੈ, ਜਾਂ ਦਾਸ, ਇਹ ਲਫ਼ਜ਼ ਵਰਤਿਆ ਜਾਂਦਾ। ਜਨ ਦਾ ਮਤਲਬ ਹੈ ਗਿਆਨਵਾਨ, ਜਾਣਕਾਰ, ਆਤਮਦਰਸ਼ੀ, ਆਤਮ ਗਿਆਨੀ। ਪਹਿਲਾਂ ਆਮ ਤੌਰ ਤੇ ਜਿਹੜਾ ਮਨ ਹੈ, ਇਹ ਅਸਲ ਦੇ ਵਿੱਚ ਦਾਲ ਜ਼ਿਆਦਾ ਹੈ। ਜਦ ਮਨ ਔਰ ਚਿੱਤ ਦੀ ਅਵਸਥਿਤੀ ਨਾ ਵਿਰੋਧਾਭਾਸ ਬਣਿਆ ਰਹਿੰਦਾ। ਮਨ ਕੁਛ ਹੋਰ ਚਾਹੁੰਦਾ ਹੈ, ਚਿੱਤ ਕੁਛ ਹੋਰ ਚਾਹੁੰਦਾ। ਕਿਸੇ ਵੀ ਭਾਵੇਂ ਇਹਨਾਂ ਦੀ ਸੁਰ ਇੱਕ ਵੀ ਹੋ ਜਾਂਦੀ ਹੈ, ਪਰ ਜ਼ਿਆਦਾ ਕਰਕੇ ਇਹਨਾਂ ਦੀ ਸੁਰ ਘੱਟ ਮਿਲਦੀ ਹੈ। ਉਹਨਾਂ ਚਿਰ ਅਸ਼ਾਂਤ ਰਹਿਣਾ। ਜਦੋਂ ਇਹਨਾਂ ਦੀ ਸੁਰ ਮਿਲ ਜਾਂਦੀ ਹੈ, ਫਿਰ ਇਹ ਜਾਣਾ ਉਹ ਸੰਤ ਹੈ। ਜਿਹੜੇ ਲੋਕ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ। ਕੋਈ ਸੁਣੀ ਬਈ ਗੁਰਬਾਣੀ ਤਾਂ ਮੈਨੂੰ ਜਿਹੜਾ ਜੀਵ ਹੈ, ਜਿਹਨੇ ਜਨਮ ਲਿਆ ਹੋਇਆ, ਉਹਨੂੰ ਸੰਤ ਕਿਹਾ ਹੋਇਆ ਹੀ ਨਹੀਂ। ਉਹ ਤਾਂ ਗੁਰਬਾਣੀ ਤਾਂ ਮੰਨਿਆ ਹੀ ਨਹੀਂ ਹੋਇਆ ਵੀ ਸੰਤ ਹੈ ਉਹ ਜਾਣਾ ਬਸ। ਜਦੋਂ ਇਹ ਗੁਰਬਾਣੀ ਅਨੁਸਾਰ ਗੁਰਬਾਣੀ ਨੂੰ ਮੰਨਣ ਲੱਗ ਜਾਂਦਾ ਸਮਝ ਕੇ, ਤੇ ਐਂ ਕਹਿ ਲਓ ਜਦੋਂ ਜੀਵ ਸੁਧਰ ਜਾਂਦਾ, ਜ਼ਿਆਦਾ ਹੀ ਸੁਧਾਰੇ ਚ ਆ ਜਾਂਦਾ, ਉਦੋਂ ਜਾਣਾ। ਤੇ ਨਹੀਂ ਤਾਂ ਇਹ ਮਨ ਹੈ, ਵਿਗੜਿਆ ਹੋਇਆ ਮਨ ਹੈ, ਸੁਧਰਿਆ ਹੋਇਆ ਜਾਣਾ। ਅੱਛਾ ਜੀ। ਜੇ ਸੁਧਰਿਆ ਹੋਇਆ ਫਿਰ ਇਹ ਜਾਣਾ, ਵਿਗੜਿਆ ਹੋਇਆ ਇਹ ਮਨ ਹੈ। ਠੀਕ ਹੈ ਜੀ। ਸੋ ਇਹਨੂੰ ਨੇ ਦੇ ਮਨ ਜਾਣ ਪੂਰਾ ਸੁਧਰਿਆ ਹੋਇਆ ਜਾਣਾ। ਜੇ ਇਹਦਾ ਉਤਰਨ ਦੇ ਕਾਬਲ ਹੋ ਗਿਆ, ਫਿਰ ਇਹ ਜਾਣਾ। ਇਸੇ ਕਰਕੇ ਸੰਤ ਸਰਨ ਜੋ ਜਨ ਪਰੇ। ਜਿਹੜਾ ਮਨ, ਜੋ ਜੀਵ ਗੁਰਬਾਣੀ ਦੀ ਸਿੱਖਿਆ ਲੈ ਕੇ ਸੁਧਰ ਗਿਆ, ਸੁਧਾਰ ਕਰ ਲਿਆ, ਜਨ ਗਿਆ, ਜਾਣਕਾਰ ਬਣ ਗਿਆ, ਗਿਆਨਵਾਨ ਹੋ ਗਿਆ, ਉਹ ਆਪਣਾ ਜਿਹੜਾ ਚਿੱਤ ਹੈ ਚਿੱਤ ਉਹਦੇ ਅਨੁਸਾਰ ਹੋ ਜਾਂਦਾ, ਉਹਦੀ ਸ਼ਰਨ ਹੋ ਜਾਂਦੀ। ਯਾਨੀ ਗੁਰ ਕੇ ਭਾਣੇ ਜਿਹੜਾ ਚੱਲਦਾ ਉਹ ਸੰਤ ਸ਼ਰਨਾ। ਗੁਰ ਕੇ ਭਾਣੇ ਜੇ ਚੱਲੇ ਭਾਈ,
ਬਹੁਤ अपनी मर्जी त्याग के ਹੂੰ, गुर के पढ़ने जा चलदा है, फिर जाना ਹੂੰ, जिन्हों संत क्या है वो उसे गुर क्या है, ਅੱਛਾ ਜੀ। गुर भी उसे क्या है। ਹਾਂ, भाग हुआ गुर संत बुलाया, इकट्ठा आ गया चलो। ਹੂੰ, भाग हुआ गुर संत बुलाया, प्रभा विनाश धर्म है पाया। ਹੂੰ, इतो पता लगता है भाई आदमी जिहड़ा हैगा जिहने जन्म लिया है, जिहड़े शरीर च अद्धा हिस्सा ਉਹਦੇ वास्ते लफ्ज है तो जने आया तो ज्यादा कुछ नहीं है। ਹੂੰ, दूजा संत है अद्धा, ਹੂੰ, ਉਹਦੀ ਸ਼ਰਨ ਚਲਾ ਜਾਂਦਾ, ਉਹਦਾ ਅਨਸਾਰੀ ਬਣ ਜਾਂਦਾ। ਫਿਰ ਇਹ ਸੰਤ ਸਰਨ ਜੇ ਜਨ ਭਰੇ, ਹੂੰ, ਜੋ ਜਨ ਪਰ ਹੈ। ਜੋ ਜਨ ਭਰਾ ਹੈ ਸੋ ਜਨ ਉਧਰ ਨਾਲ। ਹਾਂਜੀ, ਉਹ ਜਨ ਜਿਹੜੇ ਹੈਗੇ ਨੇ ਉਧਾਰ ਦੇ ਕਾਬਲ ਹੋ ਜਾਂਦੇ ਨੇ, ਹੂੰ, ਇਸ ਕਾਬਲ ਨੇ ਕਿ ਉਹਨਾਂ ਦਾ ਉਧਾਰ ਹੋ ਜਾਂਦਾ। ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਹੁੰਦਾ। ਪਰ ਜਿੰਨਾ ਜਿਹੜੇ ਸੰਤ ਦਾ ਵਿਰੋਧ ਕਰਦਾ ਰਹਿੰਦਾ, ਆਪਣੇ ਮੂਲ ਦਾ ਵਿਰੋਧ ਕਰਦਾ ਰਹਿੰਦਾ, ਹੂੰ, ਉਹਨਾਂ ਜਿਹੜੇ ਮਨ ਹੈ ਉਹਨਾਂ ਜਿਹੜੇ ਜਨਮ ਮਨ ਚ ਪਿਆ ਰਹਿੰਦਾ। ਨਵੀਆਂ ਨਵੀਆਂ ਜੂਨਾਂ ਧਾਰਦਾ ਰਹਿੰਦਾ ਉਹਨਾਂ ਚਿਰ ਇਹਦਾ ਛੁਟਕਾਰਾ ਹੈ। ਬਸ ਇੰਨੀ ਗੱਲ। ਹਾਂਜੀ, ਠੀਕ ਹੈ ਜੀ। ਤੇ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੰਤ ਕੀ ਨਿੰਦਾ ਇਹ ਹੈ ਜੇ ਸੰਤ ਦੇ ਨਾਲ ਇਹਦੀ ਸਹਿਮਤੀ ਨਹੀਂ, ਵਿਰੋਧ ਕਰਦਾ, ਉਹਦੀ ਗੱਲ ਨੂੰ ਰੱਦ ਕਰਦਾ, ਮੰਨਦਾ ਨਹੀਂ, ਨਾ ਮੰਨਣਾ ਨਿੰਦਾ। ਸਹਿਮਤੀ ਨਹੀਂ ਹੈ ਤਾਂ ਨਿੰਦਕ ਹੈ ਸੰਤ ਦਾ ਹੈ। ਜੇ ਆਪਣੇ ਅੰਤਰਾਤਮਾ ਨਾਲ ਸਹਿਮਤ ਨਹੀਂ ਨਾ ਹੈਗੀ, ਇਹਦੀ ਸਹਿਮਤੀ ਨਹੀਂ ਹੈ, ਵਿਰੋਧ ਕਰਦਾ ਉਹਦਾ, ਫਿਰ ਇਹ ਨਿੰਦਕੇ ਕਿਹਾ ਜਾਂਦਾ। ਵਿਰੋਧ ਕਰਨ ਦਾ ਨਾਮ ਨਿੰਦਿਆ। ਜਿਹੜੇ ਸੱਚ ਦਾ ਵਿਰੋਧ ਕਰਦੇ ਨੇ ਉਹ ਨਿੰਦਕ ਨੇ ਸਾਰੇ। ਗੁਰਬਾਣੀ ਦਾ ਵਿਰੋਧ ਕਰਦੇ ਨਿੰਦਕ ਨੇ ਆਪ। ਅਸਲ ਜੀ ਜੇ ਦੇਖਿਆ ਜਾਵੇ ਪ੍ਰੈਕਟੀਕਲ ਜੀਵਨ ਦੇ ਵਿੱਚ ਜਿਹੜੇ ਸੰਤ ਕਹਾਉਂਦੇ ਨੇ ਉਹ ਤਾਂ ਆਪੇ ਗੁਰਬਾਣੀ ਦਾ ਵਿਰੋਧ ਕਰਦੇ ਨੇ, ਅਸਲ ਵਿੱਚ ਤਾਂ ਉਹ ਆਪੇ ਨਿੰਦਕ ਨੇ। ਉਹਨਾਂ ਨੇ ਤਾਂ ਮਿਸਯੂਜ਼ ਕੀਤਾ ਸ਼ਲੋਕ ਦਾ, ਇਸ ਅਸ਼ਟਪਦੀ ਦਾ, ਜਿਨ੍ਹਾਂ ਨੇ ਅਸ਼ਟਪਦੀ ਦਾ ਹੀ ਇਸਤੇਮਾਲ ਕੀਤਾ, ਮਿਸਯੂਜ਼ ਕੀਤਾ ਆਪਣੀ ਜ਼ਿੰਦਗੀ 'ਚ। ਉਹ ਸੰਤ ਨਹੀਂ, ਉਹ ਤਾਂ ਸਮਾਂ ਨਿੰਦਕ ਨੇ, ਉਹ ਸੰਤ ਦੇ ਨਿੰਦਕ ਨੇ। ਉਹ ਜਨ ਬਣਨਾ ਸੀ, ਉਹਨਾਂ ਨੇ ਸੰਤ ਕਹਿਣ ਲੱਗੇ ਆਪਣੇ। ਉਹਨਾਂ ਨੂੰ ਇੰਨਾ ਵੀ ਪਤਾ ਨਹੀਂ ਸੰਤ ਤੇ ਧਾਰ ਦਾ ਜਿਹੜਾ ਉਹ ਨਿੰਦਕ ਕਰਕੇ ਤਾਂ ਉਹਨੇ ਦੇਹ ਧਾਰੀ ਹੋ ਸੀ। ਸੰਤ ਕੀ ਨਿੰਦਾ ਨਾਨਕਾ ਬੌੜ ਬੌੜ ਅਵਤਾਰ। ਜਿਹੜਾ ਆ ਜਨਮ ਧਾਰਿਆ ਸੰਤ ਦਾ ਨਿੰਦਕ ਤਾਂ ਪਿਛਲੇ ਵਾਰ ਸੰਤ ਦੀ ਨਿੰਦਾ ਜੋ ਉਹਨੇ ਤਿਆਗੀ ਨਹੀਂ ਸੀ, ਤਾਂ ਇਹਨੇ ਸਰੀਰ ਧਾਰਨ ਕੀਤਾ ਆਦਮੀ ਦੀ ਜੂਨ। ਠੀਕ ਹੈ ਜੀ। ਜਿਹੜਾ ਸੰਤ ਦਾ ਨਿੰਦਕ ਥਾਈ, ਉਹਨੇ ਕੱਪੜੇ ਪਾ ਕੇ ਤੂੰ ਸੰਤ ਬਣ ਗਿਆ। ਉਹ ਡਰੈਸ ਬਦਲ ਕੇ ਤਾਂ ਸੰਤ ਨਹੀਂ ਬਣ ਸਕਦਾ। ਗੁਰਬਾਣੀ ਦਾ ਵਿਰੋਧ ਛੱਡਦੇ, ਅੰਤਰਾਤਮਾ ਦਾ ਵਿਰੋਧ ਛੱਡ ਤੇ ਸੰਤ ਬਣਨਾ। ਅਸਲ ਦੇ ਵਿੱਚ ਅੰਤਰਾਤਮਾ ਦੀ ਆਵਾਜ਼ ਅਨੁਸਾਰ ਜੇ ਜੀਵਨ ਜਿਉਂਦਾ ਫਿਰ ਇਹ ਜਾਣਾ ਹੈ। ਸੰਤ ਦਾ ਨਿੰਦਕ ਨਹੀਂ ਹੈ। ਜੇ ਅੰਤਰਾਤਮਾ ਦੇ ਨਾਲ ਨਹੀਂ ਚੱਲਦਾ ਫਿਰ ਤਾਂ ਸੰਤ ਦਾ ਨਿੰਦਕ। ਹੁਣ ਵੀ ਤੂੰ ਸੰਤ ਦਾ ਨਿੰਦਕ ਹੈ, ਆਪਣੇ ਆਪ ਨੂੰ ਸੰਤ ਹੀ ਬਣ ਗਏ। ਇਸ ਤਰੀਕੇ ਨਾਲ ਬਣਨਾ ਤਾਂ ਬਲੈਕਮੇਲ ਕਰਨਾ ਤਾਂ ਸੰਤ ਦਾ ਨਿੰਦਕ ਆਪੇ। ਇਸ ਕਰਕੇ ਜਿੰਨਾ ਚਿਰ ਸੰਤ ਦਾ ਨਿੰਦਕ ਹੈ ਉਹਨਾਂ ਚਿਰ ਜਨਮ ਰਹੂਗਾ ਹੀ, ਇਹ ਰਹੂਗਾ।
ਹਾਂਜੀ ਠੀਕ ਹੈ ਜੀ। ਵੀ ਜਿਹੜਾ ਤੁਹਾਡੇ ਅੰਦਰ ਸੰਤ ਹੈਗਾ ਉਹਦੀ ਤੁਸੀਂ ਸ਼ਰਨ ਪੈਣਾ ਹੈ, ਉਸ ਸੱਚ ਦੀ ਆਵਾਜ਼ ਦੇ ਨਾਲ ਰਲਣਾ ਹੈ, ਨਾ ਕਿ ਉਹ ਤੋਂ ਉਲਟ ਹਾਂਜੀ ਹਾਂ ਚੱਲਣਾ। ਸਾਥ ਜੀਵਨ ਚ ਹੋਣਾ ਹੈ। ਠੀਕ ਹੈ ਜੀ। ਹਾਂ ਤੇ ਸੋਝੀ ਗੁਰਮਤਿ ਤੋਂ ਲੈਣੀ ਹੈ ਜੀ। ਹਾਂਜੀ ਗੁਰਬਾਣੀ ਅਨੁਸਾਰ ਜੀਵਨ ਚਾਹੀਦਾ ਤੁਹਾਡਾ। ਅਸ਼ਟਪਦੀ ਸੰਤ ਕੈ ਦੂਖਨ ਆਰਜਾ ਘਟੈ, ਸੰਤ ਕੈ ਦੂਖਨ ਜਮ ਤੇ ਨਹੀਂ ਛੁੱਟੈ। ਸੰਤ ਕੇ ਦੁੱਖ ਜੇ ਤੁਸੀਂ ਸੰਤ ਕੇ ਅਨੁਸਾਰ ਨਹੀਂ ਚੱਲਦੇ ਅੰਤਰਾਤ ਤਾਂ ਇਹਦੇ ਨਾਲ ਸੰਤ ਨੂੰ ਦੁੱਖ। ਜੇ ਹੁਣ ਆਪਣੇ ਘਰ ਕੋਈ ਬਜ਼ੁਰਗ ਹੈ, ਹਾਂਜੀ ਉਹ ਚਲੋ ਉਹਨੇ ਬਚਪਨ ਤੋਂ ਸਾਰੀ ਜ਼ਿੰਦਗੀ ਟੱਬਰ ਪਾਲਿਆ, ਜੇ ਉਹਦੀ ਗੱਲੇ ਨਹੀਂ ਮੰਨਦਾ ਟੱਬਰ, ਬੱਚੇ ਜਾਂ ਸਿਆਣੇ, ਉਹ ਦੁਖੀ ਤਾਂ ਅੰਦਰੋਂ ਹੈ। ਉਹ ਫਿਰ ਉਹਦੀ ਜਦੋਂ ਗੱਲ ਸਿਆਣੀ ਗੱਲ ਜਦੋਂ ਕਿਸੇ ਦੀ ਰੱਦ ਕਰਦੇ ਆ, ਉਹ ਹੋਰ ਉਹਦਾ ਕੁਝ ਵੀ ਉਹਨੂੰ ਖਾਣ ਪੀਣ ਨੂੰ ਦੇਈ ਜਾਈਏ, ਜੋ ਮਰਜ਼ੀ ਕਰੀ ਜਾਈਏ, ਜੇ ਉਹਦੀ ਗੱਲ ਨਹੀਂ ਮੰਨਦੇ ਉਹ ਅੰਦਰੋਂ ਨਾਰਾਜ਼ ਰਹੂਗਾ, ਦੁਖੀ ਰਹੂਗਾ। ਸੰਤ ਦਾ ਬਚਨ ਨਾ ਮੰਨਣਾ ਸੰਤ ਨੂੰ ਦੁੱਖ ਦੇਣ ਦੇ ਬਰਾਬਰ ਹੈ ਗੁਰਬਾਣੀ ਚ। ਠੀਕ ਹੈ ਜੀ। ਅੰਤਰਾਤਮਾ ਦੀ ਗੱਲ ਨਾ ਮੰਨਣੀ, ਉਹਨੂੰ ਪਹੁੰਚਦਾ ਹੋਰ ਸੋਕੇ ਨਾਲ ਪਹੁੰਚੂਗਾ। ਸੰਤ ਦਾ ਦੁੱਖਨ, ਸੰਤ ਦਾ ਵਿਰੋਧ ਕਰਨਾ ਹਰੇ ਗੱਲ ਦਾ ਆਰਜਾ ਘਟ ਹੈ। ਆਰਜਾ ਕਿਵੇਂ ਘਟਦੀ ਹੈ? ਇਹ ਜਿਹੜਾ ਸੌਦਾ ਜਿੰਨਾ ਚਿਰ ਉਹਨਾਂ ਚਿਰ ਇਹਦੀ ਆਰਜਾ ਘਟੀ ਹੋਈ ਹੈ। ਜਿੰਨਾ ਚਿਰ ਸੌਂ ਜਾਂਦਾ ਨਾ, ਉਹਨਾਂ ਚਿਰ ਸੰਸਾਰ ਨੂੰ ਨਹੀਂ ਦੇਖ ਰਿਹਾ, ਸੰਸਾਰ ਨੂੰ ਟੁੱਟਿਆ ਹੋਇਆ ਹੁੰਦਾ। ਜਦੋਂ ਤੱਕ ਇਹਦੇ ਕੋਲ ਸਰੀਰ ਹੈ, ਸਰੀਰ ਚ ਜਾਗਦਾ ਸੁਪਨਾ ਦੇਖ ਰਿਹਾ ਹੈ, ਉਹਨਾਂ ਚਿਰ ਤੱਕ ਇਹਦੀ ਆਰਜਾ ਹੈ। ਜਿੰਨਾ ਚਿਰ ਜੇ ਸਰੀਰ ਨਹੀਂ ਹੈ ਤਾਂ ਵੀ ਆਰਜਾ ਘਟੀ ਹੋਈ ਹੈ। ਜੰਮਣ ਮਰਨ ਚ ਪੈਂਦਾ ਆਰਜਾ ਘਟੀ ਹੋਈ ਹੈ। ਠੀਕ ਹੈ। ਜਿੰਨਾ ਚਿਰ ਇਹਨੂੰ ਸਰੀਰ ਨਹੀਂ ਮਿਲਿਆ ਆਰਜਾ ਤਾਂ ਵੀ ਮੰਨੀ ਹੋਈ ਜਾਂਦੀ। ਉਹ ਜਿੰਨਾ ਚਿਰ ਗਰਭ ਚ ਉਹ ਵੀ ਆਰਜਾ ਨਹੀਂ ਮੰਨੀ ਜਾਂਦੀ ਇਹਦੀ। ਗੁਰਬਾਣੀ ਤਾਂ ਜਿੰਨਾ ਚਿਰ ਸੁੱਤਾ ਪਿਆ ਉਹਨਾਂ ਚਿਰ ਆਰਜਾ ਨਹੀਂ ਮੰਨੀ ਜਾਂਦੀ, ਮਰਿਆ ਹੋਇਆ। ਇਹ ਆਰਜਾ ਘਟੀ ਉਹਨਾਂ ਚਿਰ ਜਦ ਸਤ ਜਾਗਤ ਹੋ ਗਿਆ, ਸਤ ਜੀਵਨ ਹੋ ਗਿਆ, ਫਿਰ ਇਹਦੀ ਪੂਰੀ ਆਰਜਾ ਜਾਣੀ ਹੈ। ਜਦ ਇਹਦਾ ਜਨਮ ਮਰਨ ਕੱਟਿਆ ਗਿਆ, ਜਦ ਤੋਂ ਬਾਅਦ ਇਹਦੀ ਪੂਰੀ ਆਰਜਾ ਸ਼ੁਰੂ ਹੋਣੀ ਹੈ। ਅੱਛਾ ਜੀ। ਹਾਂ ਉਹਨਾਂ ਚਲੇ ਦੀ ਆਰਜਾ ਘਟੀ ਗਈ। ਉਹ ਜਿੰਨਾ ਚਿਰ ਨਹੀਂ ਦੇਖ ਰਿਹਾ ਤਮਾਸ਼ਾ ਫਿਲਮ ਸੰਸਾਰ ਦਾ ਪਟਲ, ਉਹਨਾਂ ਚਿਰ ਇਹਦੀ ਗੈਰ ਹਾਜ਼ਰੀ ਹੈ ਸੰਸਾਰ ਚੋਂ, ਆਰਜਾ ਘਟੀ ਹੋਈ ਹੈ। ਇਹ ਬਹੁਤ ਔਖੀ ਪੰਕਤੀ ਹੈ। ਆਰਜਾ ਵੀ ਕਿਵੇਂ ਘਟੂਗੀ? ਉਹ ਗੈਰ ਹਾਜ਼ਰੀ ਹੈ ਜੀ ਬਸ। ਜਿੰਨੀ ਇਹਨੇ ਫਿਲਮ ਨਹੀਂ ਦੇਖੀ ਉਹ ਆਰਜਾ ਘਟ ਗਈ ਉਹਦੀ। ਸੁੱਤਾ ਪਿਆ ਉਹਦੀ ਵੀ ਘਟੀ ਹੋਈ ਹੈ, ਜਾਂ ਗਰਭ ਦੇ ਵਿੱਚ ਹੈ ਉਹ ਵੀ ਘਟੀ ਹੋਈ ਹੈ। ਜਿੰਨਾ ਚਿਰ ਸਰੀਰ ਨਹੀਂ ਮਿਲਿਆ ਮਰਨ ਤੋਂ ਬਾਅਦ ਉਹ ਵੀ ਘਟੀ ਹੋਈ ਹੈ। ਸੰਸਾਰ ਬਾਰੇ ਨੂੰ ਕੋਈ ਗਿਆਨ ਨਹੀਂ ਹੈ, ਸੰਸਾਰ ਹੈ ਜਾਂ ਨਹੀਂ। ਉਹਨਾਂ ਚਿਰ ਮਰਿਆ ਹੋਇਆ, ਜਿੰਨਾ ਚਿਰ ਮਰਿਆ ਹੋਇਆ ਆਰਜਾ ਘਟੀ ਹੋਈ ਹੈ। ਠੀਕ ਹੈ ਜੀ। ਹਾਂ ਇਹ ਸੰਤ ਕੇ ਦੁਖਨ ਕਰਕੇ ਹੈ ਆਰਜਾ ਦੀ ਘਟਦੀ ਹੈ। ਠੀਕ ਹੈ। ਹਾਂ ਸੰਸਾਰ ਦੇ ਵਿੱਚ ਹੁੰਦਾ ਹੋਇਆ ਵੀ ਸੰਸਾਰ ਤੋਂ ਗੈਰ ਹਾਜ਼ਰ ਹੈ, ਬੇਹੋਸ਼ੀ ਦੀ ਹਾਲਤ ਵਿੱਚ ਹੈ, ਆਰਜਾ ਘਟੀ ਹੋਈ। ਹਾਂ ਸੰਤ ਕੇ ਦੁਖਨ ਜਮ ਤੇ ਨਹੀਂ ਛੁੱਟੈ। ਸੰਤ ਕੇ ਦੁਖਨ ਕਰਕੇ ਹੀ ਹੈ, ਭਰਮ ਤੋਂ ਨਹੀਂ ਛੁੱਟਦਾ ਹੈ।
ਜਮ ਭਰਮ ਹੈ, ਠੀਕ ਹੈ ਜੀ। ਭਰਮ ਦੇ ਆਂਡੇ ਚ ਬੰਦਾ ਹੈ, ਜਮ ਤੇ ਛੁੱਟੇ ਦਾ ਮਤਲਬ ਇਹ ਹੈ ਨਹੀਂ ਛੁੱਟਾ। ਉਹਨਾਂ ਜਿਹੜੇ ਪ੍ਰੇਤ ਹੈ ਪਿੰਜਰੇ ਚ ਬੰਦਾ, ਭਰਮ ਦਾ ਆਂਡਾ ਪਿੰਜਰਾ ਹੀ ਹੈ ਇਹਦੇ ਵਾਸਤੇ। ਜਮ ਤੇ ਨਹੀਂ ਛੁੱਟ ਸਕਦਾ, ਬੰਦ ਹੈ। ਹਾਂਜੀ। ਸੰਤ ਕੈ ਦੂਖਨ ਸੁਖ ਸਭ ਜਾਏ, ਸੰਤ ਕੈ ਦੂਖਨ ਨਰਕ ਮੈਂ ਪਾਏ। ਜਿਹੜਾ ਸੁੱਖ ਹੈ ਇਹਦਾ, ਸਤ ਜੀਵਨ ਸੁੱਖ ਹੈ ਇਹਦਾ, ਸੁੱਖ ਸਾਗਰ ਦੇ ਵਿੱਚ ਨਹੀਂ ਹੈ ਜਿੰਨਾ ਚਿਰ ਸੁੱਕ ਗਿਆ ਹੋਇਆ। ਸੁੱਖ ਸਾਗਰ ਦੀ ਜ਼ਿੰਦਗੀ ਤੋਂ ਵਾਂਝਾ ਜਿੰਨਾ ਚਿਰ ਸੁੱਕ ਗਿਆ ਹੋਇਆ। ਠੀਕ ਹੈ। ਇਹ ਦੁੱਖਨ ਕਰਕੇ ਹੀ, ਸੰਤ ਦਾ ਵਿਰੋਧ ਕਰਨ ਕਰਕੇ ਹੀ ਸੁੱਖ ਸਾਗਰ ਦੇ ਤੋਂ ਇਹ ਵਾਂਝਾ ਰੱਖਿਆ ਹੋਇਆ। ਸੁੱਖ ਸਭ ਜਾਏ, ਦੁਖੀ ਹੈ। ਠੀਕ ਹੈ। ਸਾਰੇ ਸੁਖਾਂ ਤੋਂ ਮਹਿਰੂਮ ਹੈ। ਸੰਤ ਕੇ ਦੁਖਨ ਨਰਕ ਮੈਂ ਪਾਏ, ਨਰਕ ਮੈਂ ਪਾਏ, ਨਰਕ ਚ ਪਿਆ ਹੋਇਆ। ਸੰਸਾਰ ਸਾਗਰ ਹੈ, ਨਰਕ ਹੀ ਹੈ, ਹੋਰ ਨਰਕ ਕੋਈ ਵੀ ਨਹੀਂ। ਅਜੇ ਤੇ ਜੂਨਾ ਭੁਗਤਦਾ ਹੀ ਨਰਕ ਹੈ। ਉਹ ਨਰਕ ਚ ਪਿਆ, ਦੁੱਖ ਚ ਪਿਆ ਹੋਇਆ, ਨਰਕ ਚ ਪਿਆ ਹੋਇਆ। ਸੁੱਖ ਸਾਗਰ ਚ ਨਰਕ ਚ, ਸੁੱਖ ਸਾਗਰ ਦੇ ਵਿੱਚ ਸਵਰਗ ਚ। ਹਾਂਜੀ। ਸੰਤ ਕੈ ਦੂਖਨ ਮਤ ਹੋਏ ਮਲੀਨ, ਸੰਤ ਕੈ ਦੂਖਨ ਸੋਭਾ ਤੇ ਹੀਨ। ਸੰਤ ਕੇ ਦੂਖਨ ਮਤ ਹੋਏ ਮਲੀਨ, ਜਿੰਨਾ ਚਿਰ ਸੰਤ ਦਾ ਵਿਰੋਧ ਕਰਦਾ ਹੈ ਇਹਦੀ ਮਤ ਮਲੀਨ ਹੋਈ ਜਾਂਦੀ ਹੈ, ਮੈਲ ਲੱਗੀ ਜਾਂਦੀ ਹੈ। ਔਰ ਸੰਤ ਕੇ ਦੂਖਨ ਕਰਕੇ ਸੋਭਾ ਤੇ ਹੀਨ ਹੈ। ਆ ਜਿਹੜੀ ਸੋਭਾ ਹੈ ਨਾ, ਪਰਮੇਸ਼ਰ ਦੀ ਸੋਭਾ, ਨਾ ਤਾਂ ਇਹ ਪਰਮੇਸ਼ਰ ਦੀ ਸੋਭਾ ਤੋਂ ਕਰ ਸਕਦਾ ਹੈ, ਕਰਦਾ ਹੈ, ਤੇ ਨਾ ਇਹਦੀ ਆਪਣੀ ਸੋਭਾ ਹੁੰਦੀ ਹੈ। ਨਾ ਇਹ ਸੋਭਾ ਪਰਮੇਸ਼ਰ ਦੀ ਕਰਦਾ, ਨਾ ਇਹਦੀ ਆਪਣੀ ਸੋਭਾ ਹੁੰਦੀ ਹੈ। ਸੋਭਾ ਉਸੇ ਦੀ ਹੁੰਦੀ ਹੈ ਜਿਹੜਾ ਪਰਮੇਸ਼ਰ ਦੀ ਸੋਭਾ ਕਰਦਾ। ਸੱਚੇ ਮਾਰਗ ਜਿਹੜਾ ਚੱਲਦਾ ਹੈ ਉਸਤਤ ਉਹਦੀ ਹੁੰਦੀ ਹੈ। ਉਸਤਤ ਕਰੇ ਜਹਾਨ, ਸੱਚੇ ਮਾਰਗ ਚੱਲਦੇ। ਸੱਚੇ ਮਾਰਗ ਚੱਲਦਾ ਨਹੀਂ, ਸੋਭਾ ਤੇ ਹੀ ਰਹਿੰਦਾ। ਇਹਦੀ ਨਿੰਦਿਆਈ ਹੁੰਦੀ ਹੈ, ਇਹਦੀ ਬਦਗੋਈ ਹੁੰਦੀ ਹੈ। ਸੱਚਖੰਡ ਜੀ ਵੀ ਇੱਥੇ ਔਰ ਉੱਥੇ ਜਿਹੜੀ ਦੁਰਮਤ ਹੈ ਉਹਨੂੰ ਨਾ ਇੱਥੇ ਕੋਈ ਚੰਗਾ ਸਮਝਦਾ, ਨਾ ਸੱਚਖੰਡ ਚ ਕੋਈ ਚੰਗਾ ਸਮਝਦਾ। ਉਹਨਾਂ ਚਿਰ ਦੁਰਮਤ ਦਾ ਢਾਲ ਨਹੀਂ ਹੈ ਜਿੰਨਾ ਚਿਰ ਸੰਤ ਦਾ ਵਿਰੋਧ ਕਰਦਾ। ਉਹਨੂੰ ਕਬੀਰ ਕਹਿੰਦਾ ਵੀ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਨਾ, ਜਦੋਂ ਮਾਲਾ ਫੇਰਦਾ ਸੀ, ਉਹ ਉਸ ਬੁੱਧੀ ਦੀ ਗੱਲ ਕਰਦਾ ਜਿਹਦੇ ਨਾਲ ਮਾਲਾ ਫੇਰਦਾ ਸੀ। ਉਹ ਬੁੱਧੀ ਵੀ ਹਾਲਾਂਕਿ ਏਡਾ ਬੜਾ ਬੀਚ ਕੇ ਲਿਖਿਆ ਉਹਨੇ। ਲੋਕ ਕਹਿੰਦੇ ਬੜਾ ਧਰਤੀ ਆਦਮੀ, ਆਪਣੇ ਆਪ ਨੂੰ ਇਹ ਜਦੋਂ ਪਤਾ ਲੱਗਿਆ ਫਿਰ ਇਹ ਕਹਿੰਦਾ ਉਹ ਤਾਂ ਦੁਰਮਤ ਸੀ, ਮੈਨੂੰ ਦੂਰ ਰੱਖਣ ਵਾਲੀ ਮੱਤ ਸੀ। ਉਹ ਤੋਂ ਵਧੀਆ ਮੱਤ ਨਹੀਂ ਸੰਤਾਂ ਕੋਲ ਅੱਜ। ਕਬੀਰ ਨੂੰ, ਉਹ ਕਬੀਰ ਦੇ ਸ਼ਲੋਕ ਤਾਂ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਉਹਦੇ ਲਿਖੇ ਨੇ। ਉਸ ਮੱਤ ਦੀ ਤਾਂ ਨਿੰਦਿਆ ਕਰਦਾ। ਉਹ ਤਾਂ ਕਹਿੰਦਾ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਨਾ, ਪਹਿਲੀ ਕਰੂਪ ਕੁਜਾਤ ਕੁਲਖੜੀ ਸਹੁਰੇ ਪਈਏ ਬੁਰੀ। ਜਿਹੜੀ ਮੇਰੀ ਪਹਿਲੀ ਬੁੱਧੀ ਸੀ ਉਹ ਕਰੂਪ ਭੈੜੇ ਰੂਪ ਵਾਲੀ। ਪਹਿਲੀ ਮੱਤ ਮੇਰੀ ਭੈੜੇ ਰੂਪ ਵਾਲੀ ਸੀ, ਉਹੀ ਤਾਂ ਮੈਨੂੰ ਆਪਣ ਬੁਣ ਜਨਮ ਦੋਂਦੀ ਰਹੀ ਹੈ। ਕਰੂਪ ਕੁਜਾਤ, ਜਾਤ ਵੀ ਚੰਗੀ, ਉਹਦੀ ਜਾਣਕਾਰੀ ਵੀ ਚੰਗੀ ਨਹੀਂ ਸੀ। ਜਿਹਦਾ ਗਿਆਨ ਸ਼ੁੱਧ ਨਹੀਂ ਹੁੰਦਾ ਉਹ ਕੁਜਾਤ ਕਹਿੰਦੇ ਨੇ ਉਹਨੂੰ। ਜਾਤ ਜਾਣਨ ਦਾ ਨਾਮ ਹੈ ਨਾ। ਠੀਕ ਹੈ ਜਾਤ।
ਕੁਜਾਤ ਦਾ ਮਤਲਬ ਉਹਦੀ ਜਾਣਕਾਰੀ ਉਹ ਭੈੜੀ ਸੀ, ਉਹਦਾ ਗਿਆਨ ਹੀ ਭੈੜਾ ਸੀ, ਠੀਕ ਨਹੀਂ ਸੀ ਉਹਦੇ ਕੋਲ ਗਿਆਨ, ਮਾਇਆ ਤੇ ਖੜੀ ਸੀ। ਪਹਿਲੀ ਕੁਜਾਤ ਕੁਲਖਣੀ ਸਹੁਰੇ ਪਈਏ ਬੁਰੀ, ਰੂਪ ਕੁਜਾਤ ਕੁਲਖਣੀ ਸਹੁਰੇ ਪਈਏ ਬੁਰੀ। ਰੂਪ ਕਰਕੇ ਨਹੀਂ ਸੀ ਚੰਗੀ, ਜਾਣਕਾਰੀ ਗਿਆਨ ਕਰਕੇ ਨਹੀਂ ਸੀ ਚੰਗੀ, ਇਸ ਕਰਕੇ ਸਹੁਰੇ ਪਰਲੋਕ ਚ ਪਈਏ, ਐਸ ਲੋਕ ਚ ਨਾ ਐਸ ਲੋਕ ਚ ਚੰਗਾ ਸਮਝਿਆ ਜਾਂਦਾ ਸੀ, ਨਾ ਪਰਲੋਕ ਦੇ ਵਿੱਚ, ਦੋਹਾਂ ਜਗ੍ਹਾ ਬੁਰਾ ਕਹਿੰਦੇ ਸੀ ਉਹਨੂੰ। ਸਹੁਰੇ ਪਈਏ ਬੁਰੀ, ਠੀਕ ਹੈ, ਉਹ ਤਾਂ ਉਹਨੂੰ ਬੁਰੀ ਕਹਿੰਦਾ, ਉਸ ਬੁੱਧੀ ਨੂੰ ਬੁਰੀ ਕਹਿੰਦਾ ਜਿਹੜੇ ਨਾਲ ਮਾਲਾ ਫੇਰਦਾ ਸੀ। ਅਬ ਕੀ ਸੁੰਦਰ ਸਰੂਪ ਸੁਲੱਖਣੀ ਸਹਿਜੇ ਉਦਰ ਧਰੀ, ਹੁਣ ਵਾਲੀ ਬੁੱਧੀ ਸੁੰਦਰ ਹੈ, ਸਰੂਪ ਹੈ, ਸੁਲੱਖਣੀ ਹੈ, ਚੰਗੇ ਲੱਛਣ ਨੇ ਹੁਣ ਇਹਦੇ, ਸਹਿਜੇ ਉਦਰ ਧਰੀ, ਇਹਦੇ ਹਿਰਦੇ ਵਿੱਚ ਹੁਣ ਟਿਕਾਓ ਹੈ, ਟਿਕਾਓ ਅੰਦਰ ਇਹਦੇ ਮਨ ਵਿੱਚ ਟਿਕਾਓ ਹੈ, ਪਹਿਲਾਂ ਟਿਕਾਓ ਹੈ ਨਹੀਂ ਸੀ। ਜਿੰਨਾ ਚਿਰ ਮਨ ਦੇ ਵਿੱਚ ਟਿਕਾਓ ਨਹੀਂ ਹੈ ਨਾ ਉਹਨਾਂ ਚਿਰ ਸੰਤ ਹੈ ਹੀ ਨਹੀਂ। ਜਦ ਮਨ ਨਹੀਂ ਟਿਕਿਆ ਸੰਤ ਕਦ ਸਹਿਜੇ ਉਦਰ ਧਰੀ, ਜਿੰਨਾ ਚਿਰ ਮਾਲਾ ਹੱਥ ਚ ਹੈ ਉਹਨਾਂ ਚਿਰ ਹਿਰਦੇ ਵਿੱਚ ਸਹਿਜ ਅਵਸਥਾ ਨਹੀਂ ਹੈ। ਉਹ ਜਿਹੜੀ ਬੰਦ ਮਾਲਾ ਫੇਰਨ ਨੂੰ ਮਜਬੂਰ ਕਰਦੀ ਹੈ ਉਹ ਉਹੀ ਹੈ ਜਿਹਨੂੰ ਗੁਰੂ ਕੁਜਾਤ ਕੁਲਖੜੀ ਕਹਿੰਦੇ। ਉਹ ਮਾਲਾ ਤਾਂ ਉਹ ਲਈ ਫਿਰਦੇ ਨੇ ਸੰਤ, ਕਹਿੰਦੇ ਨੇ ਅਸੀਂ ਸੰਤਾਂ, ਇਹਨਾਂ ਦਾ ਗਿਆਨ ਹੈ ਬਿਲਕੁਲ ਨਹੀਂ ਹੈ, ਗੁਰਬਾਣੀ ਦਾ ਬਿਲਕੁਲ ਗਿਆਨ ਨਹੀਂ ਉਸ ਆਦਮੀ ਨੂੰ ਜਿਹੜਾ ਮਾਲਾ ਜੋ ਲਈ ਫਿਰਦਾ, ਬਿਲਕੁਲ ਇਹ ਪਤਾ ਨਹੀਂ ਗੁਰਬਾਣੀ ਕੀ ਕਹਿੰਦੀ। ਹਾਂਜੀ ਹਾਂਜੀ, ਸੰਤ ਕੇ ਹਤੇ ਕੋ ਰਖੈ ਨਾ ਕੋਏ, ਸੰਤ ਕੇ ਦੂਖਨ ਥਾਨ ਭ੍ਰਸ਼ਟ ਹੋਏ। ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਜਿਹੜਾ ਸੰਤ ਦਾ ਹਥਿਆਰ ਹੈ ਉਹਨੂੰ ਕੋਈ ਵੀ ਮਤਲਬ ਹੈ ਲੋਕ ਪਰਲੋਕ ਉਹਦੀ ਬਾਂਹ ਨਹੀਂ ਫੜਦਾ, ਕੋਈ ਦੇਵੀ ਦੇਵਤਾ ਨਹੀਂ ਉਹਨੂੰ ਰੱਖਦਾ, ਉਹਦੀ ਰੱਖਿਆ ਨਹੀਂ ਕਰ ਸਕਦਾ ਕੋਈ ਜਬਰ ਮਲ ਤੋਂ। ਹਾਂ, ਰੱਖੇ ਨਾ ਕੋਏ, ਕਿਉਂਕਿ ਸੰਤ ਕੇ ਦੁਖਨ ਥਾਨ ਭ੍ਰਸ਼ਟ। ਹਾਂਜੀ, ਹੁਣ ਸੰਤ ਕੇ ਦੁਖਨ, ਸੰਤ ਨੇ ਉਹਨੇ ਦੁੱਖ ਦਿੱਤਾ, ਉਹਦਾ ਹਿਰਦਾ ਜਿਹੜਾ ਹੈ ਉਹ ਭ੍ਰਸ਼ਟ ਹੈ, ਹਿਰਦਾ ਉਹਦਾ ਹਿਰਦਾ ਸਿਰੇ ਭ੍ਰਸ਼ਟ ਹੈ, ਉਹਨੂੰ ਕੌਣ ਰੱਖੂਗਾ। ਜੇ ਅਸੀਂ ਇਹ ਮੁਕਤੀ ਦੇ ਅਰਥ ਸਿੱਧੇ ਕਰੀਏ ਬਾਹਰ ਮੁਕਤੀ ਜਿਵੇਂ ਲੋਕ ਕਰਦੇ ਨੇ, ਸਾਡੇ ਗੁਰਦੁਆਰੇ ਨੇ ਜਿਵੇਂ ਸ਼ੀਸ਼ਗੰਜ ਜਾਂ ਫਤਿਹਗੜ੍ਹ ਸਾਹਿਬ ਹੈ, ਉੱਥੇ ਸੰਤਾਂ ਨੂੰ ਦੁੱਖ ਦਿੱਤਾ ਗਿਆ, ਜਿੱਥੇ ਅੰਮ੍ਰਿਤਸਰ ਵੀ ਬੰਦ ਕੱਟੇ ਗਏ ਨੇ। ਕੀ ਉਹਨਾਂ ਪਵਿੱਤਰ ਸਥਾਨ ਕਹਾਂਗੇ ਅਸੀਂ? ਸੰਤ ਕੇ ਦੁੱਖ ਸਥਾਨ ਭ੍ਰਸ਼ਟ ਹੋਏ ਤੇ ਜੇ ਅਰਥ ਕੋਈ ਕਰ ਦੇਵੇ ਦੂਏ ਲੋਟ, ਉੱਥੇ ਕਾਹਦੇ ਨਹੀਂ ਅਰਥ ਕਰਦੇ ਬਾਹਰ ਮੁਕੀ ਹੈ। ਬਾਹਰਲੀ ਗੱਲੇ ਨਹੀਂ ਹੈ ਗੁਰਬਾਣੀ, ਗੁਰਬਾਣੀ ਦੀ ਗੱਲ ਅੰਦਰਲੀ ਹੈ। ਬਾਹਰ ਜਗ੍ਹਾ ਨਾ ਕੋਈ ਪਵਿੱਤਰ ਹੈ ਨਾ ਕੋਈ ਭ੍ਰਸ਼ਟ। ਮਾਇਆ ਤਾਂ ਸਾਰੀ ਹੈ ਹੀ ਪਵਿੱਤਰ, ਹਿਰਦਾ ਹੀ ਪਵਿੱਤਰ ਕਰਨਾ ਹੈ, ਹਿਰਦਾ ਹੀ ਭ੍ਰਸ਼ਟ ਹੈ ਸਾਡਾ। ਹਿਰਦਾ ਹੀ ਬਲੀਨ ਹੋਊਗਾ, ਹਿਰਦਾ ਹੀ ਪਵਿੱਤਰ ਕੀਤਾ ਜਾ ਸਕਦਾ। ਇਸ ਕਰਕੇ ਅਰਥਾਂ ਤਰਬੁਕੀ ਉਹ ਕਰਦੇ ਨੇ, ਗੁਰਬਾਣੀ ਦੇ ਬਾਰਬੁਕੀ ਕਰਦੇ ਹੀ ਨਹੀਂ। ਇਹ ਨਾ ਜੀਵ ਪਵਿੱਤਰ ਹੁੰਦੀ ਹੈ ਤੇ ਨਾ ਕੋਈ ਜਗ੍ਹਾ ਪਵਿੱਤਰ ਹੁੰਦੀ ਹੈ, ਨਾ ਕੋਈ ਸਰੀਰ ਹੁੰਦਾ, ਤਾਂ ਮਾਇਆ ਹੈ। ਇਹ ਤਾਂ ਜਿਹੀ ਜੀ ਹੈਗੀ ਉਹੀ ਮਾਇਆ ਨੇ, ਤਾਂ ਮਾਇਆ ਹੀ ਰਹਿਣਾ, ਮਾਇਆ ਵਿਖੇ ਨੇ ਵਿਖੇ ਰਹਿਣਾ। ਹਿਰਦੇ ਚੋਂ ਜਿਹੜੀ ਮਾਇਆ ਦਾ ਪ੍ਰੇਮ ਉਹ ਕੱਢ ਦੇਣਾ,
ਹਿਰਦਾ ਪਵਿੱਤਰ ਹੋ ਗਿਆ। ਹਾਂਜੀ ਹਾਂਜੀ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗੀ ਨਿੰਦਕ ਵੀ ਤਰੈ। ਸੰਤ ਕਿਰਪਾਲ ਕਿਰਪਾ ਜੇ ਕਰੇ, ਜੇ ਕੋਈ ਆਪਣੀ ਅੰਤਰਾਤਮਾ ਨੂੰ ਖੁਸ਼ ਰੱਖੇ, ਖੁਸ਼ ਕਰ ਲਵੇ, ਉਹਦੀ ਕਿਰਪਾ ਦਾ ਪਾਤਰ ਬਣ ਜਵੇ, ਸੰਤ ਹੋ ਜਵੇ, ਖੁਸ਼ ਟੁੱਟ ਜਵੇ। ਕਿਰਪਾਲ ਕਿਰਪਾ ਜੇ ਕਰੇ, ਕਿਰਪਾਲ ਤਾਂ ਹਮੇਸ਼ਾ ਹੀ ਹੈ ਸੰਤ, ਅਸੀਂ ਉਹਨੂੰ ਨਾਰਾਜ਼ ਕਰ ਲੈਂਦੇ ਹਾਂ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਕਹਿੰਦਾ ਸੰਤ ਸੰਗ ਨਿੰਦਕ ਵੀ ਤਰੈ। ਇਹ ਆਪ ਤਾਂ ਨਿੰਦਕ ਹੈ, ਨਿੰਦਕ ਹੋਰ ਕਿਹੜਾ? ਇਹ ਆਪ ਨਿੰਦਕ ਹੈ, ਸੰਤ ਦਾ ਵਿਰੋਧੀ ਹੈ ਤਾਂ ਨਿੰਦਕ ਹੈ। ਸੰਤ ਕੀ ਨਿੰਦਾ ਨਾਨਕ। ਜਿਹੜਾ ਅਵਤਾਰ ਲੈਂਦਾ ਸੰਤ ਦਾ ਨਿੰਦਕ ਕਰਕੇ ਅਵਤਾਰ ਲੈਂਦਾ ਹੈ, ਜਨਮ ਲਿਆ ਹੋਇਆ ਸਾਰਿਆਂ ਨੇ। ਇਹ ਭਲੇਖਾ ਛੱਡ ਦੋ, ਗੁਰਬਾਣੀ ਤਾਂ ਸਾਫ਼ ਕਹਿੰਦੀ ਹੈ ਸੰਤ ਕੀ ਨਿੰਦਾ ਨਾਨਕਾ ਬੋਲ ਬੋਲ। ਜਿਹੜਾ ਜਨਮ ਲਿਆ ਪਿਛਲੇ ਜਨਮ ਚ ਸੰਤ ਦੀ ਨਿੰਦਕ ਰਹੇ ਹਾਂ ਅਸੀਂ, ਚਾਹੇ ਥੋੜੇ ਰਹੇ ਚਾਹੇ ਜ਼ਿਆਦਾ ਰਹੇ, ਤਾਂ ਜਨਮ ਹੋਇਆ। ਇਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ, ਬਿਲਕੁਲ ਸਾਰਿਆਂ ਤੇ ਲਾਗੂ ਹੈ ਪੰਕਤੀ ਇਹ। ਇਹਨੂੰ ਬਦਲਿਆ ਨਹੀਂ ਜਾ ਸਕਦਾ ਪੰਕਤੀ ਨੂੰ ਕਿਸੇ ਕੀਮਤ ਤੇ ਵੀ, ਹੁਕਮ ਹੈ। ਹਾਂ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗੀ ਨਿੰਦਕ ਵੀ ਤਰੈ। ਸੰਤ ਤਾਂ ਸਦਾ ਹੀ ਕਿਰਪਾਲੂ ਹੈ। ਇਹ ਜੇ ਕਿਰਪਾ ਕਰ ਦਵੇ ਸੰਤ ਸੰਗ, ਇਹ ਨਿੰਦਕ ਜਿਹੜਾ ਹੈ ਇਹ ਵੀ ਤਰ ਜਾਂਦਾ ਹੈ। ਉਹ ਸੰਤ ਦੀ ਕਿਰਪਾ ਨਾਲੇ ਤਰੂਗਾ, ਉਹਨੂੰ ਨਾਰਾਜ਼ ਕਰੇ ਤੇ ਨਹੀਂ ਤਰ ਸਕਦਾ ਇਹ। ਜੇ ਸੰਤ ਨੂੰ ਨਾਰਾਜ਼ ਰੱਖੂਗਾ ਫੇਰ ਨਹੀਂ ਇਹਨੇ ਤਰਨਾ, ਫੇਰ ਫਸਿਆ ਰਹੂਗਾ। ਜਿੰਨੀ ਮਰਜ਼ੀ ਮਾਲਾ ਫੇਰੀ ਜਾਵੇ, ਜੋ ਮਰਜ਼ੀ ਕਰੀ ਜਾਵੇ, ਜਿੰਨਾ ਚਿਰ ਅੰਤਰਾਤਮਾ ਸਾਲ ਨਹੀਂ ਚੱਲਦਾ, ਜਿੰਨਾ ਚਿਰ ਗੁਰ ਕੇ ਭਾਣੇ ਨਹੀਂ ਚੱਲਦਾ, ਬਾਕੀ ਕੋਈ ਵੀ ਯਤਨ ਦਾ ਕਾਮਯਾਬ ਨਹੀਂ ਹੋ ਸਕਦਾ। ਜੋ ਮਰਜ਼ੀ ਕਰ ਲੋ, ਜੰਮਣ ਮਾਰ ਕੇ ਛੁਟਕਾਰਾ ਨਹੀਂ ਹੋ ਸਕਦਾ। ਠੀਕ ਹੈ। ਸਭ ਸਾਗਰ ਤਰਨ ਵਾਸਤੇ ਦੀ ਕਿਰਪਾ ਜ਼ਰੂਰੀ ਹੈ ਹਾਸਲ ਕਰਨਾ। ਠੀਕ ਹੈ ਜੀ। ਆਪਾਂ ਆਈ ਅਸ਼ਟਪਦੀ ਤੋਂ ਬਾਅਦ ਇੱਕ ਇੱਕ ਪੰਕਤੀ ਲਵਾਂਗੇ ਬਾਣੀ ਤੋਂ, ਜਿਹੜੀ ਕਿ ਦਰਸਾਏਗੀ, ਕਿਉਂਕਿ ਸੰਤ ਅੱਖਰ ਦਾ ਬੜਾ ਭੁਲੇਖਾ ਹੈ ਜੀ ਅਜੇ ਤੱਕ ਵੀ। ਹਾਂਜੀ ਹਾਂ। ਆਸਾ ਰਾਗ ਵਿੱਚ ਭਗਤ ਕਬੀਰ ਕਹਿੰਦੇ ਆ, ਹਮਰੋ ਭਰਤਾ ਬੜੋ ਵਿਵੇਕੀ, ਆਪੇ ਸੰਤ ਕਹਾਵੇ। ਉਹ ਵੀ ਉਹੀ ਗੱਲ ਹੈ। ਠੀਕ ਹੈ ਜੀ। ਚਿੱਤ ਨੂੰ ਕਿਹਾ ਜਾ ਰਿਹਾ ਜੀ, ਮਨ ਦੁਆਰਾ। ਹਾਂ, ਆਪਣਾ ਮੂਲ ਹੈ ਜਿਹੜਾ ਵਿਵੇਕੀ ਹੈ, ਉਹ ਵਿਚਾਰਵਾਨ ਹੈ। ਠੀਕ ਹੈ ਜੀ। ਆਪੇ ਸੰਤ ਕਹਾਵਾ, ਉਹ ਹੈ ਸੰਤ। ਤੇ ਇਹਦੇ ਵਿੱਚ ਕੋਈ ਕੱਪੜੇ ਪਾਉਣ ਵਾਲਾ ਜਾਂ ਇਸ ਤਰ੍ਹਾਂ ਦਾ ਕਿਸੇ ਬੰਦੇ ਨੂੰ ਕੱਪੜੇ ਪਾਏ ਤੇ ਉਹ ਤਾਂ ਭੇਗ ਹੈ, ਕੱਪੜੇ ਪਾਏ ਤੇ ਸੰਤ ਬਣ ਗਿਆ। ਫਿਰ ਤਾਂ ਗੁਰਬਾਣੀ ਦਾ ਅਰਥ ਕੀ ਰਹਿ ਗਿਆ? ਠੀਕ ਹੈ। ਧਰਮ ਦਾ ਅਰਥ ਕੀ ਰਹਿ ਗਿਆ? ਫਿਰ ਗੁਰਬਾਣੀ ਇਹਦੀ ਲਿਖਣ ਦਾ ਮਤਲਬ ਕੀ ਰਹਿ ਗਿਆ ਜੇ ਕੱਪੜੇ ਪਾਏ ਤੇ ਸੰਤ ਬਣ ਗਏ? ਜੇ ਹੁਣ ਕੱਪੜੇ ਲਾ ਦਈਏ ਫਿਰ ਸੰਤ ਰਹਿਣਾ, ਉਸ ਤੇ ਜੇ ਆਦਮੀ ਦੇ ਚੋਲਾ ਲਾ ਕੇ ਪੈਂਟ ਪਾ ਦਈਏ ਫਿਰ ਸੰਤ ਰਹਿ ਗਿਆ। ਉਹ ਇੱਥੇ ਇੱਕ ਸਾਡੇ ਸੀ ਸਿਲਾਈ ਕਰ ਗਿਆ, ਉਹ ਕਲਾ ਚਾਹੁੰਦਾ ਨੇ। ਇੱਕ ਵਾਰ ਉਹਨੇ ਦੱਸਿਆ, ਕਹਿੰਦਾ ਸਾਡੇ ਗੁਆਂਢੀਆਂ ਦੇ ਸੰਤ ਆਇਆ ਸੀ, ਉਹ ਐਸੇ ਟਾਈਮ ਆਇਆ ਉਦੋਂ ਘਰਾਂ ਦੇ ਵਿੱਚ ਮਤਲਬ 10 ਵਜੇ ਲੋਕ ਆਪਣੇ ਕੰਮਕਾਰ ਤੇ ਚਲੇ ਜਾਂਦੇ ਨੇ, ਉਹ ਕਿਤੇ ਆਇਆ ਹੋਊਗਾ 9:30 10 ਵਜੇ। ਤੇ ਸ਼ਹਿਰ ਚ ਰਹਿੰਦੇ ਸੀ ਉਹ ਘਰ ਬਿਠਾ ਕੇ ਉਹ ਕਹਿੰਦਾ ਵੀ ਮੈਂ, ਘਰ ਵਾਲੀ ਨੇ ਕਿਹਾ ਵੀ ਤੂੰ 2-4 ਆਦਮੀ ਹੋਰ ਬੁਲਾ ਲਿਆ ਗੁਆਂਢ ਚੋਂ ਮਿਲਣ ਵਾਲੇ, ਵੀ ਚਲੋ ਸੰਤ ਆਇਆ ਬਈ ਮੈਂ ਉਹਦਾ ਗਰਮ ਕਰਦੀ ਹਾਂ। ਗੁਆਂਢ ਚ ਉਹਨੂੰ ਬੁਲਾ ਲਿਆ ਵੀ ਤੂੰ ਯਾਰ ਬੈਠ, ਵੀ ਮੈਂ ਹੋਰ 2-4 ਬੰਦੇ ਬੁਲਾ ਲਿਆ ਵਾ,
ਲੋਕ ਪੜਿਆ ਲਿਖਿਆ ਇੰਜੀਨੀਅਰ ਸੀਗਾ ਬੰਦਾ, ਉਹ ਜਾ ਕੇ ਬਹਿ ਗਿਆ, ਉਹ ਲਿਹਾਜ਼ ਕਰਕੇ ਬਹਿ ਗਿਆ, ਉਹ ਚਲਾ ਗਿਆ। ਆਪ ਪਲੋਸ ਸੀ, ਪ੍ਰੇਮ ਸੀ, ਉਹ ਗਾਂ ਸੰਤ ਉਹਦੇ ਨੂੰ ਘੱਟ ਉਮਰ ਦਾ। ਉਹ ਬੈਠੇ ਬੈਠੇ 2 ਮਿੰਟ ਤੱਕ ਕਹਿੰਦਾ ਬੈਠੇ, ਫਿਰ ਮੈਂ ਕਿਹਾ ਵੀ ਸੰਤ ਜੀ ਕੋਈ ਗੱਲ ਕਹਿੰਦਾ ਗੁਰਬਾਣੀ ਦੀ ਨਾ। ਉਹ ਹੁਣ ਮੇਰੇ ਕੋਲ ਕਲਾਸ ਲਾਉਂਦਾ ਸੀ। ਉਹ ਕਹਿੰਦਾ ਵੀ ਤੁਸੀਂ ਪਹਿਲਾਂ ਤਾਂ ਕਦੇ ਦੇਖੀ ਨਹੀਂ, ਕਹਿੰਦਾ ਮੈਂ ਤਾਂ ਪਹਿਲੀ ਵਾਰ ਆਇਆ ਖੰਨੇ ਚ। ਉਹ ਕਹਿੰਦਾ ਆਪਾਂ ਹੁਣ ਤੁਸੀਂ ਮੇਰੇ ਵਾਲੀ ਪੈਂਟ ਪਾ ਲਓ, ਮੈਂ ਤੁਹਾਡੇ ਵਾਲੇ ਚੋਲਾ ਪਾਉਣਾ, ਜਿਹੜੇ ਬਾਹਰੋਂ ਲੋਕ ਆਉਣਗੇ ਉਹ ਮੱਥਾ ਕਿਹਨੂੰ ਟੇਕਣਗੇ? ਕਹਿੰਦਾ ਤੈਨੂੰ। ਕਹਿੰਦਾ ਫਿਰ ਕੱਪੜਿਆਂ ਦਾ ਫਰਕ ਦੀ ਗੱਲ ਹੋਈ ਲੋਕਾਂ ਨੂੰ, ਤਾਂ ਫਿਰ ਹੋਰ ਤਾਂ ਕੋਈ ਗੱਲ ਨਾ ਹੋਈ। ਜਿਹਦੇ ਕੱਪੜੇ ਪਾਏ ਨੇ ਉਹ ਸੰਤ ਹੈ, ਉਹ ਮੱਥਾ ਟੇਕਦਾ ਉਹਨੂੰ। ਜੇ ਮੈਨੂੰ ਮੈਂ ਚੋਲਾ ਪਾਏ ਤੇ ਹੀ ਮੱਥਾ ਟੇਕ ਦੇਣਗੇ, ਤੇ ਲੋਕ ਤਾਂ ਮੂਰਖ ਨੇ। ਜਾਂ ਫਿਰ ਤੈਨੂੰ ਕਿਉਂ ਨਹੀਂ ਮੱਥਾ ਟੇਕਣਗੇ? ਤੇਰੇ ਉਹ ਗੁਣ ਕਿੱਥੇ ਗਏ ਸੰਤ ਵਾਲੇ? ਉਹ ਗੁੱਸਾ ਕਰ ਗਿਆ ਸੀ ਉਹਦਾ। ਹਾਂ, ਉਹ ਕਹਿੰਦਾ 10-15 ਮਿੰਟ ਬੈਠੇ ਰਹੇ, ਦੁੱਧ ਆ ਗਿਆ, ਉਹਨੇ ਰੱਖਿਆ, ਦੁੱਧ ਵੀ ਨਹੀਂ ਪੀਤਾ। ਉਹ ਇਹਨਾਂ ਨੂੰ 15 ਮਿੰਟ 20 ਮਿੰਟ ਬਾਅਦ ਬੰਦਾ ਆਇਆ ਜਦ, ਉਹ ਕਹਿੰਦਾ ਵੀ ਮੈਂ ਤਾਂ ਛੇਤੀ ਜਾਣਾ ਭਾਈ, ਮੈਨੂੰ ਤਾਂ ਫੋਨ ਆ ਗਿਆ। ਭਾਈ ਦੀ ਗੱਲ ਕਹਿ ਕੇ ਉਹਦੇ ਜ਼ੋਰ ਲਾਉਂਦੇ ਲਾਉਂਦੇ ਬਿਨਾਂ ਦੁੱਧ ਪੀਤਾ ਹੀ ਕਾਰ ਚ ਬੈਠ ਚਲਾ ਗਿਆ। ਆਹ ਤਾਂ ਹਾਲ ਹੈ ਲੋਕਾਂ ਦਾ। ਬਲੈਕਮੇਲ ਕੀਤਾ ਸੰਤ ਦੇ ਲਫ਼ਜ਼ ਦੇ ਨੂੰ ਇਹਨਾਂ ਨੇ। ਸੰਤ ਲਫ਼ਜ਼ ਇੱਥੇ ਦੇਖ ਲਏ ਨੇ ਚ ਲਿਖੇ ਹੋਏ। ਆਪ ਪਹਿਲਾਂ ਸੰਤ ਥੇ ਹੀ ਇਹ ਵੀ ਕਰ ਲਿਆ ਬਲੈਕ ਲੋਕਾਂ ਨਾਲ, ਆਪਣੇ ਨਾਲ ਜੋੜ ਲਏ ਲਫ਼ਜ਼। ਅਸੀਂ ਸੰਤਾਂ, ਸਾਡੇ ਖਾਤਰ ਲਿਖਿਆ ਹੋਇਆ। ਉਹ ਦੇਖਿਆ ਨਹੀਂ ਵੀ ਡੀਪਲੀ ਇਹਨਾਂ ਦਾ ਅਰਥ ਕੀ ਬਣਦਾ, ਗੱਲ ਕੀ ਹੈ, ਉਹ ਨਹੀਂ ਦੇਖੀ। ਉਹੀ ਗੱਲ ਉਹਨਾਂ ਨੇ ਜਿਵੇਂ ਦੇਖ ਲਿਆ 10 ਮੁਰਾਦ ਦੇ ਵਿੱਚ ਚੰਡੀ, ਆ ਚੰਡੀ ਦਾ ਜੀ ਬਸ ਦੇਵੀ ਨੂੰ ਤਾਂ ਜੀ ਉਹ ਤਸਵੀਰ ਬਣਾਈ ਹੋਈ ਆ ਜੀ, ਉਹ ਐ ਪੁੱਛਦੇ ਨੇ, ਗੁੱਡੀ ਬੈਠੇ ਨੇ ਨਾ ਪਹਿਲਾਂ ਇਹ। ਕੁਝ ਸਾਡਾ ਆਲਰੇਡੀ ਮੰਨਿਆ ਹੋਇਆ ਸੰਤਾਂ ਬਾਰੇ ਆ, ਮੂਰਤੀਆਂ ਬਾਰੇ, ਅਸੀਂ ਉਹ ਅਰਥ ਲਾਈ ਜਾਂਦੇ। ਗੁਰਬਾਣੀ ਚ ਸਦਾਈ ਕੀਤੀ ਹੋਈ ਆ ਉਹਨਾਂ ਚੀਜ਼ਾਂ ਦੀ। ਠੀਕ ਹੈ, ਉਹ ਇਹ ਅਰਥ ਨਹੀਂ ਜਿਹੜੇ ਸਾਡੇ ਮੰਨੇ ਹੋਏ ਨੇ ਗੁਰਬਾਣੀ ਦੇ ਵਿੱਚ। ਗੁਰਬਾਣੀ ਤਾਂ ਉਦੋਂ ਡਿਫਰ ਕਰਦੀ ਹੈ। ਡਿਫਰ ਵਾਲੀ ਗੱਲ ਛੱਡਤੀ, ਅਰਥ ਉਹ ਹਿੰਦੂ ਮਤ ਵਾਲੇ ਲੈ ਲੈ ਸਾਰੇ। ਠੀਕ ਹੈ, ਦਸਮੁਖਾਂ ਨਾਲ ਵੀ ਇਹੀ ਹੋਇਆ ਹੈ, ਆਦ ਨਾਲ ਵੀ ਇਹੀ ਹੋਇਆ ਹੋਇਆ, ਇੱਥੇ ਵੀ ਇਹੀ ਹੋਇਆ ਹੋਇਆ। ਜਿਵੇਂ ਸੰਤ ਲਫ਼ਜ਼ ਦਾ ਇੱਥੇ ਮਿਸਯੂਜ਼ ਕੀਤਾ, ਉੱਥੇ ਚੰਡੀ ਦਾ, ਦੁਰਗਾ ਦਾ, ਮਹਾਕਾਲ ਦਾ ਮਿਸਯੂਜ਼ ਕਰਦੇ ਨੇ। ਉਹਨਾਂ ਵਾਲੇ ਅਰਥ ਲਈ ਜਾਂਦੇ ਨੇ। ਉੱਥੇ ਉਹਨਾਂ ਵਾਲੇ ਅਰਥ ਨਹੀਂ ਰੱਦ ਕੀਤੇ ਹੋਏ ਨੇ, ਇੱਥੇ ਇਹਨਾਂ ਵਾਲੇ ਅਰਥ ਨਹੀਂ ਇਹ ਵੀ ਰੱਦ ਕੀਤੇ। ਉਹ ਜਿਹੜਾ ਪਿਛਲਾ ਫਰਕ ਜੋ ਲਿਖਿਆ ਹੋਇਆ ਉਹ ਪੜਿਆ ਸਮਝਿਆ, ਆਲਰੇਡੀ ਜਿਹੜਾ ਮੰਨਿਆ ਹੋਇਆ ਬਾਜ਼ਾਰ ਚ ਉਹ ਅਰਥ ਲਾ ਲਏ ਆਪਣੇ ਦਿਮਾਗ ਚ। ਆਹ ਕੀਤਾ ਹੋਇਆ ਲੋਕਾਂ ਨੇ। ਹਾਂਜੀ, ਸੰਤ ਕੇ ਦੂਖਨ ਤੇ ਮੁਖ ਭਵੈ, ਸੰਤਨ ਕੇ ਦੂਖਨ ਕਾਗ ਜੂ ਲਵੈ। ਸੰਤ ਨੇ ਦੂਖਨ ਤੇ ਮੁਖ ਭਵੈ। ਹਾਂਜੀ, ਹਾਂ, ਜਿਹੜਾ ਸੰਤ ਦੇ ਦਾ ਵਿਰੋਧ ਕਰਦਾ ਨਾ, ਉਹ ਸੰਤ ਦਾ ਦੁੱਖਣਾ, ਸੰਤ ਦਾ ਵਿਰੋਧ ਕਰਦਾ, ਉਹਦਾ ਸੱਚ ਤੋਂ ਮੂੰਹ ਦੂਏ ਪਾਸੇ ਨੂੰ ਹੋ ਜਾਂਦਾ, ਮੁਖ ਭਵੈ। ਆਪਣੇ ਮਾਰਗ ਤੇ ਜਾਂਦਾ ਜਾਂਦਾ ਪੁਠੇਰਾ ਪੈ ਜਾਂਦਾ, ਮਤਲਬ ਪੁਠੇਰਾ ਪਿਆ ਹੋਇਆ। ਜੇ ਅਸੀਂ ਜਿੱਧਰ ਨੂੰ ਜਾਣਾ, ਪੂਰਬ ਨੂੰ ਜਾਣਾ, ਜੇ ਮੁਖ ਹੋ ਗਿਆ ਤਾਂ ਪੱਛਮ ਵੱਲ ਨੂੰ ਤੁਰ ਪਾਂਗੇ ਅਸੀਂ। ਉਲਟੇਰਾ ਪੈ ਜਾਏ, ਮੁਖ ਭਵੇ ਨਾ ਮਤਲਬ ਉਲਟੇਰਾ ਪੈ ਜਾਏ। ਉਹ ਸੁਰਗ ਆਪਣੇ ਘਰ ਨੂੰ ਜਾਂਦੇ ਜਾਂਦੇ ਜਾਂ ਉੱਤੇ ਨੂੰ ਆਉਂਦੇ ਆਉਂਦੇ ਜਿਹੜੇ ਨੇ ਪੌੜੀਆਂ ਚੜ੍ਹਦੇ ਚੜ੍ਹਦੇ ਥੱਲੇ ਨੂੰ ਉਤਰਨ ਲੱਗ ਜਾਂਦੇ, ਨਰਕ ਵੱਲ ਨੂੰ ਜਾਣ ਲੱਗ ਜਾਂਦੇ। ਗਿਆਨ ਹਾਸਲ ਕਰਦੇ ਕਰਦੇ ਅਗਿਆਨਤਾ ਵੱਲ ਨੂੰ ਜਾਣ ਲੱਗ ਜਾਂਦੇ, ਅਗਿਆਨਤਾ ਵੱਲ ਨੂੰ।
ਨਰਕ ਵੱਲ ਜਾਣਾ ਅਗਿਆਨਤਾ ਵੱਲ ਜਾਣ ਦੀ ਗੱਲ ਹੈ। ਮੁੱਖ ਭਵਾ ਜਦ ਮੁੱਖ ਪਊਗਾ ਤਾਂ ਉਲਟੇ ਪਾਸੇ ਜਾਊਗਾ ਹੀ ਜਾਊਗਾ। ਠੀਕ ਹੈ। ਹਾਂ ਸੱਚ ਤੋਂ ਜਾ ਕੇ ਝੂਠ ਵੱਲ ਨੂੰ ਚਲੇ ਜਾਂਦੇ ਨੇ, ਮਾਇਆ ਨਾਲ ਜੁੜ ਜਾਂਦੇ ਨੇ ਜਾ ਕੇ। ਆਪਣੇ ਮੂਲ ਨੂੰ ਛੱਡ ਕੇ ਮਾਇਆ ਨਾਲ ਜੁੜ ਜਾਂਦੇ ਨੇ। ਕਾਗ ਦਾ ਇੱਥੇ ਐਗਜ਼ਾਮਪਲ ਦਿੱਤਾ ਹੋਇਆ ਜੀ, ਕਾਉਂ ਦਾ। ਹਾਂ ਕਾਗ ਦਾ ਇਹ ਹੈ, ਮਨ ਕਾਗ ਹੀ ਹੈ। ਮਨ ਬਹੁਤਾ ਸਿਆਣਾ ਨਾ, ਜਿਵੇਂ ਕੌਣ ਸਿਆਣਾ ਹੁੰਦਾ, ਆਪਣੇ ਆਪ ਸਿਆਣਾ ਮੰਨਦਾ। ਆਪਣੇ ਜਦ ਸੰਤ ਦੀ ਗੱਲ ਨਹੀਂ ਮੰਨਦਾ ਤਾਂ ਸਿਆਣਾ ਹੈ ਨਾ, ਆਪਣੇ ਆਪ ਨੂੰ ਸਮਝਦਾ। ਹਾਂ ਇਹ ਕੰਮ ਵਾਲੀ ਵਿਅਕਤੀ ਧਾਰਨ ਕਰ ਲੈਂਦਾ, ਬਹੁਤੀ ਸਿਆਣਪ ਚਮਕਾ ਭਾਵ ਵਿਆਪਾ ਕਾਗਜੀ ਹੋ ਲਵੇ ਕਰ ਲਾਉਂਦਾ ਰਹਿੰਦਾ ਹਰ ਵਕਤ। ਇੱਧਰ ਉੱਧਰ ਕਿੱਥੋਂ ਟਿਕਦਾ ਨਹੀਂ, ਉਹਦੀ ਗਰਦਨ ਕਿੱਥੋਂ ਟਿਕਦੀ ਨਹੀਂ। ਵਿਆਕੁਲ ਰਹਿੰਦਾ, ਵਿਆਕੁਲ। ਠੀਕ ਹੈ ਜੀ। ਵਿਆਕੁਲਤਾ ਫਸਿਆ ਰਹਿੰਦਾ। ਹਾਂਜੀ ਕਾਗ ਵਾਲੀ ਜੂਨ ਹੈ ਵਿਆਕੁਲਤਾ। ਹਾਂਜੀ ਸੰਤਨ ਕੈ ਦੂਖਨ ਸਰਪ ਜੋਨ ਪਾਏ, ਸੰਤ ਕੈ ਦੂਖਨ ਤ੍ਰਿਗਦ ਜੋਨ ਕਿਰਮਾਏ। ਹਾਂ ਸਰਪ ਤੇ ਕੌਮਾਂ ਜੇ ਲਾਵਾਂਗੇ ਤਾਂ ਗੱਲ ਬਣਦੀ ਹੈ ਇੱਥੇ। ਅੱਛਾ ਜੀ। ਸੰਤਨ ਕੈ ਦੂਖਨ ਸਰਪ ਹੈ ਜੀ। ਹਾਂ ਜਿਹੜਾ ਸੰਤ ਦਾ ਦੁਖੀ ਹੈ ਉਹਦਾ ਸਰਪ ਹੈ। ਅੱਛਾ ਜੀ। ਜੋਨੀ ਪਾਏਗਾ ਕਹਾਂ। ਉਹ ਸੰਤ ਉਹਦਾ ਪਾਲਣਹਾਰ ਹੈ, ਸੰਤ ਉਹਦਾ ਮਾਤਾ ਹੈ, ਸੰਤ ਦੇ ਪਿਤਾ ਉਹਦਾ ਹੀ ਡੰਗ ਮਾਰਦਾ, ਕਹਿਣਾ ਨਹੀਂ ਮੰਨਦਾ, ਉਹਦਾ ਹੀ ਵਿਰੋਧੀ ਹੈ। ਸੱਪ ਨੂੰ ਜਿਹੜਾ ਪਾਲਦਾ ਉਸੇ ਤੇ ਡੰਗ, ਉਹ ਤਾਂ ਕਿਸੇ ਦੇ ਵੀ ਡੰਗ ਮਾਰ ਸਕਦਾ, ਸੱਪ ਦਾ ਸੁਭਾਅ ਹੈ। ਜੋਨ ਪਾਏ ਇਸ ਕਰਕੇ ਚੱਲਣ ਦਾ ਬੰਦਾ ਰਹੂਗਾ। ਉਹ ਉਹੀ ਹੈ ਨਾ ਜੋਨ ਬਲ ਉਤਰੈ, ਜਿੱਥੇ ਉਹ ਹੈ ਨਾ। ਹਾਂ ਹਰੀ ਬਾਈ ਗੋਬਿੰਦ ਨਾਮ ਹਾਂ ਉਹ ਵੀ ਹੈ। ਸਰਬਤਾ ਹੈ ਉਹ ਜੋਨ ਚ ਪਊਗਾ, ਅਗਲੀ ਜੋਨ ਵੀ ਧਾਰੂਗਾ। ਮੁਕਤੀ ਨਹੀਂ ਹੋਣੀ, ਕਹਿਣ ਦਾ ਮਤਲਬ ਹੈ ਉਹਦੀ ਮੁਕਤੀ ਨਹੀਂ। ਹਾਂ ਠੀਕ ਹੈ ਜੀ। ਸੰਤ ਕੈ ਦੂਖਨ ਸਰਪ ਜੋਨੀ ਪਾਏ, ਸੰਤ ਕੈ ਦੂਖਨ ਤ੍ਰਿਗਦ ਜੋਨੀ ਕਿਰਮਾਏ। ਆ ਜਿਹੜੇ ਤ੍ਰਿਗਦ ਹੁੰਦੇ ਨੇ, ਆ ਜਿਹੜੇ ਚੱਲਣ ਵਾਲੇ ਨੇ ਧਰਤੀ ਤੇ, ਘਿਸਲ ਕੇ ਕਿਰਲੇ ਕਿਰਲੀਆਂ ਮੱਛੀਆਂ ਪਾਣੀ ਚ, ਇਹ ਜਿਹੀਆਂ ਜੂਨਾਂ ਚ ਪਿਆ ਰਹੂਗਾ। ਇਹ ਜ਼ਿਆਦਾ ਥੱਲੇ ਦੀਆਂ ਜੂਨਾਂ ਵਧੀਆ ਨੇ। ਅੱਛਾ ਜੀ। ਪਸ਼ੂ ਪੰਛੀਆਂ ਨੂੰ ਵੀ ਥੱਲੇ ਨੇ। ਅੱਛਾ ਜੀ। ਤ੍ਰਿਗਦ ਜੂਨਾਂ। ਹਾਂਜੀ। ਸੰਤਨ ਕੈ ਦੂਖਨ ਤ੍ਰਿਸ਼ਨਾ ਮਹਿ ਜਲੈ, ਸੰਤ ਕੈ ਦੂਖਨ ਸਭ ਕੋ ਛਲੈ। ਹਾਂ ਸੰਤ ਕੇ ਦੂਖਨ ਤ੍ਰਿਸ਼ਨਾ ਮਹਿ ਜਲੈ, ਤ੍ਰਿਸ਼ਨਾ ਦੇ ਵਿੱਚ ਜਲਦਾ ਰਹਿੰਦਾ। ਸੰਤ ਕੇ ਦੂਖਨ ਸਭ ਕੋ ਛਲੈ, ਛਲ ਕਪਟ ਕਿਸੇ ਨੂੰ ਵੀ ਕਰ ਸਕਦਾ। ਕੋਈ ਇਹ ਨਹੀਂ ਹੈ ਵੀ ਇਹਦੇ ਨਾਲ ਮੈਂ ਨਹੀਂ ਕਰਨਾ, ਹਰੇਕ ਨਾਲ ਛਲ ਕਪਟ ਕਰੂਗਾ। ਸਭ ਕੁਝ ਛਲਾ। ਠੀਕ ਹੈ। ਕੈ ਦੂਖਨ ਤੇਜ ਸਭ ਜਾਏ, ਸੰਤ ਕੈ ਦੂਖਨ ਨੀਚ ਨਿਚਾਏ। ਸੰਤ ਕੇ ਦੂਖਨ ਕਰਕੇ ਉਹਦਾ ਜਿਹੜਾ ਤੇਜ ਪ੍ਰਤਾਪ ਹੈ ਘਟ ਜਾਂਦਾ, ਗਿਆਨ ਘਟ ਜਾਂਦਾ, ਉਹਦੇ ਅੰਦਰੋਂ ਜੋਤ ਘਟ ਜਾਂਦੀ ਹੈ। ਤੇਜ ਸਭ ਜਾਏ, ਸੰਤ ਕੇ ਦੂਖਨ ਨੀਚ ਨਿਚਾਏ। ਨੀਚਤਾ ਵੱਲ ਨੂੰ ਚਲਿਆ ਜਾਂਦਾ, ਨੀਚ ਤੋਂ ਨੀਚ ਹੁੰਦਾ ਚਲਿਆ ਜਾਂਦਾ। ਹੋਰ ਨੀਵਾਂ ਹੀ ਨੀਵਾਂ ਪੱਧਰ, ਜਿਹੜਾ ਗਿਆਨ ਦਾ ਪੱਧਰ ਹੈ ਰੋਜ਼ ਨੀਵਾਂ ਹੁੰਦਾ ਚਲਿਆ ਜਾਂਦਾ। ਰੋਜ਼ ਨੀਵੇਂ ਪਾਸੇ ਹੁੰਦੀ ਹੈ, ਉੱਚੇ ਪਾਸੇ ਨੂੰ ਨਹੀਂ। ਹਾਂਜੀ। ਸੰਤ ਦੋਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੇ ਤਾਂ ਓਏ ਵੀ ਗਤ ਪਾਏ।
ਸੰਤ ਦੋਖੀ ਕਾ ਥਾਂ ਕੋਨਾ, ਕੋਈ ਟਿਕਾਣਾ ਨਹੀਂ ਹੈ ਵੀ ਇੱਥੇ ਆ ਕੇ ਰੁਕੂਗਾ ਸੰਤ ਦੋਖੀ ਦਾ। ਤੋਂ ਡਿੱਗਿਆ ਹੋਇਆ ਫਿਰ ਕੋਈ ਪਤਾ ਨਹੀਂ। ਤੇ ਉਹਨੂੰ ਆ ਗਈ ਹੋਸ਼, ਕਿਤੇ ਭਾਵੇਂ ਰੁਕੇ ਨਹੀਂ ਤਾਂ ਥੱਲੇ ਥੱਲੇ ਜਾਈ ਜਾਂਦਾ। ਹਾਂ, ਸੰਤ ਲੋਕੀ ਕਾ ਥਾਂ ਕੋ ਨਾ ਹੈ। ਨਾ ਜੇ ਸੰਤ ਭਾਵੇ ਤਾਂ ਉਹ ਵੀ ਗੱਤਾ, ਸੰਤ ਭਾਵੇ ਤਾਂ ਉਹ ਵੀ ਗੱਤਾ। ਭਾਈ ਸੰਤ ਉਹਦੀ ਬਾਂਹ ਫੜ ਲਵੇ ਕਿਸੇ ਤਰੀਕੇ ਨਾਲ, ਉਹ ਜਾਗ ਪਵੇ, ਆਪ ਆਪਣੀ ਭੁੱਲ ਲਵੇ ਬਖਸ਼ਾ, ਸੰਤ ਦੀ ਆ ਜਾਵੇ ਛੜਨ। ਉਹ ਫੇਰ ਹੀ ਰਾਹ ਦੇ ਵਿੱਚ ਕਿਤੇ ਆ ਰਾਹ ਚ ਸੰਤ ਡਿੱਗਦੇ ਦੀ ਬਾਂਹ ਫੜ ਲਵੇ, ਪਰਨਾ ਨਰਕ ਚਲੇ ਜਾਂਦਾ, ਥੱਲੇ ਜਾ ਡਿੱਗਦਾ ਸਭ ਤੋਂ ਥੱਲੇ ਦੀਆਂ ਜੂਨਾਂ ਚ। ਠੀਕ ਹੈ ਜੀ। ਇੱਕ ਹੋਰ ਮੈਂ ਪੰਕਤੀ ਪੜਾਂਗਾ, ਸੋਰਠ ਰਾਗ ਚੋਂ ਹੈਗੀ। ਕਿਰਪਾ ਕਰੇ ਜਿਸ ਪ੍ਰਾਣਪਤ ਦਾਤਾ, ਸੋਈ ਸੰਤ ਗੁਣ ਗਾਵੇ। ਉਹ ਹੁਣ ਜੇ ਪਰਮੇਸ਼ਰ ਕਿਰਪਾ ਕਰੇ ਪ੍ਰਾਣਪਤੀ ਦਾਤਾ, ਸੋ ਉਹ ਸੰਤ ਹੈ ਜੇ ਤੇ ਕਿਰਪਾ ਹੋ ਜਵੇ। ਹੁਣ ਕਿਰਪਾ ਹਾਸਲ ਪਹਿਲਾਂ ਕਰਨੀ ਹੈ ਪ੍ਰਾਣਪਤੀ ਦਾਤੇ ਦੀ, ਫੇਰ ਸੰਤ ਹੋਊ, ਫੇਰ ਕਿਤੇ ਗੁਣ ਗਾਊ। ਇੱਥੇ ਤਾਂ ਕੱਪੜੇ ਸੰਭਾਲੇ ਚੋਲਾ ਪਾ ਲਿਆ, ਚੱਲ ਸੰਤ ਬਣ ਗਿਆ। ਠੀਕ ਹੈ। ਇਹ ਤਾਂ ਕਿਤੇ ਵੀ ਨਹੀਂ ਲਿਖਿਆ ਵੀ ਭੇਖ ਧਾਰਨ ਕਰਕੇ ਸੰਤ ਬਣ ਜਾਂਦਾ ਸਿਰਫ। ਹਾਂ, ਅਗਲੀ ਲਾਈਨ ਹੈ ਜੀ, ਪ੍ਰੇਮ ਭਗਤੀ ਤਾਂ ਕਾ ਮਨ ਲੀਣਾ, ਪਾਰ ਬ੍ਰਹਮ ਮਨ ਭਾਵੈ। ਦੇਖੋ ਜੇ ਪ੍ਰੇਮਾ ਭਗਤੀ ਹੈ ਗੁਰਬਾਣੀ ਜੀ ਜਿਹੜਾ ਲੀਨ ਹੋ ਗਿਆ ਬਿਲਕੁਲ, ਜਿਹਦਾ ਜੀਵਨ ਗੁਰਬਾਣੀ ਦੇ ਅਨੁਸਾਰ ਹੋ ਗਿਆ, ਜਿਹੜਾ ਪੂਰਾ ਗੁਰ ਕੇ ਭਾਣੇ ਚ ਖਚਿਤ ਹੋ ਗਿਆ, ਉਹ ਸੰਤ ਹੈ। ਉਹਦਾ ਮਨ ਸ਼ਾਂਤ, ਜੇ ਮਨ ਸ਼ਾਂਤ ਹੋ ਗਿਆ ਤਾਂ ਸੰਤ ਹੈ। ਤਾਂ ਸੰਤ ਦੇ ਪਾਲੇ ਸ੍ਰੀ ਅੱਖਾਂ ਨੂੰ ਦੇਖਣ ਵਾਲੀ ਚੀਜ਼ ਤਾਂ ਸੰਤ ਹੈ ਉਹਦੀ। ਹਾਂਜੀ, ਠੀਕ ਹੈ ਜੀ। ਅੱਖਾਂ ਨੂੰ ਦੇਖਣ, ਸੰਤ ਜਿਹਨੂੰ ਕਹਿੰਦੇ ਨੇ ਅੱਖਾਂ ਨੂੰ ਦੇਖਣ ਵਾਲੀ ਚੀਜ਼ ਨਹੀਂ ਹੈ ਕੋਈ। ਹਾਂਜੀ, ਉਹ ਇੱਕ ਅਵਸਥਾ ਹੈ, ਮਨ ਦੀ ਅਵਸਥਾ ਦਾ ਨਾਮ ਸੰਤ ਹੈ। ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ। ਜਿਹੜਾ ਸੰਤ ਕਾ ਨਿੰਦਕ ਹੈ ਉਹ ਅਤਤਾਈ ਹੈ। ਅਤਤਾਈ ਅੱਤਵਾਦੀ ਹੈ, ਉਹ ਅੱਤਵਾਦੀ। ਅਸਲ ਦੇ ਵਿੱਚ ਸੰਤ ਕਾ ਨਿੰਦਕੀ ਅੱਤਵਾਦੀ ਹੈ। ਆ ਜਿਹੜੇ ਅਸੀਂ ਅੱਤਵਾਦੀ ਜਿਹਨਾਂ ਨੂੰ ਕਹਿੰਦੇ ਆ, ਇਹ ਕੀ ਕਰਨਗੇ ਜਦ ਆਦਮੀ ਦਾ ਬਾਹਰਲਾ ਜੀਵਨ ਸਮਾਪਤ ਕਰ ਦੇਣ, ਉਹ ਹੋ ਹੀ ਨਹੀਂ ਸਕਦਾ। ਉਹ ਕਹਿੰਦੇ ਲੋਕ ਮਾਰਤੇ ਉਹਨਾਂ ਨੇ, ਉਹ ਨਹੀਂ ਮਾਰ ਸਕਦੇ। ਉਹ ਤਾਂ ਪਰਮੇਸ਼ਰ ਦੇ ਬਿਨਾਂ ਮਰਦਾ ਹੀ ਨਹੀਂ ਕੋਈ ਆਦਮੀ। ਸਰੀਰਕ ਜੀਵ ਕਿਸੇ ਦਾ ਨਾ ਕੋਈ ਖਤਮ ਕਰ ਸਕਦਾ, ਨਾ ਕੋਈ ਇਹਨੂੰ ਦੇ ਸਕਦਾ। ਉਹ ਤਾਂ ਜੰਮਣ ਮਰਨਾ ਹੁਕਮ ਨਾਲ ਹੈ। ਆ ਜਿਹੜੀ ਸਿੱਖਿਆ ਨਾਲ ਜਿਹਦਾ ਹੈ ਨਾ ਬਹੁਤ ਲੈਵਲ ਨਸ਼ਟ ਕਰਨਾ, ਇਹ ਆਦਮੀ ਕਰ ਸਕਦਾ ਹੈ। ਇਹ ਗੁਰਬਾਣੀ ਚ ਮੰਨਿਆ ਹੋਇਆ, ਹਿਰਨਾ ਬਾਜਾ ਤੇ ਸਿਕਤਾਰਾਂ, ਇਹਨਾਂ ਪੜਿਆ ਨੌ ਹਾਈ ਲੱਗੀ ਜਾਤ ਫਾੜਨ ਨਹੀਂ ਥਾਂ। ਇਹ ਜਿਹੜੇ ਤਾਕਤ ਨੇ ਥੋੜਾ ਜਿਹਾ ਗਿਆਨ ਪੜ੍ਹ ਲੈਂਦੇ ਨੇ, ਲੋਕਾਂ ਨੂੰ ਫਸਾਈ ਜਾਂਦੇ ਨੇ, ਜਦ ਦੇ ਜਾਲ ਚ ਫਸਾਈ ਜਾਂਦੇ ਨੇ, ਉੱਠਾ ਗਿਆਨ ਕਰਾਈ ਜਾਂਦੇ ਨੇ। ਜਾਓ ਇਹਦੇ ਨਾਲ ਹੋ ਜੂ, ਐ ਹੋ ਜੂ। ਜੋ ਇਹਨਾਂ ਦੇ ਬਿਆਨ ਨੇ ਗੁਰਮਤਿ ਖਿਲਾਫ ਨੇ, ਠੀਕ ਹੈ, ਉਹਦੇ ਜਾਲ ਚ ਫਸਾਉਂਦੇ ਨੇ। ਪੁੱਤ ਦੇ ਦਿੱਤੇ, ਉਹ ਦੇ ਦਿੱਤਾ, ਤੇਰਾ ਕਾਰੋਬਾਰ ਠੀਕ ਹੋ ਜੂ। ਇਹ ਤਾਂ ਮਾਇਆ ਚ ਫਸਾਉਣ ਵਾਲੀ ਗੱਲ ਹੈ। ਇਹ ਜੰਮਦੇ ਜਾਲ ਚ ਫਸਾਉਣ ਵਾਲੀ ਗੱਲ ਹੈ। ਠੀਕ ਹੈ, ਗੁਰਬਾਣੀ ਤੋਂ ਉਲਟਾ ਸਭ ਕੁਝ ਹੈ ਜੋ ਕੁਝ ਕਰ ਰਹੇ ਹੋ। ਇਹ ਅਤਤਾਈ ਹੈ, ਅੱਤਵਾਦ ਇਹ ਹੈ। ਅੱਤਵਾਦ ਕਹਿੰਦੇ ਨੇ ਇਹਨੂੰ। ਲੋਕਾਂ ਨੂੰ ਅਗਿਆਨਤਾ ਦੇ ਰਾਹ ਪਾਉਣਾ ਧਾਰਮਿਕ ਅੱਤਵਾਦ ਹੈ। ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇਹ ਅੱਤਵਾਦੀ ਨੇ, ਅਤਤਾਈ ਨੇ।
ਸਾਰੀ ਜਿਹੜੀ ਆ ਸੰਸਾਰ ਹੈ ਨਾ, ਇਤਨੀ ਹੁਕੂਮਤ ਲੋਕਲ, ਇਹਨਾਂ ਦੀ ਨਿਗਾਹ 'ਚ ਮੁਲਜ਼ਮ ਨਹੀਂ ਹੈ। ਹਾਂ, ਇਹ ਨਹੀਂ ਮੁਲਜ਼ਮ, ਇਹ ਤਾਂ ਵੋਟਾਂ ਨੇ। ਇਹ ਸਰਕਾਰਾਂ ਨੂੰ ਕੀ ਮਤਲਬ ਹੈ ਲੋਕ ਫਸਦੇ ਨੇ? ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਲੋਕ ਫਸਦੇ ਨੇ ਜਾਂ ਨਹੀਂ ਫਸਦੇ। ਇਹ ਤਾਂ ਕਹਿੰਦੇ ਨੇ ਇਹਨਾਂ ਨੂੰ ਫਸਾ ਕੇ ਰੱਖੋ ਵੋਟਾਂ, ਬਸ। ਇਹ ਤਾਂ ਫਸਾ ਕੇ ਰੱਖਣ ਵਾਲਿਆਂ ਨੂੰ ਸਮਾਂ ਮਹਾਂਪੁਰਸ਼ ਕਹਿੰਦੇ ਨੇ। ਆਹੋ, ਵੀ ਲੋਕਾਂ ਨੂੰ ਭੁਜਾਲ ਜੂ ਕੇ ਰੱਖੋ, ਧਰਮ ਮਾਇਆ 'ਚ ਫਸਾ ਕੇ ਰੱਖੋ। ਸੰਸਾਰੀ ਹੁਕੂਮਤ ਤਾਂ ਇਹ ਚਾਹੁੰਦੀ ਹੁੰਦੀ ਹੈ। ਜਦ ਗਿਆਨ ਆਉਂਦਾ ਸੰਸਾਰੀ ਹੁਕੂਮਤ ਨੂੰ, ਜਾਂ ਨੈਤਿਕਤਾ ਦਾ ਦਵਾੜਾ ਨਿਕਲ ਜਾਂਦਾ, ਫਿਰ ਵੀ ਕਿਉਂ ਨਿਕਲ ਗਿਆ? ਨੈਤਿਕਤਾ ਵੀ ਚਾਹੀਦੀ ਹੈ। ਜਿਵੇਂ ਹੋਇਆ ਨੈਤਿਕਤਾ ਚਾਹੀਦੀ ਹੈ, ਨੈਤਿਕਤਾ ਕਿੱਥੋਂ ਆਊਗੀ? ਉਹ ਸਾਰੇ ਅੱਤਤਾਈ ਤਾਂ ਤੁਹਾਡੇ ਹੱਥ ਬਣਾਏ ਹੋਏ ਨੇ, ਵੀ ਜਦ ਸੁੱਤੇ ਪਏ ਤੇ ਨੈਤਿਕਤਾ ਧਰਮ ਚੋਂ ਹੀ ਲਾਉਣੀ ਸੀ। ਉਹ ਤਾਂ ਤੁਸੀਂ ਭ੍ਰਿਸ਼ਟਾਚਾਰ ਨਸ਼ਟ ਕਰਤਾ। ਸਰਕਾਰਾਂ ਧਰਮ ਨੂੰ ਨਸ਼ਟ ਕਰਦੀਆਂ ਹੁੰਦੀਆਂ ਨੇ, ਸਰਕਾਰ ਨੇ ਧਰਮ ਨਸ਼ਟ ਕਰਤਾ। ਆਜ਼ਾਦੀ ਤੋਂ ਪਹਿਲਾਂ ਹੀ ਧਰਮ ਤੋਂ ਖਿਲਾਫ ਬੋਲਣ ਲੱਗੇ ਨੇ, ਜਵਾਹਰ ਲਾਲ ਨਹਿਰੂ ਤੋਂ ਲੈ ਕੇ ਸਾਰੇ ਧਰਮ ਨਿਰਪੇਖ ਲਫ਼ਜ਼ ਘੜ ਲਿਆ, ਪਤਾ ਨਹੀਂ ਕਿੱਥੋਂ ਘੜ ਲਿਆ। ਤੁਸੀਂ ਧਰਮ ਦਾ ਉਡਾਣਾ ਨਹੀਂ ਜਾਣਦੇ, ਧਰਮ ਦੇ ਵਿੱਚ ਤੁਸੀਂ ਨਿਰਪੇਖ ਲਫ਼ਜ਼ ਬਾੜਤਾ ਲਿਆ ਕੇ ਪੜਤਾ। ਧਰਮ ਦੇ ਪੱਖ ਹੈ, ਧਰਮ ਪੱਖਪਾਤ ਵਾਸਤੇ ਕੋਈ ਜਗ੍ਹਾ ਹੀ ਹੈ ਨਹੀਂ। ਧਰਮ ਨਾਲ ਨਿਰਪੇਖ ਲਫ਼ਜ਼ ਨਹੀਂ ਕਰ ਸਕਦਾ, ਦੂਰ ਖਾਂਦਰ ਆਇਆ ਹੈ। ਧਰਮ ਹੋਵੇ, ਪੱਖਪਾਤ ਹੋਵੇ, ਕਿਵੇਂ ਉਹਦੇ ਨਾਲ ਪੱਖਪਾਤ ਲੱਗੇ ਨਹੀਂ ਸਕਦੀ। ਧਰਮ ਕਾਹਦਾ? ਅਸਲ ਜਿਹਨਾਂ ਲੋਕਾਂ ਨੂੰ ਧਰਮ ਦਾ ਗਿਆਨ ਹੈ ਜੀ। ਜੇ ਧਰਮ ਦਾ ਗਿਆਨ ਹੁੰਦਾ, ਧਰਮ ਨਿਰਪੇਖ ਲਫ਼ਜ਼ ਜਾ ਸਕਦਾ। ਵਿਦਵਾਨਾਂ ਨੂੰ ਕੀ ਪਤਾ ਧਰਮ ਕੀ ਹੁੰਦਾ? ਵਿਦਵਾਨਾਂ ਦੇ ਲਫ਼ਜ਼, ਵਿਦਵਾਨਾਂ ਦਾ ਧਰਮ ਦਾ ਗਿਆਨ ਨਹੀਂ। ਵਿਦਵਾਨਾਂ ਨੇ ਉੱਥੇ ਫਸਾ ਤੇ ਲਿਆ ਜਿੱਥੇ ਹੁਣ ਨੈਤਿਕਤਾ ਖਤਮ ਹੋ ਗਈ। ਵਿਦਵਾਨਾਂ ਚ ਨੈਤਿਕਤਾ ਹੁੰਦੀ ਹੋਈ ਨਹੀਂ। ਨੈਤਿਕਤਾ ਵਿਦਵਾਨ ਦਾ ਮਤਲਬ ਹੈ ਜੀ ਕੋਈ। ਵਿਦਵਾਨ ਦਾ ਪੰਡਤ ਹੈ, ਪੰਡਤ ਦਾ ਨੈਤਿਕਤਾ ਦਾ ਵਿਰੋਧੀ ਹੈ। ਨੈਤਿਕਤਾ ਦਾ ਕਹਾਣੇ ਪੰਡਤ ਨੇ ਕੀਤਾ, ਵਿਦਵਾਨ ਨੇ ਕੀਤਾ। ਉਹ ਨੈਤਿਕਤਾ ਚਾਹੀਦੀ ਹੈ। ਹਾਂਜੀ ਹਾਂਜੀ, ਇਹ ਆਤਤਾਈ ਹੈ ਧਰਮ। ਸੰਤ ਕਾ ਨਿੰਦਾ ਪਾਈ। ਬਸ ਜਿਹੜਾ ਸੰਤ ਕਾ ਨਿੰਦਾ ਹੈ ਉਹ ਇੱਕ ਛਿਨਵਰੀ। ਅੱਜ ਡਿਪਰੈਸ਼ਨ ਲੋਕਾਂ ਨੂੰ ਕਿਉਂ ਹੈ? ਵਿਦਿਆ ਜਿੰਨੀ ਵਧ ਗਈ ਡਿਪਰੈਸ਼ਨ ਵਧ ਗਿਆ, ਮਾਇਆ ਜਿੰਨੀ ਵਧ ਗਈ ਡਿਪਰੈਸ਼ਨ ਵਧ ਗਿਆ। ਬੇਚੈਨੀ ਕਿਉਂ ਹੈ ਲੋਕਾਂ ਨੂੰ? ਯੋਗਾ ਕਿਉਂ ਨੇ ਕਰਦੇ ਨੇ? ਇਹਦੇ ਨਾਲ ਡਿਪਰੈਸ਼ਨ ਹਟ ਜੂ, ਕਿਤੇ ਨਹੀਂ ਹਟਣਾ ਇਹਦੇ ਨਾਲ। ਅਸ਼ਾਂਤੀ ਕਿਉਂ ਹੈ ਸਾਰਿਆਂ ਦੇ ਅੰਦਰ? ਹਾਂ, ਅਤਤਾਈ ਆਪਣੀ ਅੰਤਰਾਤਮਾ ਸਾਰਿਆਂ ਨੇ ਵਿਸਾਰੀ ਹੋਈ ਹੈ। ਹਾਂ, ਪੀਸ ਆਫ ਮਾਈਂਡ ਕਿਸੇ ਕੋਲ ਨਹੀਂ ਹੈ। ਐਸਾ ਤਾਂ ਪੀਸ ਆਫ ਮਾਈਂਡ ਨੂੰ ਡਿਸਟਰਬ ਕਰਦੀ ਹੈ ਮਾਇਆ। ਪੀਸ ਆਫ ਮਾਈਂਡ ਨੂੰ ਕਰਤਾ ਡਿਸਟਰਬ। ਪ੍ਰੈਕਟੀਕਲ ਜੋ ਪਤਾ ਲੱਗਦਾ ਇਹਨਾਂ ਲੋਕਾਂ ਨੂੰ ਵੀ ਇਹ ਹੋ ਗਿਆ। ਠੀਕ ਹੈ ਜੀ। ਇਹ ਤੇ ਅਗਲਾ ਸਟੈਪ ਕੀ ਹੈ? ਅਗਲਾ ਸਟੈਪ ਮੌਤ ਸਾਰਿਆਂ ਦੀ। ਅਗਲਾ ਸਟੈਪ ਮੌਤ ਹੈ, ਹੋਰ ਕੁਛ ਨਹੀਂ ਹੈ। ਹਾਂਜੀ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ। ਸੰਤ ਕਾ ਨਿੰਦਕ ਹੈ ਕਿ ਛਿਣ, ਜਿੰਨਾ ਚਿਰ ਵੀ ਉਹਦਾ ਮਨ ਨਹੀਂ ਟਿਕਦਾ, ਕਲਪਦਾ ਰਹਿੰਦਾ ਹੈ, ਕਲਪਦਾ। ਕਾਗਜ਼ ਮਤਲਬ ਹੈ ਸੰਤ ਕਾ ਨਿਭਾਜ ਹੈ। ਬਿਲਕੁਲ ਹਾਂਜੀ। संत का निंदक महा हथियारा, संत का निंदक परमेश्वर मार। कोई महा हथियारा
ਉਹ ਕਰੋੜਾਂ ਆਦਮੀਆਂ ਦਾ ਜੀਵਨ ਖਤਮ ਕਰ ਦੇਣਾ ਉਹਨੇ, ਜੰਮਦੇ ਜਾਲ ਚ ਫਸਾ ਦੇਣਾ। ਮਨੁੱਖਾ ਜਨਮ ਖਤਮ ਕਰਤਾ। ਸੰਤ ਦਾ ਮਤਲਬ ਨਾ ਮਨੁੱਖਾ ਜਨਮ ਇੱਕ ਪੌੜੀ ਰਹਿੰਦੀ ਹੈ, ਇਹਨਾਂ ਨੂੰ ਘਰ ਵਾੜੇ ਆਪਣੇ ਉਪਦੇਸ਼ ਕਰਕੇ। ਆ ਜਿਹੜੀ ਇੱਕ ਪੌੜੀ ਰਹਿੰਦੀ ਹੈ ਇਹਦਾ ਉਪਦੇਸ਼ ਦਵੇ ਵੀ ਕਿਵੇਂ ਚੜੀ ਜਾਊਗੀ, ਇਹ ਐਂਟਰੀ ਕਿਵੇਂ ਹੈ ਤੁਹਾਡੀ ਘਰ। ਤੁਸੀਂ ਇਹ ਤੋਂ ਇਹਨਾਂ ਨੂੰ ਇਹ ਪੌੜੀ ਤੋਂ ਸਲਾਈਡ ਕਰਕੇ ਨਰਕ ਨੂੰ ਲੈ ਕੇ ਜਾਂਦੇ ਹੋ, ਦਿਲ ਤੇ ਥੱਲੇ ਲਿਜਾ ਕੇ। ਤੁਸੀਂ ਐਸਾ ਉਪਦੇਸ਼ ਦਿੰਦੇ ਹੋ ਜਿਹੜਾ ਉਹ ਨਰਕ ਨੂੰ ਜਾਣ। ਉਹ ਕੂੜ ਦੇ ਪ੍ਰਚਾਰ ਨੇ, ਪੂਰਾਂ ਦੇ ਪੂਰ ਡੋਬਤੇ, ਕੂੜ ਡੋਬੇ ਪੂਰ। ਐਸਾ ਕੂੜ ਬੋਲਿਆ ਪੂਰਾਂ ਦੇ ਪੂਰ। ਇੰਨੇ ਸੰਤ ਨੇ, ਇੰਨਾ ਡਿਪਰੈਸ਼ਨ ਕਿਉਂ ਹੈ? ਇੰਨੇ ਸੰਤ ਨੇ, ਇੰਨੇ ਫਰੌਡ ਨੇ ਦੁਨੀਆ ਦੇ ਵਿੱਚ ਕਿਉਂ ਨੇ? ਸੰਤ ਆਪੇ ਫਰੌਡੀ ਨੇ, ਆਪੇ ਫਰੌਡੀ ਨੇ, ਆਪੇ ਮਾਇਆਧਾਰੀ ਨੇ। ਜੀ ਪਬਲਿਕ ਹੋ ਜੇ ਸੰਤ ਨੇ। ਔਰ ਸੰਤ ਦੇ ਸਿਰ ਤੇ ਹੁੰਦਾ ਦੁਨੀਆ ਦੀ ਨੈਤਿਕਤਾ। ਧਾਰਮਿਕ ਬੰਦਿਆਂ ਦੇ ਉੱਤੇ ਹੁੰਦਾ ਦੁਨੀਆ ਦਾ ਬੰਨ। ਇਹ ਦੁਨੀਆ ਦੇ ਬੰਨ ਨੇ। ਜੇ ਦੁਨੀਆ ਦਾ ਜੇ ਬੰਨ ਖੁੱਲ ਗਿਆ ਤੀਲਾ ਤੀਲਾ ਹੋ ਜਾਂਦਾ। ਹਾਂਜੀ, ਸਾਰੇ ਅਸ਼ਾਂਤੀ ਹੈ, ਸਾਰੇ ਅਸ਼ਾਂਤੀ। ਅਸ਼ਾਂਤੀ ਦਾ ਮਤਲਬ ਹੈ ਸੰਤ ਨਹੀਂ ਕੋਈ ਹੈ, ਸੰਤ ਦੇ ਭੇਸ ਚ ਅਸੰਤ ਲੋਕ ਆਏ ਹੋਏ ਨੇ। ਠੀਕ ਹੈ। ਸੰਤਾਂ ਦੇ ਭੇਸ ਤੇ ਅਸੰਤਾਂ ਨੇ ਕਬਜ਼ਾ ਕਰ ਲਿਆ। ਜ਼ਿਆਦਾ ਸੰਤ ਹੋ ਗਏ, ਜ਼ਿਆਦਾ ਸੰਤ ਤਾਂ ਕੋਈ ਵਿਰਲਾ ਹੁੰਦਾ। ਉਹ ਵੀ ਆਪਾਂ ਕਰਾਂਗੇ। ਇੰਨੇ ਸੰਤ ਕਿੱਥੋਂ ਆ ਗਏ? ਬਿਰਲਿਆਂ ਦੀ ਆਵਾਜ਼ ਤਾਂ ਦਬ ਕੇ ਰਹਿ ਗਈ। ਸੰਤਾਂ ਨੇ ਹਾਈਜੈਕ ਕਰ ਲਈ, ਸੰਤ ਬਣਾ ਹਾਈਜੈਕ ਹੋ ਗਿਆ। ਉਧਰ ਗੁਰਮੁਖਾਂ ਦਾ ਜਿਹੜਾ ਸੀਗਾ ਗੁਰਦੁਆਰਿਆਂ ਦੇ ਵਿੱਚ, ਗੁਰਮੁਖਾਂ ਦਾ ਜਿਹੜਾ ਡਿਊਟੀ ਸੀ ਉਹ ਮਨਮੁਖਾਂ ਨੇ ਸਾਂਭ ਲਈ। ਸੰਤਾਂ ਦੀ ਡਿਊਟੀ ਹੈ, ਸੰਤਾਂ ਨੇ ਸਾਂਭ ਲਈ। ਸੰਤ ਚੁੱਪ ਕਰਕੇ ਉਹ ਕਹਿੰਦੇ ਨੇ ਠੀਕ ਹੈ, ਜੋ ਕਰਦਾ ਪਰਮੇਸ਼ਰ ਠੀਕ ਹੈ ਕਰਦਾ। ਦੇਖੋ ਅੱਗੇ ਕੀ ਬਣਦਾ। ਉਹ ਕਹਿੰਦੇ ਨੇ ਇਹਦਾ ਰਿਜ਼ਲਟ ਜੋ ਨਿਕਲੂ ਆਪਾਂ ਨੇ ਕੀ ਲੈਣਾ। ਠੀਕ ਹੈ। ਉਹ ਚੁੱਪ ਕਰਦੇ ਜਾਣ ਕੇ। ਹਾਂਜੀ, ਅੱਗੇ ਮੌਤ ਹੈ, ਹੋਰ ਕੁਝ ਨਹੀਂ ਹੈ ਸਭ ਦੇ ਬਾਅਦ। ਹਾਂਜੀ, संत का निंदक महा हत्यारा, संत का निंदक परमेश्वर मारा। संत का निंदक परमेश्वर मारा। संत ਦੇ ਨਿੰਦੇ ਤਾਂ ਪਰਮੇਸ਼ਰ ਦੀ ਮਾਰ ਹੈ। ਉਹਦਾ ਆਪਣਾ ਜੀਵਨ ਕਿਹੜਾ ਬਚੂ? ਉਹ ਲੋਕਾਂ ਨਾਲ ਹੇਰਾ ਫੇਰੀ ਕਰਦਾ, ਉਹਦੇ ਤੇ ਪਰਮੇਸ਼ਰ ਦੀ ਮਾਰ ਪੈ ਜਾਣੀ। ਜੇ ਹਥਿਆਰਾ ਹੈ, ਜੇ ਜੀਵਨ ਖਰਾਬ ਕੀਤੇ ਨੇ ਉਹਨੇ, ਪੂਰਾਂ ਦੇ ਪੂਰ ਡੋਬੇ ਨੇ, ਤਾਂ ਭੇਸ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਅੰਤਕਾਲ ਕਾਟੀ ਕੱਢਿਓ ਬਾਸ ਨਰਕ ਮੁਲੀਨ। ਉਹਨੂੰ ਨਰਕ ਜ਼ਰੂਰ ਮਿਲੂਗਾ। ਉਹਨੂੰ ਨਰਕ ਜ਼ਰੂਰ ਮਿਲੂ। ਸਾਨੂੰ ਤਾਂ ਦੋਆਂ ਨੂੰ ਤਾਂ ਇਹ ਕਹਿਣ ਨੂੰ ਥਾਂ ਵੀ ਸਾਨੂੰ ਤਾਂ ਉਪਦੇਸ਼ ਕਰ ਦਿੱਤਾ। ਤੁਸੀਂ ਕੀ ਕਹੋਗੇ? ਸੰਤ ਕੀ ਕਹਿਣਗੇ ਤਾਂ ਜਾ ਕੇ? ਪਬਲਿਕ ਤਾਂ ਕਹਿ ਦੂ ਮਾਰਾ ਜਿਹੜੀ ਕਮਾਈ ਕਰਦੇ ਰਹੇ ਹਾਂ, ਉਹ ਜੋ ਦਸਵੰਧ ਵੀ ਦੇ ਰਹੇ ਸੇਵਾ, ਸਾਨੂੰ ਤਾਂ ਉਲਟ ਉਪਦੇਸ਼ ਦਿੱਤਾ। ਸਾਨੂੰ ਜੋ ਕਹਿਣ ਲਾ ਕਹਿਤਾ ਅਸੀਂ ਕਰ ਲਿਆ। ਸਾਰਿਆਂ ਦਾ ਹਿਸਾਬ ਕਿਤਾਬ ਸੰਤ ਤੋਂ ਨਿਬੇੜਾ ਲਿਆ ਜਾਊਗਾ। ਹਾਂ, हाँ जी। संत का निंदक राज ते हीन, संत का निंदक दुखिया दीन। ਸੰਤ ਦਾ ਨਿੰਦਕ ਆ ਜਿਹੜਾ ਰਾਜ ਤੇ ਹੀਨ ਰਾਜ ਨੂੰ ਦੁਖੀਆ ਔਰ ਦੀਨ ਰਹੂਗਾ। ਹਾਂ, दीन का मतलब कंगाल। ਹਾਂ, ਦੁਖੀਆ ਔਰ ਦੀਨ ਦਾ ਮਤਲਬ ਹੈ ਨਾਮ ਤੋਂ ਸਖਣਾ ਰਹੂਗਾ, ਰੁਪਈਏ ਨਾਲ ਦੀਨ ਨਹੀਂ ਹੈ। हाँ जी, हाँ जी, ये तो क्योंकि अंदर की गल है सर। हाँ, ਉਹੀ ਰਾਜ ਅਬਨਾਸੀ ਰਾਜ ਨਹੀਂ ਮਿਲੂਗਾ। ਅਬਨਾਸੀ ਰਾਜ ਤੋਂ ਸਖਣਾ ਔਰ ਨਾਮ ਤੋਂ ਸਖਣਾ ਰਹੂਗਾ। ਠੀਕ ਹੈ ਜੀ। ਸੰਸਾਰ ਰਾਜ ਤਾਂ ਰਾਜੇ ਦੀ ਹੈ, ਇਹ ਕਿਹੜਾ ਕਿਸੇ ਦੀ ਕੋਈ ਬੰਦਾ ਹੈ ਹਕੂਮਤ। ਹਾਂ,
हाँ जी, संत के निंदक को सर्व रोग, संत के निंदक को सदा वियोग। संत के निंदक को सर्व रोग, सारे रोग है संत के निंदक, और संत के निंदक को सदा वियोग से रहना, हर वक्त वियोग से रहना। अंतरात्मा ਨਾਲ जुड़िया ही नहीं रहना, हो किसी नाल भी नहीं जुड़िया होया हो, सदा ही वियोग च रहंदा है, सदा ही चिंता च रहंदा है। हाँ जी, संत की निंदा दोख में दोख, नानक संत भावे ता उसका भी होए मोख। संत निंदा तो दोख में दोख है, पहला दुखी है, पहला दुखी करके जन्म लिया होया है, ठीक है, सुखा च और वाधा कर रही है संत की निंदा, सुखा च वाधा ही कर रही है, दोख में दोख है मिल रहा, और की हो रहा है। ठीक है। नानक संत भावे ता उसका भी होए मोख। संत भावे तो ਉਹਦਾ भी मोख हो सकता है, ਜਿਹੜਾ दोख में दोख है, और संत की इच्छा ते है, संत की इच्छा है ਉਹਦੇ ਨਾਲ ਉਹਦਾ ਅਨੁਸਾਰੀ ਹੋ ਜਾ। ਜੇ ਤੂੰ ਮੁਕਤੀ ਚਾਹੁੰਦਾ ਤਾਂ ਸੰਤ ਦੇ ਛੱਡ ਚਲਾ ਜਾ, ਕੋਈ ਛੱਡ ਜਾਏ ਬਿਨਾ ਮੁਕਤੀ ਨਹੀਂ ਹੈ। ਠੀਕ ਹੈ ਜੀ, ਆਪਾਂ ਹੁਣ ਇੱਥੇ ਤੀਸਰੇ ਪਦ ਦੀ ਹੈਗੀ ਹੈ ਸਮਾਪਤੀ। ਆਪਾਂ ਇੱਕ ਹੋਰ ਪੰਕਤੀਆਂ ਦੋ ਲੈਣੇ ਆ ਜੀ। ਹਰ ਕਾ ਸੰਤ ਸਤਗੁਰ ਸਤਪੁਰਖਾ, ਜੋ ਬੋਲੇ ਹਰ ਹਰ ਬਾਣੀ, ਜੋ ਜੋ ਕਹੈ ਸੁਣੇ ਸੋ ਮੁਕਤਾ, ਹਮ ਤਿਸਕੇ ਸਦ ਕੁਰਬਾਨੀ। ਇਹ ਧਨਾਸਰੀ ਮਹਲਾ ਚੌਥਾ ਹੈ ਜੀ। ਹੁਣ ਜਿਹੜਾ ਸਤਪੁਰਖ ਹੈ ਉਹੀ ਸੰਤ ਹੈ। ਹਾਂਜੀ, सतपुरुष ही संत है आप। संत सतपुरुष ठीक है, जो बोल रहे हर हर बाणी बाणी बाणी, ने गुरबाणी उच्चारण की है। जो सत अंदरला सतगुर है वही संत है, वही सतपुरुष है। जिन्होंने गुरबाणी उच्चारण की है ना, उन्होंने ਉਹਨਾਂ ਦੇ ਅੰਦਰ ਸੰਤ ਦਾ ਸੰਤ ਹੈ, ਉਹਨਾਂ ਦੇ ਅੰਦਰ ਉਹ ਸੰਤ ਨਾਲ ਜੁੜ ਕੇ ਗੁਰਬਾਣੀ, ਸੰਤ ਜਨਾ ਮਿਲ ਹਰ ਜਸ ਗਾਇਓ। ਸੰਤ ਨੇ ਅੰਦਰਲੇ ਨੇ ਬਾਹਰਲਾ ਹੋਇਆ ਜਨ, ਜਿਹੜਾ ਮਨ ਸੀ ਉਹ ਹੋ ਗਿਆ ਜਨ, ਔਰ ਅੰਦਰਲਾ ਸੰਤ, ਦੋਹਾਂ ਨੇ ਮਿਲ ਕੇ ਬਾਣੀ ਗਾਈ। ਜਨਾ ਬਹੁ ਵਚਨ ਹੈ, ਜਿੰਨੇ ਭਗਤ ਨੇ ਉਹ ਜਨ ਬਣ ਗਏ, ਅੰਦਰਲਾ ਸੰਤ ਮਿਲ ਕੇ ਉਹਦੇ ਨਾਲ ਗੁਰਬਾਣੀ ਚਾਲੂ ਕੀਤੀ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। 16 ਜਨਮਾਂ ਦੇ ਦੁੱਖ ਜਿਹੜੇ ਨੇ ਗਵਾਲੇ, ਸੱਚ ਜੀਵਨ ਹੋ ਗਿਆ, ਮੁਕਤ ਹੋ ਗਏ। ਠੀਕ ਹੈ, ਹਾਂਜੀ। ਜਿੱਥੇ ਵੀ ਆਉਗੀ ਸੰਤ ਦਾ ਅਰਥ, ਸਾਡਾ ਜਿਹੜਾ ਮੂਲ ਹੈ ਉਹ। ਠੀਕ ਹੈ, ਜਿਹਨੂੰ ਕਿਹਾ ਮਨ ਤੂੰ ਜੋਤ ਸਰੂਪ ਆਪਣਾ ਮੂਲ ਪਛਾਣ, ਜਦ ਇਹ ਮੂਲ ਪਛਾਣ ਲੈਂਦਾ ਇਹ ਫਿਰ ਮਨ ਹੀ ਰਹਿੰਦਾ, ਫਿਰ ਇਹਦਾ ਨਾਮ ਜਨ ਹੈ। ਠੀਕ ਹੈ, ਸੰਬੋਧਨ ਮਨ ਨੂੰ ਕੀਤਾ, ਮੂਲ ਪਛਾਣਨ ਦੇ ਬਾਅਦ ਇਹੀ ਜਨ ਬਣ ਜਾਂਦਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਦ ਮੂਲ ਪਛਾਣ ਲਿਆ ਫਿਰ ਮਨ ਨਹੀਂ ਰਿਹਾ, ਫਿਰ ਜਨ ਹੋ ਗਿਆ ਹੈ ਜਨ। ਠੀਕ ਹੈ ਜੀ, ਪਛਾਣਿਆ ਆਪਣੇ ਅੰਦਰਲੇ ਸੰਤ ਨੂੰ, ਆਪਣੇ ਮੂਲ ਨੂੰ, ਫਿਰ ਉਹਦੇ ਨਾਲ ਮਿਲ ਕੇ ਇਹ ਹਰ ਜਸ ਗਾਇਆ ਜਾਂਦਾ, ਗੁਰਬਾਣੀ ਗਾਈ ਜਾਂਦੀ ਹੈ। ਸੰਤ ਜਨਾਂ ਵਿੱਚ ਹਰ ਜਸ ਗਾਇਓ। ਠੀਕ ਹੈ, ਅੰਦਰਲਾ ਸੰਤ ਹੈ, ਬਾਹਰ ਸੰਤ ਹੁੰਦਾ ਹੀ ਨਹੀਂ। ठीक है। संत का दोखी सदा पवित्र, संत का दोखी किसे का नहीं मित्र। संत का दोखी सदा अपवित्र, जेड़ा संत का दोखी है, संत का विरोध करता है, वो इसे नूं तां रब कहा होया, वसी रब ख्याली है, जेड़ा हिरदे च बसदा वही संत है। ਉਹ ਰੱਬ ਜਿਹੜਾ ਉਹ ਰੱਬ ਇਸ ਨੂੰ ਸੰਤ ਨੂੰ ਕਹਿ ਰੱਬ ਲਫ਼ਜ਼ ਹੈ,
ਆ ਜਿਹੜਾ ਮਨ ਹੈ ਚੰਦ ਹੈ ਉਹ ਸੂਰਜ ਹੈ, ਰੱਬ ਦਾ ਮਤਲਬ ਸੂਰਜ ਹੁੰਦਾ, ਉਹਦੀ ਉਹ ਰੋਸ਼ਨੀ ਹੈ। ਆ ਜਿਹੜਾ ਮਨ ਹੈ ਇਹਦੇ ਚੰਨ ਸਾਹਮਣੇ ਚਾਨਣ ਹੋਏ, ਜਿਹਦੇ ਚਾਨਣ ਸਾਹਮਣੇ ਚਾਨਣ ਹੈ ਉਹ ਹੈ ਸੰਤ। ਜੇ ਉਹਦਾ ਦੁਖੀ ਹੈ, ਉਹਦਾ ਹੀ ਭਲਾ ਨਹੀਂ ਚਾਹੁੰਦਾ, ਉਹਦੇ ਅਨੁਸਾਰ ਨਹੀਂ ਚੱਲਦਾ, ਫਿਰ ਭਾਲਦਾ ਕੀ ਹੈ? ਕਿਹਦੋਂ ਭਾਲਦਾ? ਹੋਰ ਰਹਿ ਕੌਣ ਗਿਆ ਸੰਸਾਰ ਜਿਹਦਾ ਭਲਾ ਕਰਨ ਵਾਲਾ? ਭਲਾ ਕਿੱਥੋਂ ਭਾਲਦਾ ਆਪਣਾ? ਇਹ ਤਾਂ ਆਪਣੇ ਮੂਲ ਨੂੰ ਵੱਢਣ ਲੱਗਿਆ ਹੋਇਆ, ਮੂਲ ਤੋਂ ਹੀ ਸਭ ਕੁਝ ਇਹਨੂੰ ਪ੍ਰਾਪਤ ਹੋਣਾ। ਜੇ ਮੂਲ ਦਾ ਵਿਰੋਧ ਕਰੇ ਉੱਤੇ ਟਾਹਣੀ ਫਿਰ ਸੁੱਕੂਗੇ, ਟਾਹਣੀ ਨੂੰ ਜੋ ਆਪਣੇ ਮੂਲ ਤੋਂ ਹੀ ਹਰੀ ਭਰੀ ਹੋਣਾ ਉਹਨੇ। ਠੀਕ ਹੈ ਜੀ। ਮੂਲ ਦੇ ਵਿਰੋਧ ਚ ਖੜੀ ਹੈ ਤੇ ਫੁੱਲ ਫਲ ਕਿੱਥੋਂ ਭਾਲਦੀ ਹੈ? ਠੀਕ ਹੈ। ਇਸ ਕਰਕੇ ਜਿਹੜਾ ਸੰਤ ਦਾ ਵਿਰੋਧ ਕਰਨਾ, ਸੰਤ ਦੇ ਦੁੱਖ ਵਿਰੋਧ ਚ ਖੜੇ ਰਹਿਣਾ, ਇਹ ਸਦਾ ਅਪਵਿੱਤਰ ਹੈ। ਅਪਵਿੱਤਰਤਾ ਹੈ ਉਹਦੇ ਮਨ ਚ, ਏਦੋਂ ਬੜੀ ਅਪਵਿੱਤਰਤਾ ਔਰ ਕਿੱਥੋਂ ਹੋਣੀ ਹੈ? ਜਿਹੜਾ ਹਰ ਵਕਤ ਜਿਹੜਾ ਮਾਤਾ ਪਿਤਾ ਹੈ ਉਸੇ ਦੇ ਵਿਰੋਧ ਚ ਹੈ, ਹੋਰ ਉਹ ਹੱਕ ਚ ਕਿਹਦੇ ਹੋਊਗਾ? संत का दोखी सदा अपवित्र, संत का दोखी किसे का नहीं मित होर कीदा, ਜਿਹੜਾ मां बाप ਦਾ ਨਹੀਂ ਮਿੱਤ ਬਣਿਆ ਉਹ ਹੋਰ ਕਿਹਦਾ ਬਣ ਜਾਊਗਾ? ਉਹ ਕਿਸੇ ਦਾ ਮਿੱਤਰ ਨਹੀਂ ਹੋ ਸਕਦਾ, ਮਨਮੁਖ ਕਿਸੇ ਦਾ ਮਿੱਤਰ ਨਹੀਂ ਹੋ ਸਕਦਾ, ਤਾਕਤ ਕਿਸੇ ਦਾ ਮਿੱਤਰ ਨਹੀਂ ਹੋ ਸਕਦਾ। ਉਹਦੀ ਤਾਂ ਮਿੱਤਰਤਾ ਦਿਖਾਵੇ ਦੀ ਯਾਰ ਮਤਲਬ ਦੀ ਹੈ, ਉਹ ਤਾਂ ਮਤਲਬ ਦੀ ਮਿੱਤਰਤਾ ਸੰਸਾਰ ਆਦਮੀਆਂ ਦੀ। ਠੀਕ ਹੈ। ਉਹ ਪ੍ਰੀਤ ਹੀ ਹੈ, ਸੰਸਾਰ ਦੀ ਪ੍ਰੀਤ ਝੂਠੀ ਹੈ, ਤਾਂ ਹੀ ਝੂਠੀ ਦੇਖੀ ਪ੍ਰੀਤ ਜਗਤ में। ठीक है। हाँ जी। राधी प्रेर भी संत के दोखी को डान लाग गए, संत के दोखी को सब त्याग गए। संत के दोखी ਨੂੰ ਡਾਨ ਲੱਗਣਾ, ਡਨ ਗਿਆ ਜੋ ਕਮਾਈ ਹੈ ਸੰਸਾਰ ਦੀ ਇੱਥੇ ਰਖਾ ਲੈਂਦੇ ਨੇ, ਜੋ ਠੱਗੀਆਂ ਢੋਰੀਆਂ ਮਾਰ ਕੇ ਝੂਠ ਕਪਟ ਨਾਲ ਇਹਨੇ ਕਮਾਇਆ ਨਾ ਸੰਸਾਰ ਦੇ ਵਿੱਚ, ਇੱਥੇ ਰਖਾ ਲੈਣਾ ਸਾਰਾ ਹੀ। ਇੱਕ ਤਸੂ ਜਿਹੀ ਚੀਜ਼ ਇੱਥੋਂ ਇਹਨੂੰ ਚੱਕਰ ਨਹੀਂ ਦੇਣੀ, ਉਹ ਡਨ ਲੱਗ ਜਾ। ਜਿਹੜੀ ਲੈ ਕੇ ਆਇਆ ਸੀਗਾ ਉਹ ਸਾਰਾ ਗਵਾ ਕੇ ਚਲਾ ਜਾਣਾ, ਜੋ ਲੈ ਕੇ ਆਇਆ ਸੀ ਉਹ ਤਾਂ ਗਵਾ ਲਿਆ ਇਹਨੇ, ਇੱਥੇ ਇਕੱਠਾ ਕੀਤਾ ਜਾਣ ਨਹੀਂ ਦਿੱਤਾ ਨਾਲ। ਠੀਕ ਹੈ। ਜਿਹੜੇ ਧਨ ਪਿੱਛੇ ਗਵਾ ਲਿਆ ਨਾ ਅਸਲ ਧਨ ਉਹ ਇੱਥੇ ਹੀ ਰਹਿ ਗਿਆ, ਉਹ ਗਵਾ ਲਿਆ। ਠੀਕ ਹੈ। ਦੋਦਾ ਮੈਂ ਦੋਨੋਂ ਪਏ, ਮਾਇਆ ਮਿਲੀ ਨਾ ਰਾਮ, ਰਾਮ ਮਿਲਿਆ ਨਾ ਮਾਇਆ ਮਿਲੀ, ਦੋਏ ਗਵਾ ਲਏ। ठीक है। हाँ जी। संत के दोखी को डान लाग गए, संत के दोखी को सब त्याग गए। हाँ जी। संत का दोखी महा अहंकारी, संत का दोखी सदा बिकारी। संत के दोखी को सब त्यागन, सारे ही त्याग देते ने ਉਹਨੂੰ ਦਰਗਾਹ, जितने देवते ने सचखंड ਦੀ ਆਬਾਦੀ ਹੈ ਸਾਰੇ ਹੀ त्याग ਦਿੰਦੇ ਨੇ। ਸੰਸਾਰ ਦੇ ਵਿੱਚ ਤਾਂ ਬਥੇਰੇ ਉਹਦੇ ਹੱਕ ਚ ਨੇ, ਬਥੇਰੇ ਤਿਆਗੇ ਨੇ, ਸਭ ਤਿਆਗੇ ਲਫ਼ਜ਼ਾ ਗੁਰਮੁਖ, ਉਹਨੂੰ ਗੁਰਮੁਖਾਂ ਦਾ ਤਿਆਗਿਆ ਹੁੰਦਾ। ਠੀਕ ਹੈ। ਸਚਿਆਰੇ ਸਚਿਆਰਿਆਂ ਦਾ ਤਿਆਗਿਆ ਹੁੰਦਾ ਮੈਨੂੰ, ਕੂੜਿਆਰੇ ਉਹਦੇ ਨਾਲ ਬਥੇਰੇ ਉੱਤੇ ਜੁੜੇ, ਕੂੜਿਆਰਾਂ ਦੀ ਗੱਲ ਹੈ। ਹਾਂ ठीक है। संत का दोखी महा अहंकारी, संत का दोखी सदा बिकारी। संत का दोखी महाकारी होता है, कारी और गुरमुखा तो मेले नहीं। संत का दोखी सदा बिकारी, बिकारा रसे रहते सदा ही, औगणों च भरपूर रहता है, औगणों के लद्या रहता है, औगणों हर वक्त। ठीक है। और बिकारा की कमाई वो करता है सारी, बकार खटता है।
ਸਦਾ ਵਿਕਾਰੀ, ਸਦਾ 24 ਘੰਟੇ ਵਿਕਾਰਾਂ ਚ ਸੋਚਦਾ। ਠੀਕ ਹੈ ਜੀ। ਮਨ ਵਿਕਾਰਾਂ ਵਿੱਚ ਰਹਿੰਦਾ। ਹਾਂਜੀ। संत का दोखी जन्मै मरै, संत की दुखना सुख ते टरै। संत का दोखी जन्मै मरै, जन्म मरण च जन्मदा रहना मरता रहता। संत का दोखी, संत की दुखना, संत ਜਿਹੜੀ दुख देना है संत की, संत ਨੂੰ दुखी ਕੀਤਾ ਇਹਦੇ ਕਾਰਨ सुख ते टरै। सुख तो वांझा रह जाता है। संत का दुख देना, संत नूं दुख देना ਉਹਨੂੰ सुख तो वांझा करके रखदा है। सुख दे नेड़े नहीं जान दिंदा ਉਹਨੂੰ, सुख ਉਹਨੂੰ नहीं मिलता। जे ਉਹਨੇ संत नूं सुख दुख दिता है तो सुख ਉਹਨੂੰ नहीं मिलता। सुख ते टरै। ठीक है जी। हाँ जी। संत के दोखी को नाही ठाऊं, नानक संत भावे तां लए मिला। संत के दोखी को नाही ठाऊं, ਉਹਨੂੰ ਕਿਤੇ ਜਗ੍ਹਾ ਨਹੀਂ ਹੈ संत के दोखी। हाँ, ਉਹਦੇ ਵਾਸਤੇ ਕੋਈ ਦੇਵੀ ਦੇਵਤਾ ਬਾਂਹ ਨਹੀਂ ਫੜਦਾ। ठीक है। ਨਹੀਂ ਕੋਈ ਥਾਂ। ਨਾਨਕ ਸੰਤ ਭਾਵੇ ਤਾਂ ਲੈ ਮਿਲਾਏ। ਸੰਤ ਭਾਵੇਂ ਉਹਨੂੰ ਨਾਲ ਮਿਲਾ ਲਵੇ ਫੇਰ ਰਾਜੀ ਹੋ ਜਾਵੇ। ਠੀਕ ਹੈ ਜੀ। ਜੇ ਕਿਸੇ ਵੇਲੇ ਉਹਨੂੰ ਅਕਲ ਆ ਜਾਵੇ ਸੰਤ ਦੀ ਸ਼ਰਨ ਫੇਰ ਚਲਿਆ ਜਾਵੇ। ਸੰਤ ਦਾ ਸੁਭਾਅ ਹੈਗਾ ਹੈਗਾ। ਠੀਕ ਹੈ ਜੀ। ਕਹਿੰਦਾ ਛਲਣ ਆਏ ਤੇ ਸਕੰਠ ਲਾਏ। ਇਹਦਾ ਸੁਭਾਅ ਸਾਧੂ ਹੈ। ਜੇ ਛਲਣ ਫੇਰ ਆ ਜਾਵੇ ਕਹਿੰਦਾ ਕੋਈ ਨਹੀਂ, ਛਲਣ ਆਏ ਤੇ ਸਕੰਠ ਲਾਏ। ਜਿਹੜਾ ਛਲਣ ਆ ਜਾਵੇ ਫੇਰ ਕੰਠ ਲਾ ਲੈਂਦਾ ਉਹਨੂੰ। ਇਹ ਠੀਕ ਹੈ ਜੀ। ਭੁਲਾ ਦਿੰਦਾ ਹੈ, ਇਹ ਭੁੱਲ ਜਾਂਦਾ ਸਭ ਕੁਝ ਕੀਤੇ, ਇਹ ਮਾਫ ਕਰ ਦਿੰਦਾ ਹੈ ਸਭ ਕੁਝ। ਹਾਂਜੀ। ਹਾਂ ਹਾਂਜੀ। ਤੇ ਇੱਕ ਆਪਾਂ ਪੰਕਤੀ ਹੋਰ ਪੜ੍ਹਦੇ ਹਾਂ ਜੀ। ਜਬ ਲਗ ਟੂਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ। ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਸੰਤ ਔਰ ਭਗਤ ਕੋਈ ਹੈ। ਸੰਤ ਵੀ ਹੋਈ ਹੈ, ਭਗਤ ਵੀ ਹੋਈ ਹੈ। ਠੀਕ ਹੈ। ਸੰਤ ਦਾ ਭਗਤ ਹੈ ਫਿਰ। ਹਾਂਜੀ। ਕੌਣ ਹੈ? ਪਰ ਜਿੰਨਾ ਚਿਰ ਮਨ ਦੇ ਵਿੱਚ ਭਰਮ ਹੈ ਨਾ, ਉਹਨਾਂ ਚਿਰ ਨਹੀਂ ਹੈ। ਮਨ ਦਾ ਭਰਮ ਟੁੱਟੇ ਤੋਂ ਬਾਅਦ ਹੈ। ਜਦ ਮਨ ਦਾ ਭਰਮ ਟੁੱਟ ਜਾਂਦਾ ਫਿਰ ਸੰਤ ਵੀ ਇਹੀ ਹੈ, ਭਗਤ ਵੀ ਇਹੀ ਹੈ। ਠੀਕ ਹੈ। ਪਰ ਇਹ ਤਾਂ ਪਹਿਲਾਂ ਹੀ ਜੇ ਸੰਤ ਹੈ, ਭਰਮ ਤਾਂ ਟੁੱਟਿਆ ਨਹੀਂ ਹੈ, ਜੋ ਸੰਤ ਪਹਿਲਾਂ ਹੀ ਬਣ ਗਿਆ। ਉਹ ਭਰਮ ਟੁੱਟੂਗਾ ਫਿਰ ਸੰਤ ਬਣੂਗਾ। ਜਿੰਨਾ ਚਿਰ ਭਰਮ ਸੰਤ ਦੀ ਨਾ ਭਗਤ ਨਾ ਸੰਤ। ਠੀਕ ਹੈ। ਪਹਿਲਾਂ ਭਰਮ ਦਾ ਨਾਸ਼ ਕਰ ਲਓ, ਫਿਰ ਉਹ ਤੋਂ ਬਾਅਦ ਸੰਤ ਭਗਤ ਦੀ ਪਦਵੀ ਦੀ ਗੱਲ ਆਊਗੀ। ਉਹ ਸੰਤ ਦਾ ਜੇ ਕਿਸੇ ਨੂੰ ਚਾਅ ਹੈ ਬਣਦਾ, ਪਹਿਲਾਂ ਭਰਮ ਦਾ ਨਾਸ਼ ਕਰ ਲਓ। ਗੁਰ ਪ੍ਰਸਾਦ ਭਰਮ ਦਾ ਨਾਸ਼, ਗੁਰਬਾਣੀ ਨਾਲ ਭਰਮ ਦਾ ਨਾਸ਼ ਕਰ ਲਓ ਪਹਿਲਾਂ। ਉਹਦੇ ਬਾਅਦ ਸੰਤ ਵੀ ਹੈ, ਭਗਤ ਵੀ ਹੈ। ਫਿਰ ਰੌਲਾ ਦੀ ਫਿਰ ਪਤਾ ਲੱਗ ਜੂ ਸੰਤ ਕੀ ਹੁੰਦਾ। ਭਰਮ ਦਾ ਨਾਸ਼ ਹੋਏ ਤੇ ਪਤਾ ਲੱਗੂ ਸੰਤ ਹੁੰਦਾ ਕੀ ਹੈ। ਹਾਲ ਤਾਂ ਸੰਤ ਹੁੰਦਾ ਭਰਮ ਪਾਲੀ ਬੈਠੇ ਨੇ, ਤੇ ਵੀ ਸੰਤ ਹੋਣ ਦਾ ਭਰਮ ਪਾਲਣਾ ਪਾਲਿਆ ਸੀ ਸੰਤਾਂ। ਇਸ ਭਰਮ ਚ ਨਰਕ ਨੂੰ ਨਾ ਚਲੇ ਜਾਓ ਕਿਤੇ, ਅਸੀਂ ਸੰਤਾਂ। ਠੀਕ ਹੈ। ਇਹਨੂੰ ਦੂਰ ਕਰ ਲਓ। ਹਾਂਜੀ। संत का दोखी अद बीच ते टूटै, संत का दोखी किते काज ना पहुँचै। संत का दोखी अद बीच ते टूटै, ਅਦ ਵਿਚਾਲੇ ਨੂੰ ਟੁੱਟ ਗਿਆ। ਹੁਣ ਇਹ ਜਾਂਦਾ 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 ਸੱਚਖੰਡ ਨੂੰ ਆਪਣੇ ਰਾਹ ਪਿਆ ਹੋਇਆ, ਇੰਡੀਆ ਜੂਦੋਂ ਚੜ ਕੇ ਆਇਆ। ਅਜੋ ਪੂਰਾ ਜੁੜਿਆ ਨਹੀਂ ਸੀ ਮਨ ਨਾਲ, ਟੁੱਟ ਗਿਆ। ਉਹ ਬੜੀ ਬਣਾਈ ਜਿਹੜੀ ਸੀ, ਉਹ ਪਤੰਗ ਬਹੁਤ ਦੂਰ ਉੱਚੀ ਚੜੀ ਹੋਈ ਡੋਰ ਟੁੱਟ ਗਈ ਅਦਬੀਜ ਤੋਂ। ਹਾਂ, ਅਦਬੀ ਤੋੜ ਲਈ, ਸੰਤਾਂ ਨੂੰ ਤੋੜ ਲਈ।
ਉਹ ਇੰਨੀਆਂ ਜੂਨਾਂ ਸੰਤ ਦੇ ਨਾਲ ਰਲ ਕੇ ਆਇਆ, ਚੜ੍ਹਦਾ ਆਇਆ, ਹਰ ਪੌੜੀ ਸੰਤ ਨਾਲ ਚੜ੍ਹਦਾ ਆਇਆ ਰਲ ਕੇ। ਅੱਜ ਜੂਨ ਚਾਹੇ ਡੋਰ ਤੋੜ ਲਈ, ਅਜੇ ਤਾਂ ਵਿਚਾਲੇ ਹੀ ਸੀ ਕੰਮ, ਪੂਰਾ ਕੰਮ ਹੋਇਆ ਨਹੀਂ ਤੂੰ ਡੋਰ ਤੋੜ। ਕਿਸੇ ਜੂਨ ਦੇ ਵਿੱਚ ਇਹਨੇ ਸੰਤ ਨੂੰ ਦੁਖੀ ਨਹੀਂ ਕੀਤਾ। ਹੋਰ ਸਭਾ ਆਦਮੀ ਦੀ ਜੂਨ, ਆਦਮੀ ਦੀ ਜੂਨ ਚਾਹ ਕੇ ਸੰਤ ਦਾ ਵਿਰੋਧ ਕਰਦਾ ਆਪਣੇ ਮੂਲ ਦਾ, ਹੋਰ ਕਿਸੇ ਜੂਨ ਚ ਵਿਰੋਧ ਨਹੀਂ ਕਰਦਾ। ਇਸ ਕਰਕੇ ਕਿਸੇ ਜੂਨ ਚ ਵੀ ਖਤਰਾ ਨਹੀਂ ਹੈ ਇਹਨੂੰ, ਆਦਮੀ ਨੂੰ ਰੱਖਿਆ, ਜੀਵ ਨੂੰ। ਇਹ ਜੋ ਇਹ ਪੌੜੀ ਤੇ ਖਤਰਾ ਹੈ, ਅਖੀਰਲੀ ਪੌੜੀ ਤੇ ਖਤਰਾ ਹੈ। ਇੱਥੇ ਡੋਰ ਤੋੜ ਲੈਂਦਾ ਹੈ ਉਹਦੇ ਨੂੰ। 84 ਜੋ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ ਆ ਗਿਆ ਨਾ ਉੱਤੇ। ਇਸ ਪੌੜੀ ਤੇ ਜਿਨ੍ਹਾਂ ਚੁੱਕੇ ਆਏ ਫਿਰ ਆਏ ਜਾਏ ਦੁੱਖ ਦਾ। ਜੇ ਇੱਥੇ ਡੋਰ ਤੋੜ ਲਈ ਤਾਂ ਫਿਰ ਆਏ ਜਾਏ ਦੁੱਖ, ਬਸ ਫਿਰ ਜੁਨਾ ਫਿਰ ਭੁਗਤਦੀ ਪਈ ਤੈਨੂੰ। ਇਹਨੂੰ ਵਾਰਨਿੰਗ ਦਿੱਤੀ ਹੈ, ਵਾਰਨਿੰਗ। ਸਿਰਫ ਮਨੁੱਖਾ ਜਨਮ ਦੇ ਵਿੱਚ ਡੋਰ ਤੋੜਨ ਦਾ ਖਤਰਾ, ਹੋਰ ਕਿਸੇ ਜਨਮ ਚ ਡੋਰ ਨਹੀਂ ਤੋੜਦਾ। ਇੱਥੇ ਆ ਵਿਚਾਲੇ ਸਾਰੇ ਕੰਮ ਜਿਹੜੇ ਨਹੀਂ ਡੋਰ ਤੋੜਨੀ। ਸੰਤ ਦਾ ਇਹ ਵਿਰੋਧ ਕਰਤਾ, ਮੈਂ ਕੱਲਾ ਹੀ ਜਾਕੂ, ਆਪੇ ਸੰਤ ਬਣ ਗਿਆ। ਸੰਤ ਦੀ ਉਹ ਲਾਪਰਵਾਹੀ ਕਰਤੀ, ਮੈਂ ਉਹ ਸੰਤ ਕਿੱਡਾ ਹੰਕਾਰੀ ਹੋ ਗਿਆ। ਇਹ ਤਾਂ ਹੰਕਾਰੀ ਹੋ ਗਿਆ, ਮੈਂ ਸੰਤ ਦਾ ਵਿਰੋਧ ਕਰ ਲਿਆ, ਇਸੇ ਦਾ ਨਾਮ ਤਾਂ ਹੰਕਾਰ ਹੈ। ਹੋਰ ਹੰਕਾਰ ਕੀ ਹੈ? ਸੰਤ ਨਾ ਮੈਂ ਆ ਪਰਮੇਸ਼ਰ ਹਾਂ, ਕੋਈ ਗੱਲ ਹੈ। ਹਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਤਾਂ ਬਰਾਬਰੀ ਕਰ ਲਈ ਇਹਨੇ। ਬਹੁਤ ਬੜਾ ਅਪਰਾਧ ਹੈ ਸੰਤਾਂ ਦਾ ਆਪਣੇ ਆਪ, ਇਹ ਤੋਂ ਬੜਾ ਅਪਰਾਧ ਹੈ ਨਹੀਂ ਕੋਈ। ਜੇ ਬਹੁਤ ਉੱਚੀ ਜੂਨ ਚ, ਉੱਚੀ ਅਵਸਥਾ ਚ ਪਹੁੰਚ ਗਿਆ ਸੀ, ਉਲਟਾ ਹੀ ਵੱਡਾ ਅਪਰਾਧ ਕਰ ਲਿਆ। ਖਸਮ ਦੀ ਬਰਾਬਰੀ ਕਰ ਲਈ। ਠੀਕ ਹੈ, ਨਰਕਾਂ ਚ ਜਾਊਗਾ ਹੁਣ। हाँ हाँ जी। संत के दोखी को उद्यान परमाइए, संत का दोखी उजड़ पाइए। संत का दोखी उद्यान परमाइए। आ ਜਿਹੜੇ ਜੰਗਲਾਂ ਤੁਰੇ ਫਿਰਦੇ ਨੇ ਨਾ, ਅਸਲ ਚ ਸੰਤ ਨਹੀਂ, ਸੰਤ ਕੇ ਦੋਖੀ ਨੇ। ਸੰਤ ਨੂੰ ਜੰਗਲਾਂ ਚ ਤੁਰਨ ਫਿਰਨ ਦੀ ਕੀ ਲੋੜ ਹੈ ਬਈ? ਪਰਮੁਣ ਦੀ ਲੱਭਦੇ ਕੀ ਫਿਰਦੇ ਨੇ ਜੰਗਲ ਚੋਂ? ਸੰਤ ਤਾਂ ਅੰਦਰ ਬੈਠਾ, ਜਿਹਨੂੰ ਲੱਭਦੇ ਨੇ ਉਹ ਤਾਂ ਅੰਦਰ ਹੈ। ਬਾਹਰ ਕੀ ਲੋੜਦੇ ਨੇ? ਸੰਤ ਕੇ ਦੋਖੀ ਨੇ ਮੱਤ ਮਾਰੀ ਹੋਈ ਹੈ। ਸੰਤ ਕੇ ਦੋਖੀ ਦੀ ਮੱਤ ਮਾਰੀ ਜਾਂਦੀ ਹੈ, ਪੁੱਠੀ ਮੱਤ ਹੋ ਜਾਂਦੀ ਹੈ, ਤਾਂ ਜੰਗਲ ਤੁਰੇ ਫਿਰਦੇ ਨੇ। ਉਦਿਆਨ ਭਰਮਾਈ ਹੈ। ਆਪਣੇ ਅੰਦਰ ਇਹਨੂੰ ਨਹੀਂ ਸੰਤ ਮੰਨਦੇ, ਤਾਂ ਉਦਿਆਨ ਭਰਮਾਈ ਹੈ। ਕਬੁੱਧ ਦੇ ਗ੍ਰਸੇ ਹੋਏ ਨੇ, ਦੁਰਮਤ ਦੇ ਗ੍ਰਸੇ ਹੋਏ ਨੇ, ਉਹੀ ਤਾਂ ਪੁੱਠੀ ਮੱਤ ਹੈ, ਹੋਰ ਕੀ ਹੈ? ਉਹ ਧਿਆਨ ਚੋਰੀ ਲਈ ਵਧੀਆ ਜੰਗਲਾਂ ਚ ਹੁੰਦੀ ਆ, ਉਹ ਕਦੇ ਤੀਰਥਾਂ ਤੇ ਕਦੇ ਜੰਗਲਾਂ ਤੇ। ਉਜੜ ਪਾਈ ਹੈ, ਆਈ ਤਾਂ ਉਜੜ ਪਾਇਆ। ਉਜੜ ਕੌਣ ਪਾਉਂਦੀ ਹੈ? ਦੁਰਮਤ ਪਾਉਂਦੀ ਹੈ ਉਜੜ ਚ। ਸੰਤ ਵਾਲੀ ਮੱਤ ਛੱਡਦੀ ਹੈ, ਉਜੜ ਹੀ ਪਏ। ਅੰਤਰਾਤਮਾ ਦੀ ਆਵਾਜ਼ ਛੱਡਦੀ ਹੈ, ਉਜੜ ਹੀ ਪਏ। ਉਹ ਜਿਨ੍ਹਾਂ ਨੇ ਗ੍ਰੰਥ ਲਿਖੇ ਨੇ ਸਿਮਰਤ ਸ਼ਾਸਤਰ, ਉਜੜ ਚ ਪਾਇਆ ਤੁਹਾਨੂੰ, ਹੋਰ ਕੋਈ ਨਹੀਂ ਕੀਤਾ। ਆਪ ਉਜੜ ਚ ਪਏ ਤੇ ਤੁਹਾਨੂੰ ਪਾਤਾ। ਹਾਂਜੀ ठीक है जी। संत का दोखी अंतर ते थोथा, ज्यों सास बिना मृतक की लोथा। ਸੰਤ ਦਾ ਦੋਖੀ ਤਾਂ ਅੰਦਰੋਂ ਥੋਥਾ ਹੁੰਦਾ। ਅੰਦਰ ਥੋਥਾ ਉੱਗਦਾ ਨਹੀਂ ਹੁੰਦਾ, ਜੇ ਦਾਣਾ ਅੰਦਰੋਂ ਥੋਥਾ ਹੋਵੇ ਜੰਮਦਾ ਨਹੀਂ ਹੁੰਦਾ। ਫਿਰ
ਉਹ ਜਿਹਦੇ ਅੰਦਰ ਗਿਆਨ ਹੈ ਨਹੀਂਗਾ, ਅੰਦਰ ਹਨੇਰਾ ਹੈ ਨਹੀਂ, ਉਹ ਥੋਥਾ ਹੋ ਗਿਆ। ਗਿਆਨ ਤਾਂ ਅੰਦਰ ਉਹਨੂੰ ਭਰਮ ਚ ਭਰਮਾਂ ਚ ਗਿਆਨ ਤਾਂ ਖਾਧਾ ਗਿਆ, ਉਹਦਾ ਅੰਦਰ ਖਤਮ ਹੋ ਗਿਆ, ਨਸ਼ਟ ਹੋ ਗਿਆ। ਅਗਿਆਨਤਾ ਹੋ ਗਈ, ਅੰਦਰ ਥੋਥਾ ਹੋ ਗਿਆ। ਉਹ ਇਸੇ ਕਰਕੇ ਬਾਹਰ ਖੋਲਦਾ, ਅੰਦਰੋਂ ਥੋਥਾ ਹੈ। ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ, ਜੇ ਸਾਹ ਨਹੀਂ ਆਉਣਾ ਮ੍ਰਿਤਕ ਨੇ ਕੀ ਕਰਨਾ। ਅੰਦਰ ਤਾਂ ਉਹਦੇ ਫਿਰ ਕੁਛ ਹੈ ਨਹੀਂ, ਬਾਹਰ ਹੀ ਦੀਦਾ। ਜਿਹੜਾ ਕੋਈ ਬਾਹਰ ਹੈ, ਅੰਦਰਲਾ ਹੈ ਹੀ ਨਹੀਂ। ਅੰਦਰ ਹੋਊ ਕੋਈ ਤਾਂ ਹੀ ਬੋਲੂ। ਉਹ ਅੰਦਰ ਵਾਲਾ ਅੰਦਰ ਹੈ ਨਹੀਂ, ਬੋਲੂ ਕੀ ਉਹ। ਇਸ ਕਰਕੇ ਮਾਇਆ ਦੀ ਭਗਤੀ ਹੁੰਦੀ ਹੈ। ਠੀਕ ਹੈ ਜੀ। ਇਹਨਾਂ ਕੋਲ ਮਾਇਆ ਦੀ ਬਾਹਰ ਮਾਇਆ ਹੀ ਮਾਇਆ ਦੀ ਭਗਤੀ। ਅੰਦਰ ਗਿਆਨ ਨਹੀਂ ਹੁੰਦਾ, ਸੱਚ ਨਹੀਂ ਹੈ, ਝੂਠ ਹੈ ਇਹਨਾਂ ਕੋਲ। ਸੱਚ ਹੈ ਨਹੀਂ, ਸੱਚ ਦੀ ਜਾਣਕਾਰੀ ਨਹੀਂ ਹੈ ਇਹਨਾਂ ਨੂੰ। ਸੰਤਾਂ ਨੂੰ ਝੂਠ ਹੈ ਬਾਹਰ ਮਾਇਆ ਦੀ ਜਾਣਕਾਰੀ ਹੈ। ਮਾਇਆ ਦੀਆਂ ਕਥਾ ਕਹਾਣੀਆਂ ਨੇ, ਸਭ ਕੋਲ ਮਾਇਆ ਹੀ ਮਾਇਆ, ਇਹਨਾਂ ਕੋਲ ਕੁਛ ਵੀ ਨਹੀਂ ਹੈ, ਮਾਇਆ ਦੀਆਂ ਗੱਲਾਂ ਨੇ। ਠੀਕ ਹੈ ਜੀ। ਮ੍ਰਿਤਕ ਕੀ ਲੋਥਾ ਹੀ ਇਹਨਾਂ ਕੋਲ, ਉਹਦੀ ਮੂਰਤੀ ਬਣਦੀ ਹੈ ਮ੍ਰਿਤਕ ਕੀ ਲੋਥਾ ਦੀ। ਠੀਕ ਹੈ। ਇਹ ਮ੍ਰਿਤਕ ਦੇ ਪੁਜਾਰੀ ਨੇ, ਲੋਹ ਦੇ ਪੁਜਾਰੀ ਨੇ, ਮਾਇਆ ਦੇ ਪੁਜਾਰੀ। ਹਾਂਜੀ। संत के दोखी की जड़ किछ ना है, आपन बीज आपे ही खाए। संत के दोखी की जड़ की है? कुछ नहीं। जड़ सच होती है, मूल नहीं है ਉਹਦਾ। जड़ मूले होती है, अपने मूल ਨਾਲ जुड़िया है नहीं। आपन बीज आपे ही खाए। ਬੀਜਿਆ ਉਹਨੇ ਹੈ ਹੀ ਨਹੀਂ ਅੰਦਰ। ਠੀਕ ਹੈ ਜੀ। ਤੇ ਨਾਮ ਬੀਜਦਾ ਤਾਂ ਖਾਦਾ। ਬੀਜਿਆ ਤਾਂ ਵੇਖ ਬੀਜੀਏ, ਵੇਖ ਖਾਦਾ। ਠੀਕ ਹੈ। ਵੇਖ ਖੱਟੇ ਵੇਖ ਖਾਏ। ਜਿਹੜਾ ਖੱਟੂਗਾ ਉਹੀ ਖਾਊਗਾ। ਨਾਮ ਬੀਜਦਾ, ਨਾਮ ਖਾਦਾ। ਵੇਖ ਬੀਜੀਏ, ਵੇਖ ਖਾਊਗਾ। ਵੇਖੇ ਖੱਟੀ ਹੈ, ਵੇਖੇ ਖਾਊਗਾ। ਹਾਂਜੀ। संत के दोखी को अवर ना राखण हार, नानक संत भावे तां लए उबार। संत के दोखी को अवर ना राखण हार, संत दे दोखी ਨੂੰ ਹੋਰ ਕੋਈ ਰੱਖਿਆ ਕਰਦਾ, ਉਹਦੀ ਬਾਂਹ ਨਹੀਂ ਕੋਈ ਫੜਦਾ। ਨਾਨਕ ਸੰਤ ਭਾਵੇ ਤਾਂ ਲਏ ਉਬਾਰ। ਸੰਤ ਦੇ ਮਨ ਮੇਰ ਪੈ ਜਵੇ, ਉਹ ਫੜ ਲੈਂਦਾ, ਉਹ ਵਾਰ ਲੈਂਦਾ। ਹੋਰ ਕੋਈ ਨਹੀਂ ਉਬਾਰ ਸਕਦਾ। ਠੀਕ ਹੈ। ਹਾਂਜੀ। ਹਾਂਜੀ, ਇੱਕ ਪੰਕਤੀ ਆਪਾਂ ਹੋਰ ਸੰਤ ਸ਼ਬਦ ਦੇ ਬਾਰੇ। ਰਾਮਕਲੀ ਮਹੱਲਾ ਪੰਜਵਾਂ। ਸਾਧੂ ਸੰਤ ਸੁਜਾਨ ਸੋਈ, ਜਿਸੈ ਪ੍ਰਭ ਜੀ ਮਾਨਈ, ਬਿਰਵੰਤ ਨਾਨਕ ਕਰੋ ਕਿਰਪਾ, ਸੋਈ ਤੁਝੇ ਪਛਾਨਈ। ਬਾਬਾ ਜੀ ਨੇ ਤੈਨੂੰ ਪਛਾਣ ਲਿਆ, ਉਹ ਸੰਤ ਹੈ। ਸਾਧੂ ਵੀ ਉਹੀ ਹੈ, ਸਾਧੂ ਵੀ ਉਹੀ ਹੈ, ਕਿਰਪਾ ਵੀ ਉਹਦੇ ਤੇ ਹੀ ਹੈ, ਭਗਤ ਵੀ ਉਹੀ ਹੈ, ਭਗਤ ਵੀ ਉਹੀ ਹੈ। ਠੀਕ ਹੈ ਜੀ। ਸਾਰੇ ਇਸ਼ਾਰੇ ਗੁਰਬਾਣੀ ਦੇ ਜਿੱਥੋਂ ਵੀ ਲੈ ਲਓਗੇ, ਠੀਕ ਹੈ ਜੀ, ਆਪਣੇ ਵੱਲ ਨੇ ਜੁੜੇ ਹੋਏ। ਠੀਕ ਹੈ ਜੀ। ਇਹ ਸਾਰੀ ਬਲੈਕਮੇਲ ਕੀਤੀ ਇਹਨਾਂ ਨੇ। ਬਲੈਕਮੇਲ ਸੰਗਤ ਕਿਹੜਾ ਪੜ੍ਹਦੀ ਸੀ, ਇਹਨਾਂ ਨੂੰ ਪਤਾ ਸੀ ਉਹ ਕਿਹੜਾ ਲੋਕ ਕਿਹੜਾ ਪੜ੍ਹਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ। ਹੁਣ ਵੀ ਜੋ ਮਰਜੀ ਕਹੀ ਜਾਣ। ਪਹਿਲੀ ਗੱਲ ਹੈ, ਪੰਜ ਬਾਣੀਆਂ ਤੇ ਕਹਾਂ ਇਹਨਾਂ ਨੇ ਪੜ੍ਹਨਾ ਹੀ ਬੰਦ ਕਰਤਾ ਸੀ ਲੋਕਾਂ ਨੂੰ। ਉਹ ਦੂਆ ਜਿਹੜੇ ਅਖੰਡ ਪਾਠ ਕਰਦੇ ਨੇ ਪੇਸ਼ਾਵਰ ਲੋਕ ਨੇ, ਉਹ ਕਿਹੜਾ ਦੇਖਦੇ ਨੇ ਕੀ ਪੜ੍ਹਦੇ ਨੇ, ਉਹ ਤਾਂ ਪੜ੍ਹਦੇ, ਉਹ ਕਿਹੜਾ ਖੋਜ ਕਰਦੇ ਨੇ, ਦੇਖਦੇ ਨੇ। ਬਾਕੀ ਪੰਜ ਬਾਣੀਆਂ ਲੋਕਾਂ ਨੂੰ ਪੜ੍ਹਨ ਲਾਤੀਆਂ, ਤਾਂ ਖੋਜ ਕਿਸੇ ਨੂੰ ਪਤਾ ਹੀ ਨਾ ਲੱਗੇ, ਉਹ ਕਿਹੜਾ ਇਹਨੂੰ ਅਰਥ ਆਉਂਦੇ ਨੇ। ਆ ਤਾਂ ਹੁਣ ਕੋਈ ਸਕੂਲਾਂ ਕਾਲਜਾਂ ਚ ਲਾਤੀਆਂ, ਲੋਕ ਖੋਜ ਕਰਨ ਲੱਗੇ, ਲੋੜ ਪੈ ਗਈ ਤਾਂ ਕਰਕੇ ਸੰਤਾਂ ਦਾ ਪਰਦਾ ਚੱਕਿਆ ਗਿਆ। ਇਹਨਾਂ ਨੇ ਤਾਂ ਐਸਾ ਜਾਲ ਪੈਦਾ ਕਰ ਲਿਆ, ਤਾਂ ਇੰਨੇ ਸੰਤ ਪੈਦਾ ਕਰ ਲਏ ਗੁਰਦੁਆਰੇ ਤੇ ਕਬਜ਼ਾ ਕਰਕੇ ਸਾਰੀ ਵਿਚਾਰਧਾਰਾ ਹੀ ਖਤਮ ਕਰ ਦੇਣੀ ਆ ਸਿੱਖੀ। ਸੰਤਾਂ ਦਾ ਪਲਾਨ ਤਾਂ ਇਹਦਾ ਵੀ ਸਿੱਖੀ ਖਤਮ ਕਰ ਦੇਣੀ ਆ ਅਸੀਂ ਬਿਲਕੁਲ। ਮਿਸ਼ਨਰੀ ਆਪਣੇ ਤੋਂ ਲੱਗੇ ਤੇ ਖਤਮ ਕਰਨ,
ਦੋਹਾਂ ਦਾ ਸੀ। ਉਹ ਕਹਿੰਦੇ ਸੰਤਾਂ ਦੀ ਤਾਦਾਦ ਵਧਾ ਕੇ ਖਤਮ ਕਰ ਦੋ, ਬਿਜਲੀ ਕਹਿੰਦੇ ਅਸੀਂ ਕਾਲਜ ਖੋਲ ਕੇ ਆਪਣੇ ਮੁੰਡੇ ਇੰਨੇ ਪੈਦਾ ਕਰ ਦੋ, ਪ੍ਰਚਾਰਕ ਅਸੀਂ ਕਬਜ਼ਾ ਕਰ ਲਈਏ। ਦੋਹਾਂ ਦਾ ਰੌਲਾ था। ਠੀਕ ਹੈ। ਆ ਤੀਜੀ ਜਿਹੜੀ ਡਾਂਗ ਪਈ ਆ ਕੇ ਇਹਨਾਂ ਤੇ ਵਿਚਾਲੇ, ਇਹਦਾ ਇਹਨਾਂ ਨੂੰ ਦੋਹਾਂ ਨੂੰ ਪਤਾ ਨਹੀਂ ਸੀ। ਇਹਦਾ ਤਾਂ ਇਹਨਾਂ ਨੂੰ ਦੋਹਾਂ ਨੂੰ ਨਹੀਂ ਸੀ ਪਤਾ ਵੀ ਆਹ ਹੋ ਜਾਣਾ ਸਾਡੇ ਨਾਲ, ਵੀ ਗੁਰਬਾਣੀ ਅਰਥੇ ਆ ਜਾਣੇ ਨੇ। ਇਹਨਾਂ ਦੋਹਾਂ ਨੂੰ ਨਹੀਂ ਸੀ ਗਿਆ, ਇਹ ਤਾਂ ਆਪਸ ਵਿੱਚ ਹੀ ਲੜਾਈ ਸੀ। ਵਿਆਹ ਗੋਲਖਾਂ ਤੇ ਕਬਜ਼ਾ ਕਿਹਦਾ ਨਹੀਂ ਹੁੰਦਾ। ਠੀਕ ਹੈ ਜੀ। ਆਹੋ ਇਹ ਦੋ ਹੀ ਰਹਿ ਗਏ ਦੇਖਦੇ ਆਲੇ ਦੁਆਲੇ। संत का दोखी यूं बिल लाए, ज्यों जल बिहून मछली तड़फड़ाए। संत का दोखी यूं बिल लाए, जो बिलाप करदा जिवें पानी दे बिना मछली तड़फदी है, ऐ करदा एवें तड़फदे ने। जदों गुरबाणी दे अर्थ आ के 10 गुरां ते आ गए, बिल्कुल यही हालत है बिछड़ी वालियां दी। चल भी हुण मछली जिवें तड़फदी है, तड़फदे फिरदे कोई उन्हां नूं पता, कोई किते हथ सही नहीं है। बहुत बयान दे बैठे, झूठ बहुत बोल बैठे, गलत बहुत बोल बैठे, उन कितों लभदा नहीं। गुरबाणी चों तां लभणे नहीं, उन्हां नूं सपोर्ट गुरबाणी चों नहीं लभ रही। हुण अर्थ गलत नहीं बैठे, वो गलत सिद्ध हो गए। हुण चल भी हुण मछली वांगू तड़फदे फिरदे ने, सारा टीका ही गलत हो गया। बामण के खिलाफ बोलते ने, बामण का टीका पढ़ते ने, तो साबित हो गया भी टीका गलत है। जल तो चलिया गया, जल तो गुरबाणी चो ही मिलना था, रामोद किताब तो है नहीं। तड़फदे फिरते ने मछली को, जल भी हम तड़फड़ा है। ठीक है जी। हाँ जी। संत का दोखी भूखा नहीं राजै, ज्यों पावक ईंधन नहीं तरापै। संत का दोखी भूखा नहीं राजै, संत का दोखी भूखा नहीं राजदा। जिवें पावक अग ना जिन्ना मर्जी इन्हां नूं पाई जाओ, रजदी है किते? पावक ईंधन नहीं तरापै। अग जिन्ना मर्जी इन्हां नूं पा दो, वो तो उन्हें सारे खा जाना। होर पा दो नहीं, थोड़ा चर होर पा दो नहीं, क्यों नहीं राजदा। हाँ जी। हाँ जी। संत का दोखी छुटे अकेला, ज्यों बुआड़ तिल खेत माहे दुहेला। ऐ अकेला रह जाता है, वो सारे ਉਹਨੂੰ त्याग ਦਿੰਦੇ ਨੇ संत के दोखी ਨੂੰ। जिवें तिलां ਦੇ तिल ਹੁੰਦੇ ने, बुआड़ तिल ਹੁੰਦੇ, जंगली तिल। अच्छा जी। आप ही उगे होए, ਉਹਨਾਂ ਚ ਤਿਲ ਨਹੀਂ ਪੈਂਦੇ, ਤੇਲ ਵਾਲੇ ਨਹੀਂ ਪੈਂਦੇ, ਵਿੱਚ ਸੁਆਹ ਰਹਿ ਜਾਂਦੀ ਹੈ ਵਿੱਚ, ਉਹ ਇਹੋ ਜਿਹੇ ਹੀ ਹੁੰਦੇ ਨੇ ਤਿਲ। ਉਹ ਇਸ ਕਰਕੇ ਉਹਨਾਂ ਨੂੰ ਕੋਈ ਵੱਢਦਾ ਹੀ ਨਹੀਂ, ਤੱਤ ਨਹੀਂ ਹੁੰਦਾ, ਉਹਨਾਂ ਤੇਲ ਨਹੀਂ ਹੁੰਦਾ। ਉਹ ਐਂ ਛੱਟੇ ਜਾਂਦੇ ਨੇ ਜਿਵੇਂ ਅਗਵਾੜ ਦੇ ਤਿਲ ਹੁੰਦੇ ਨੇ, ਤਿਲਾਂ ਦੇ ਹੋਰ ਜੇ ਤਿਲ ਹੋਣ। ਉਹ ਜਿਹੜਾ ਬਿਨਾਂ ਵਿਗੜਿਆ ਹੋਇਆ ਹੁੰਦਾ ਨਾ ਤਿਲਾਂ ਦਾ ਬੂਟਾ, ਉਹਦੀ ਅੱਡ ਪਛਾਣ ਹੁੰਦੀ ਹੈ। ਠੀਕ ਹੈ ਜੀ। ਉਹ ਫਿਰ ਛੱਡ ਦਈਦੇ ਨੇ, ਕਾਲੇ ਤਿਲ ਨਿਕਲਦੇ ਨੇ। ਵਾਹ। ਠੀਕ ਹੈ ਜੀ। ਉਹ ਮਿੱਟੀ ਦੇ ਵਿੱਚ ਉਹ ਛੱਡ ਦਈਦੇ ਨੇ, ਬਾਕੀ ਤਿਲ ਵੱਢ ਲਿਆਈਦੇ ਨੇ ਜਿਹਨਾਂ ਤੇਲ ਹੁੰਦਾ ਹੈ, ਠੀਕ ਹੁੰਦੇ ਨੇ। ਠੀਕ ਹੈ। ਐਂ ਇਕੱਲਾ ਹੀ ਰਹਿ ਜਾਂਦਾ ਹੈ। ਉਹ ਮਾਲਕ ਆਪਣੇ ਜਿਹੜੇ ਉਹਨਾਂ ਦੇ ਕੰਮ ਦੇ ਨੇ, ਉਹਨਾਂ ਨੂੰ ਘਰ ਨੂੰ ਲੈ ਜਾਂਦਾ ਹੈ। ਮਾਲਕ ਜਿਹੜਾ ਬੁਆੜ ਹੁੰਦਾ ਨਾ, ਮਨਮੁਖ ਬੁਆੜ, ਉਹ ਉੱਥੇ ਹੀ ਛੱਡ। हाँ ठीक है। संत का दोखी धर्म ते रहत, संत का दोखी सद मिथ्या कहत। संत का दोखी धर्म ते रहत, धर्म तो सखना होता है संत का दोखी। ठीक है। धार्मिक बंदा नहीं होता, भावें वो बनया फिरे धार्मिक, धर्म तो रहत होता। संत का दोखी सद मिथ्या है, संत का दोखी सदा झूठ बोलता है, जो कह रहा है मिथ्या गल्लां कह रहा है। ज्ञान नहीं होता,
ਧਰਮ ਦੇ ਪ੍ਰਚਾਰ 'ਚ ਵੀ ਸਭ ਦਾ ਜੋ ਹੁੰਦਾ ਮਿੱਠਾਂ ਹੀ ਹੁੰਦੀਆਂ ਨੇ। ਐਵੇਂ ਸਾਖੀਆਂ ਜਿਹੜੀਆਂ ਮੱਠੀਆਂ ਹੁੰਦੀਆਂ ਨੇ, ਦੰਤ ਕਥਾਵਾਂ, ਉਹ ਦੰਤ ਕਥਾਵਾਂ ਕਹਿੰਦਾ ਦੱਸਦਾ ਲੋਕਾਂ ਨੂੰ। ਦੇਖੋ ਤੱਤ ਦੀ ਗੱਲ ਕੋਈ ਹੁੰਦੀ, ਠੀਕ ਹੈ, ਤੱਤ ਕਾ ਬੇਟਾ ਨਹੀਂ ਹੁੰਦਾ। ਉਹ ਦੰਤ ਕਥਾਵਾਂ ਸੁਣਾਈ ਜਾਂਦਾ ਲੋਕਾਂ ਨੂੰ ਜੋ ਪ੍ਰਚਲਿਤ ਹੁੰਦੀਆਂ ਨੇ। ਠੀਕ ਹੈ, ਸਦ ਮਿੱਥਿਆ, ਉਹ ਮਿੱਥਿਆ ਹੀ ਹੁੰਦੀਆਂ ਨੇ, ਝੂਠ ਸਾਖੀਆਂ ਲਿਖੀਆਂ ਲਿਖਾਈਆਂ ਜਾਣੀਆਂ, ਬੋਲੀ ਜਾਣੀਆਂ। ਠੀਕ ਹੈ। ਹਾਂ, ਸੰਤ ਕਿਰਤ ਨਿੰਦਕ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਕਿਰਤ ਨਿੰਦਕ ਕਾ ਧੁਰ ਹੀ ਪਿਆ। ਨਿੰਦਕ ਦੀ ਜਿਹੜੀ ਕਿਰਤ ਹੈ ਉਹਦਾ ਧੁਰੋਂ ਪਈ ਹੋਈ ਹੈ। ਨਾਨਕ ਜੋ ਤਿਸ ਭਾਵੈ ਸੋਈ ਥਿਆ। ਨਾਨਕ ਜੋ ਤਿਸ ਭਾਵੈ ਸੋਈ ਥਿਆ, ਜੋ ਪਰਮੇਸ਼ਰ ਨੂੰ ਭਾਉਂਦਾ ਹੁੰਦਾ ਉਹੀ ਹੈ। ਉਹਦੀ ਇੱਛਾ ਨਾਲ ਹੋਊਗਾ ਜੋ ਕੁਝ ਹੋਊਗਾ। ਇਹ ਆਪਣੀ ਕਰੀ ਜਾਂਦਾ, ਉਧਰ ਉਹਨੇ ਆਪਣੀ ਕਰਦੀ ਹੈ। ਜੇ ਆਪਣੇ ਭਾਣੇ ਚੱਲਦਾ ਫਿਰ ਆਪਣੇ ਭਾਣੇ ਚ ਉਹ ਆਪਣੇ ਫੈਸਲੇ ਦੇਈ ਜਾਂਦਾ, ਆਪਣੇ ਫੈਸਲੇ ਦੇਈ ਜਾਂਦਾ, ਆਪਣੇ ਫੈਸਲੇ ਦੇਈ ਜਾਂਦਾ। ਠੀਕ ਹੈ, ਆਪਣੇ ਭਾਣੇ ਚੱਲੂ ਹੋਈ ਜੀ, ਪ੍ਰਾਪਤੀ ਹੋ ਜੂ। ਹੋਣੀ ਤਾਂ ਪਰਮੇਸ਼ਰ ਦੇ ਨਾਲ ਹੀ ਹੈ ਗੱਲ। ਉਲਟੇ ਰਾਹ ਪਿਆ ਤੇ ਰਿਜ਼ਲਟ ਮਿਲ ਜਾਣਗੇ। ਇਹਨੂੰ ਸਿੱਧੇ ਰਾਹ ਪਿਆ ਸਿੱਧੇ ਮਿਲ ਜਾਣਗੇ। ਹਾਂਜੀ, ਜੋ ਆਪਣੇ ਇਹ ਫੈਸਲੇ ਕਰਦਾ। ਠੀਕ ਹੈ ਜੀ। ਹਾਂਜੀ, ਆਪਾਂ ਇੱਕ ਹੁਣ ਹੋਰ ਪੰਕਤੀ ਲੈਂਦੇ ਹਾਂ ਜੀ ਸੰਤ ਦੇ ਬਾਰੇ। ਹਾਂਜੀ, ਹਰ ਇੱਕ ਸੈ ਦੀ ਮੈਂ ਟੇਕ ਹੈ, ਜੋ ਸਿਰ ਸਭਨਾ ਸਮਰੱਥ। ਸਤਿਗੁਰ ਸੰਤ ਮਿਲਾਇਆ, ਮਸਤਕ ਧਰ ਕੇ ਹੱਥ। ਰਾਮ ਕਲੀ ਵਾਰ ਮਹੱਲਾ ਦੂਜਾ, ਮਹੱਲਾ ਪੰਜਵਾਂ। ਹਾਂ, ਸਤਿਗੁਰ ਸੰਤ ਹੈ ਹੁਣ। ਹਾਂਜੀ, ਮਿਲਾਇਆ ਇਹ ਸਤਿਗੁਰ ਜਿਹੜਾ ਬਾਹਰ ਵੀ ਹੋ ਸਕਦਾ ਹੈ। ਅੱਛਾ ਜੀ। ਸੰਤ ਬਾਹਰ ਹੋ ਸਕਦਾ ਹੈ, ਆਪਾਂ ਨੂੰ ਕੋਈ ਮਿਲ ਸਕਦਾ ਬਾਹਰ। ਠੀਕ ਹੈ, ਜਿਵੇਂ ਗੁਰੂ ਨਾਨਕ ਸੀ ਆਪ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦੇ ਨੇ, ਉਹ ਤਾਂ ਸੰਤ ਹੈ। ਜਿਹਦੇ ਅੰਦਰ ਸ਼ਾਂਤੀ ਹੈ, ਗੁਰਬਾਣੀ ਰਚਦੇ ਨੇ, ਉਪਦੇਸ਼ ਕਰਦੇ, ਬਾਹਰ ਵੀ ਹੈ ਸੰਤ। ਠੀਕ ਹੈ, ਪਰ ਉਹ ਏਕਧਾਰੀ ਨਹੀਂ ਹੈ ਸੰਤ। ਉਹ ਆਤਮਾ ਦੇ ਲੈਵਲ ਤੇ ਸੰਤ ਦੀ ਗੱਲ ਹੈ, ਨਾ ਕਿ ਸਰੀਰ ਦੇ ਲੈਵਲ ਤੇ ਸੰਤ ਦੀ ਗੱਲ, ਭੇਖ ਦੇ ਲੈਵਲ ਤੇ ਸੰਤ ਦੀ ਗੱਲ ਹੈ। ਗੁਰਬਾਣੀ ਸੰਤ ਕਰਦੀ ਆਤਮਿਕ ਅਵਸਥਾ ਦੀ ਗੱਲ ਹੈ। ਠੀਕ ਹੈ। ਸੰਤ ਕੌਣ ਹੈ? ਉਹਦੀ ਆਤਮਾ ਦੀ ਅਵਸਥਾ ਕੀ ਹੈ, ਉਹਦੇ ਮਨ ਦੀ ਅਵਸਥਾ ਕੀ ਹੈ, ਉਹ ਸੰਤ ਹੈ। ਕਿ ਉਹਨੇ ਕੱਪੜੇ ਪਾ ਲਏ, ਭੇਖ ਧਾਰਨ ਕਰ ਲਿਆ, ਸੰਤ ਹੋ ਗਿਆ। ਇੰਨਾ ਹੀ ਫਰਕ ਹੈ। ਜੇ ਆਤਮਾ ਦੀ ਲੈਵਲ ਉਹਦਾ ਬਦਲਿਆ ਹੈ, ਫਿਰ ਉਹਦੇ ਕੱਪੜੇ ਬਾਹਰ ਨਾ ਹੋਣ ਕੋਈ ਫਰਕ ਨਹੀਂ ਸੰਤ ਦਾ। ਪਰ ਇੱਥੇ ਤਾਂ ਕੱਪੜਿਆਂ ਦੇ ਸੰਤ ਬਣਨ ਲੱਗ ਗਏ। ਸਵਾਲ ਤਾਂ ਇਹ ਹੈ, ਮਨ ਬੁੱਧੀ ਬਦਲੇ ਦੀ, ਕੱਪੜਿਆਂ ਨਾਲ ਭੇਦ ਨਾਲ ਸੰਤ ਬਣ ਗਿਆ। ਇਹ ਗੱਲ ਦਾ ਝਗੜਾ ਹੈ। ਹਾਂਜੀ, ਜੇ ਮਨ ਬੁੱਧੀ ਬਦਲੇ ਹੋਏ ਨੇ, ਗੁਰਮਤਿ ਅਨੁਸਾਰ ਹੈ, ਉਹ ਭੇਦ ਪਾਵੇ ਨਾ ਪਾਵੇ, ਉਹਦੇ ਚ ਕੀ ਫਰਕ? ਭੇਦ ਦਾ ਕੋਈ ਰੌਲਾ ਨਹੀਂ, ਭੇਦ ਦਾ ਕੋਈ ਰੋਲ ਨਹੀਂ ਹੈ। ਰੋਲ ਸਾਰਾ ਹੀ ਭੇਦ ਦਾ ਬਣਾ ਲਿਆ। ਠੀਕ ਹੈ। ਮੈਂ ਕੱਪੜੇ ਬਦਲ ਕੇ ਕਹਿੰਦੇ ਸੰਤ, ਮਤਭੇਦ ਇਸ ਗੱਲ ਦੇ ਨੇ। ਸੰਤ ਹੁੰਦਾ ਹੈ, ਸੰਤ ਤਾਂ ਹੁੰਦੇ ਨੇ, ਪਰ ਉਹ ਕੱਪੜੇ ਬਦਲ ਕੇ ਥੋੜੀ ਸੰਤ ਬਣ ਜਾਂਦੇ ਨੇ। ਆਤਮਿਕ ਲੈਵਲ ਦੀ ਗੱਲ ਹੈ, ਆਤਮਿਕ ਮੰਡਲ ਦੀ ਗੱਲ ਹੈ। ਠੀਕ ਹੈ। संत का दोखी बिगड़ रूप होए जाए, संत के दोखी को दरगाह मिले सजाए। देखो संत का जो दोखी है रूप बिगड़ जाना, ਉਹਦਾ
ਪਹਿਲਾਂ ਦਾ ਰੂਪ ਉਹਦਾ ਠੀਕ ਆਇਆ ਸਾਰੀਆਂ ਜੂਨਾਂ 'ਚ, ਆਦਮੀ ਦੀ ਜੂਨ ਇੱਥੋਂ ਅੱਗੇ ਸਮਾਂ ਵਿਗੜ ਗਿਆ ਅੱਗੇ ਨੂੰ। ਜੇ ਦੁੱਧ ਖਰਾਬ ਹੋ ਜਵੇ, ਵਿਗੜ ਜਵੇ, ਸਾਰਾ ਜ਼ਾਇਆ ਹੋ ਜਾਂਦਾ, ਸਾਰਾ ਜ਼ਾਇਆ ਹੋ ਜਾਂਦਾ। ਹੁਣ ਇਹਦਾ ਸਾਰਾ ਗਿਆਨ ਜਾਣਾ ਅੰਦਰੋਂ। ਹਾਂ, ਵਿਗੜ ਰੂਪ ਹੋ ਜਾਏ। ਜਿਹੜੀ ਰੋਸ਼ਨੀ ਹਨੇਰੇ 'ਚ ਬਦਲਦੀ ਆ, ਅਗਿਆਨਤਾ ਛਾ ਜਾਣੀ ਨਾ ਤੇਰੇ ਦੇ ਅੰਦਰ, ਕਾਲਾ ਹੋ ਜਾਣਾ। ਕਿਤੇ ਚਿੱਟਾ ਸੀ ਰੋਸ਼ਨ ਸੀ, ਕਿਤੇ ਕਾਲਾ ਹੋ ਗਿਆ, ਵਿਗੜ ਰੂਪ ਹੋ ਗਿਆ। ਹਾਂ ਠੀਕ ਹੈ ਜੀ। ਵਿਗੜ रूप के दोषी को तरका मिले सजाए, यही तो सजा है और सजा की है। दरगाह की अंदर है, अंदर सजा मिली है, काला हो गया मुंह काले थे निंद का, निंद कने मुंह काले ही रहना। जेड़ा सच का विरोध करता है उसका मुंह काला है, मुंह काला की मन काला हो जाता है। जे मन साचा मुख साचा सोए। ठीक है जी। मन काला मुख काला सोए, काला हो गया। हाँ जी। संत का दोखी सदा सहकाइए, संत का दोखी ना मरे ना जीवाइए। ना मरे ना जीवाइए, सहकता रहता, ना उधर ना उधर। ठीक है। वो ना मरदा कहने ना मंजा छड़दा, वो गल है जी। ठीक है जी। दुख भोगदा दुख। हाँ जी। संत के दोखी की पूजे ना आशा, संत का दोखी उठ चले निराशा। संत के दोखी की कोई भी आस पूरी संसार च नहीं होती, जिहड़ी आस लेके आया सी ओहदी आस नहीं पूरी होती। निराशा ही चलिया जांदा इत्थों, आशा और निराशा ही मरदा इत्थों, ओहदी आस नहीं पूरी होती, उठ चले निराशा। हाँ जी। संत के दोखी ना त्रिष्टै कोय, जैसा पावै तैसा कोई होय। संत के दोख ना त्रिष्टै कोय। हाँ जी। संत दे जेड़ा संत दा दुख दे, संत नूं दुख दिंदा ना, संत नूं दुख दे नाल किसे दी तृष्णा बुझी नहीं अज तक। हाँ, तृष्णा कोय किसी नूं सबल संतोख नहीं आया अज तक। हाँ, ठीक है। ऐसा को पावे तैसा को है। हाँ, वो तृष्णा पंजाब नहीं रहा होंदा, असल च तृष्णा तो वो पैदा ही कर रहा होंदा रोज अपने अंदर। तृष्णा तो बुझाउंदे हुंदे ने गुरमुख अपने अंदरों, वो काहनूं बुझाउंदे ने। ठीक है। हाँ, वो तो रोज अंदर भुख पैदा करते ने माया दी, वो तो अंदर भापड़ जालदे ने रोज अपने। यही उन्हों की इच्छा होती है, यही भापड़ उन्होंने चली जाता हो। ठीक है। अग ते बलदी ते होर लकड़ा तेल पाउंदे रहंदे ने, हर वक्त बलदी रहे अंदर तृष्णा। हाँ हाँ जी। पया किरत न मेटै कोय, नानक जाननै साचा सोय, सच्चा सोय। हाँ, जेड़ा कोई जेड़े काम लग गया ना, किरत होती है मन के लैवल ते या चित्त के लैवल ते। एक किरत कर्म है जेड़ा ना, एक कर्म है शरीर नाल हुंदा, असीं हिंदू बनते। गुरबाणी जेड़ा कर्म कहदी है परमेश्वर की कृपा नूं कहदी है। साडा जेड़ा किरत कर्म सी बनदी है, गुरबाणी किरत कर्म नूं बनदी है। जो मन सोचदा है ना, किरत है। मन की सोच चित्त की विचार, चित्त की किरत है। जे चित्त और मन दोए विचारदे ने, सुकृति है, सुकृत। जे मन चित्त का विरोध करता है, सोचता है अपना लैवल ते अलग, जे मन की सोच वखरी है चित्त नूं, दुख रीति है, इधरों दुख रीति है।
ਇਹਨੂੰ ਕਹਿੰਦੇ ਕਿਰਤ ਕਰਮ ਕੇ ਵਿੱਚ, ਇਹ ਵਿਛੋੜਦੀ ਹੈ ਦੋਹਾਂ ਨੂੰ ਆਪਸ ਵਿੱਚ ਹੀ, ਸੱਚ ਤੋਂ ਦੂਰ ਰੱਖਦੀ ਹੈ। ਇਹ ਜਿਹੜੀ ਕਿਰਤ ਹੈ ਪਈ ਹੋਈ ਸੰਤ ਦੇ ਦੁੱਖ ਦੀ, ਇਹ ਆਪਣੀ ਸੋਚ ਜਿਹੜੀ ਹੈਗੀ ਇਹਦੀ ਇੰਡੀਪੈਂਡੈਂਟ ਸੋਚ ਹੈ, ਉਲਟੀ ਸੋਚ ਹੈ। ਚਿੱਤ ਨਾਲੋਂ ਸੰਤ ਨੂੰ ਉਲਟੀ ਸੋਚ ਹੈ ਜਿਹੜੀ, ਇਹ ਕਿਰਤ ਹੈ ਜੀ। ਪਿਆ ਕਿਰਤ ਨੂੰ ਬੇਟੇ ਕੋਏ, ਜੇ ਸੰਤ ਦਾ ਵਿਰੋਧ ਕਰ ਰਿਹਾ ਇਹਨੂੰ ਕੋਈ ਨਹੀਂ ਹਟਾ ਸਕਦਾ, ਨਾ ਕੋਈ ਹਟਾਉਂਦਾ। ਇਸ ਕਿਰਤ ਪਏ ਹੋਏ ਨੇ ਬਸ, ਇਹਨੂੰ ਕੋਈ ਉਪਦੇਸ਼ ਤਾਂ ਕਰ ਸਕਦਾ, तो पढ़ लवे, कुदरती पढ़ लवे, या कितने समझ जावे सुन लवे, पता लग जाए भी चलता है नरकां नूं जाना आपे बंद हो जाए। ये कहते नूं आपे छड्डनी पैंदी है, कोई छड्डाउंदा नहीं है जी। पिया किरत नूं कोई ठीक है। नानक जानना सच्चा सोए, नानक जाने सच्चा सोए, ये गल नूं कौन जानदा है? ਇਹ ਗੱਲ ਸਿਰਫ ਦਰਗਾਹ ਤੋਂ ਬਿਨਾਂ ਕਿਤੋਂ ਨਹੀਂ ਪਤਾ ਲੱਗਦੀ। ਇਹ ਗੱਲ ਕਹਿੰਦੇ ਸੱਚੇ ਨੇ ਦੱਸੀ ਹੈ, ਮੈਨੂੰ ਨਹੀਂ ਸੀ ਪਤਾ। ਇਹ ਆਦਮੀ ਨੂੰ ਉਲਟੇ ਪਾਸੇ ਪਏ ਨੂੰ ਕੋਈ ਹਟਾ ਨਹੀਂ ਸਕਦਾ, ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ। ਸਿਮਰਤ ਸ਼ਾਸਤਰ ਚ ਗੱਲ ਦਾ ਜ਼ਿਕਰ ਨਹੀਂ ਹੈ, ਸਿੱਖ ਮਤ ਚ ਵੀ ਕੋਈ ਪ੍ਰਚਾਰ ਨਹੀਂ ਇਸ ਗੱਲ ਦਾ ਵੀ ਇਹਨੂੰ ਕੋਈ ਹਟਾ ਨਹੀਂ ਸਕਦਾ, ਹਟਾਉਂਦਾ ਨਹੀਂ ਹੈ ਕੋਈ। ਪ੍ਰਚਾਰ ਇਸ ਗੱਲ ਦਾ ਹੈ ਨਹੀਂ। ਇਹ ਤਾਂ ਦਰਗਾਹ ਚੋਂ ਪਤਾ ਲੱਗਿਆ ਇਹ ਗੱਲ ਦਾ, ਨਾਨਕ ਜਾਣੇ ਸੱਚਾ ਸੋਏ। ਇਹ ਸਵਾਇ ਪੰਗ ਦੀ ਇਹਦੀ ਪਾਵਰ ਹੈ ਜਿਹੜੀ, ਇਹਦਾ ਤਾਂ ਦਰਗਾਹ ਚੋਂ ਪਤਾ ਲੱਗਿਆ ਕਿ ਏਡੀ ਬੜੀ ਸ਼ਕਤੀ ਹੈ ਇਹਦੇ ਕੋਲ। ਆਹੋ, ਸਵਾਇ ਪੰਗ ਦੀ ਸ਼ਕਤੀ ਹੈ, ਇਹਨੂੰ ਨਹੀਂ ਪੈ ਨੂੰ ਪੁੱਠੇ ਪਾਸੇ ਜਾਂਦੇ ਨੂੰ ਨਹੀਂ ਕੋਈ ਰੋਕ ਸਕਦਾ, ਨਾ ਕੋਈ ਰੋਕਦਾ। ਆਈ ਤਾਂ ਨਰਕ ਚ ਹੈ। ਜੇ ਕੋਈ ਲੜਕਦਾ ਆਦਮੀ ਆਕਾਸ਼ ਦੇ ਵਿੱਚ ਹੱਥ ਪਾਈ, ਜੋ ਹੱਥ ਛੱਡਣੇ ਚਾਹੇ ਜਿਹੜੀ ਚੀਜ਼ ਦੇ ਪਾਏ ਹੋਏ ਨੇ ਉੱਥੇ, ਉਹਨੂੰ ਕੌਣ ਰੋਕੂਗਾ? ਠੀਕ ਹੈ, ਰੋਕ ਲੂ ਉਹ ਕਹਿੰਦਾ ਮੈਂ ਤਾਂ ਹੱਥ ਛੱਡਦਾ, ਰੋਕੂ ਕੌਣ? ਉਹਦੀ ਮਰਜ਼ੀ ਤੇ ਹੱਥ ਛੱਡ ਦੇਵੇ ਚਾਹੇ ਨਾ ਛੱਡੇ। ਠੀਕ ਹੈ ਜੀ, ਹਾਂਜੀ। ਇਹ ਤਾਂ ਕਹਿੰਦੇ ਭਾਵੇਂ ਹੱਥ ਘੁੱਟ ਕੇ ਪਾ ਕੇ ਰੱਖੇ, ਭਾਵੇਂ ਹੱਥ ਛੱਡ ਦੇਵੇ। ਠੀਕ ਹੈ, ਇਹ ਕੋਈ ਦਖਲ ਨਹੀਂ ਦੇ ਸਕਦਾ ਇਹਦੇ ਵਿੱਚ। ਇਹ ਤਾਂ ਪਰਮੇਸ਼ਰ ਨੇ ਦੱਸੀ ਇਹ ਗੱਲ, ਇਹ ਭੇਦ, ਇਹ ਭੇਦ ਦਾ ਹੀ ਨਹੀਂ ਕਿਸੇ ਨੂੰ ਪਤਾ, ਇਹਨੂੰ ਖੁਦ ਨੂੰ ਨਹੀਂ ਪਤਾ ਵੀ ਤੂੰ ਆਪਣੇ ਕਰਨੀ ਦਾ ਜ਼ਿੰਮੇਵਾਰ ਆਪ ਹੈ। ਇਹ ਤਾਂ ਪਰਮੇਸ਼ਰ ਨੂੰ ਦੋਸ਼ ਦੇਈ ਜਾਂਦੇ ਨੇ ਲੋਕ। ਠੀਕ ਹੈ, ਉਹਦੇ ਗਏ ਤੂੰ ਆਪ ਹੱਥ ਨੇ ਆਪ ਛੱਡੇ ਨੇ, ਦੋਸ਼ ਦੇਣਾ ਕਿਸੇ ਨੂੰ। ਠੀਕ ਹੈ, ਸਦਾ ਦੋਸ਼ ਨਾ ਤੀਜਾ, ਕਿਸੇ ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਤੀਜਾ ਵਰਜਨ। ਇੱਕ ਦੱਸਿਆ ਸੱਚਖੰਡ ਚੋਂ ਦੱਸੀ ਇਹ ਗੱਲ। ਠੀਕ ਹੈ, ਜੇ ਪਤਾ ਹੁੰਦਾ ਲੋਕਾਂ ਨੂੰ ਤਾਂ ਇਹ ਗੱਲ ਸੱਚਖੰਡ ਵਾਲੇ ਕਿਉਂ ਦੱਸਦੇ? ਇਹ ਤਾਂ ਸੰਤਾਂ ਨੇ ਜ਼ਿੰਮੇਵਾਰੀ ਪਰਮੇਸ਼ਰ ਦੀ ਲਾਤੀ ਦੀ ਦਫਾ ਹੋਣਿਆਂ ਨੇ, ਡੁਪਲੀਕੇਟਾਂ ਨੇ। ਜੇ ਤਾਂ ਪਰਮੇਸ਼ਰ ਕਰਦਾ ਸਭ ਕੁਝ, ਉਹਨੇ ਸਾਨੂੰ ਧੱਕਾ ਦੇ ਕੇ ਇੱਥੇ ਸੁੱਟਤਾ। ਸਾਰੇ ਦੋਸ਼ ਪਰਮੇਸ਼ਰ ਦੇ ਉੱਤੇ ਲਾਤੇ ਇਹਨਾਂ ਨੇ, ਦੁਰਮਤ ਵਾਲਿਆਂ ਨੇ, ਜਦ ਕਿ ਦੋਸ਼ ਆਪਣੇ ਨੇ। ਠੀਕ ਹੈ, ਆਪਣੇ ਦੋਸਤਾਂ ਨੂੰ ਡੁਪਲੀਕੇਟ ਸੰਤਾਂ ਨੇ ਪਰਮੇਸ਼ਰ ਦੇ ਮਰਤੇ ਸਾਰੇ, ਕਸੂਰ ਉਹਦਾ ਹੀ ਹੈ, ਸਾਡਾ ਹੈ ਹੀ ਨਹੀਂ। ਠੀਕ ਹੈ, ਪਰ ਗੁਰਬਾਣੀ ਉਲਟ ਕਹਿੰਦੀ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਤੀਜਾ ਵਰਜਨ। ਇਹ ਗੱਲ ਸੱਚਖੰਡ ਤੋਂ ਬਿਨਾਂ ਕੋਈ ਨਹੀਂ ਜਾਣਦਾ ਹੈਗਾ। ਠੀਕ ਹੈ, ਸਾਨੂੰ ਐਵੇਂ ਲੱਗਦਾ ਕਰਦਾ ਸਭ ਕੁਝ, ਅਸੀਂ ਕੁਝ ਕਰਦੇ ਹੀ ਨਹੀਂ। ਉਹ ਭਲਾ ਹੀ ਭਲਾ ਕਰਦਾ, ਬੁਰਾ ਨਹੀਂ ਕਰਦਾ। ਇਹ ਬੁਰਾ ਆਪਣਾ ਆਪ ਕਰਦੇ ਹਾਂ ਅਸੀਂ। ਜੋ ਸਾਡਾ ਬੁਰਾ ਹੋ ਰਿਹਾ ਅਸੀਂ ਆਪ ਕਰਦੇ ਹਾਂ, ਜੋ ਭਲਾ ਹੋ ਰਿਹਾ ਉਹ ਕਰਦਾ, ਬਸ ਸਿੱਧੀ ਗੱਲ। ਠੀਕ ਹੈ, ਉੱਥੇ ਹੋਏ ਨਹੀਂ ਕੁਝ ਬੁਰਾ, ਉੱਥੇ ਬੁਰਾ ਹੋ ਹੀ ਨਹੀਂ ਸਕਦਾ ਕੁਝ। ਠੀਕ ਹੈ ਜੀ,
ਇਹਨਾਂ ਨੇ ਬੁਰਾ ਉਹਦੇ ਜੁਮੇ ਲਾਤਾ, ਭਲਾ ਆਪਣੇ ਜੁਮੇ ਲਾ ਲਿਆ। ਹਾਂਜੀ ਹਾਂਜੀ, ਇੱਥੇ ਸੱਤਵੇਂ ਪਦ ਦੀ ਸਮਾਪਤੀ ਹੈ। ਆਪਾਂ ਇੱਕ ਲਾਈਨ ਸੰਤ ਦੇ ਬਾਰੇ ਹੋਰ ਪੜ੍ਹ ਲੈਂਦੇ ਹਾਂ। ਭੈਰੋ ਮਹੱਲਾ ਚੌਥਾ। ਹਾਂਜੀ ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੈ ਹਰ ਨਾਮ ਮੁਰਾਰ। ਮਸਤਕ ਭਾਗ ਹੋਵੇ ਜਿਸ ਲਿਖਿਆ, ਸੋ ਗੁਰਮਤਿ ਹਿਰਦੈ ਹਰ ਨਾਮ ਸਮਾਰ। ਇਹ ਵੀ ਭਗਤ ਹੈ, ਕਿੱਡੀ ਵੱਡੀ ਅਵਸਥਾ ਹੈ, ਜਿਹਦੇ ਹਿਰਦੇ 'ਚ ਆਪ ਵਸਦਾ ਹੈ, ਜਿਹਦੇ ਹਿਰਦੇ ਸ਼ਬਦ ਗੁਰੂ ਪ੍ਰਗਟ ਹੈ, ਉਹ ਸੰਤ ਹੈ। ਇਹ ਤੋਂ ਘੱਟ ਅਵਸਥਾ ਵਾਲਾ ਸੰਤ ਹੁੰਦਾ ਹੀ ਨਹੀਂ। ਇਹ ਸਟਾਰਟ 'ਚ ਸੰਤ ਹੈ। ਜੇ ਸਟਾਰਟ ਵਿੱਚ ਸੰਤ ਹੈ, ਫਿਰ ਉਹ ਆਖਰੀ ਟਾਈਮ ਤੇ ਕੀ ਹੋਊਗਾ? ਜੇ ਕੱਪੜੇ ਪਾਉਂਦੀ ਸਾਰ ਤਾਂ ਸੰਤ ਹੈ, ਸਕੂਲ 'ਚ ਐਡਮਿਸ਼ਨ ਲੈਂਦੀ ਸਾਰ ਤਾਂ ਸੰਤ ਹੈ। ਫਿਰ ਜਦੋਂ ਸਕੂਲ ਛੱਡੂ, ਫਿਰ ਉਦੋਂ ਉਹ ਕੀ ਹੋਊਗਾ? ਉਹ ਫਿਰ ਦੱਸਿਆ ਹੀ ਨਹੀਂ। ਜੇ ਕੋਈ ਪੜਾਉਣਾ ਹੁੰਦਾ ਤਾਂ ਦੱਸ ਦੇ। ਬਸ ਉਹਦਾ ਵਿਗਾੜ ਨਹੀਂ ਹੈ। ਉਦੋਂ ਇਦੋਂ ਤਾਂ ਜਿੱਦਣ ਜਿਹੜਾ ਸੰਤ ਬਣਨ ਆਇਆ ਉਦੋਂ ਤਾਂ ਉਹ ਠੀਕ ਸੀਗਾ। ਉਦੋਂ ਬਾਅਦ ਤਾਂ ਵਿਗੜਦਾ ਹੀ ਚਲਿਆ ਗਿਆ ਉਹ। ਉਦੋਂ ਬਾਅਦ ਤਾਂ ਵਿਗੜਦਾ, ਕਪਟੀ ਹੁੰਦਾ ਹੀ ਚਲਿਆ ਗਿਆ। ਉਦੋਂ ਬਾਅਦ ਤਾਂ ਵਿਦਿਆ ਲੈ ਲਈ ਉਹਨੇ, ਕਪਟੀ ਵਾਲੀ। ਸੰਤ ਕਪਟੀ ਨੇ ਕਪਟੀ ਵਾਲੀ ਵਿਦਿਆ। ਠੀਕ ਹੈ। ਉਸ ਤੋਂ ਬਾਅਦ ਤਾਂ ਧੋਖੇਬਾਜ਼ ਹੁੰਦਾ ਹੀ ਚਲਿਆ ਗਿਆ। ਸਭ ਘਟ ਤਿਸ ਕੇ ਉਹ ਕਰਨਾ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਸਭ ਘਟ ਕਿਹਦੇ ਨੇ? ਸੰਤ ਦੇ ਨੇ। ਤਿਸ ਕੇ ਸਗਲੀ ਧਰਤੀ ਸਾਧਕੀ। ਕਰਦੇ ਤਾਂ ਸਾਰੇ ਘਟ ਉਹਦੇ ਹੀ ਨੇ। ਇਹਨੇ ਤਸਕਰ ਨੇ ਤਾਂ ਕਬਜ਼ਾ ਕਰ ਲਿਆ ਧੱਕੇ ਨਾਲ। ਤਸਕਰ ਬੈਠੇ ਗਾਹੇ, ਮਨ ਮਬਾਸੀ ਰਾਜਾ। ਇਹਨੇ ਤਾਂ ਕਬਜ਼ਾ ਕੀਤਾ ਐਵੇਂ ਅੱਤਵਾਦੀ ਨੇ। ਮਾਲਕ ਹੋਇਆ, ਕਬਜ਼ਾ ਇਹ ਕਰੀ ਬੈਠਾ। ਸਭ ਘਟ ਤਿਸ ਕੇ ਉਹ ਕਰਨੇ ਹਾਰ। ਉਹਦੇ ਕਾਹਦੇ ਨੇ ਉਹ ਕਰਨੇ ਹਾਰ? ਪੈਦਾ ਹੀ ਉਹਨੇ ਕੀਤੇ ਨੇ ਹਿਰਦੇ। ਉਹਦੇ ਚਾਨਣ ਨਾਲੇ ਹਿਰਦੇ ਜਗਮਗਾ ਰਹੇ ਨੇ, ਉਹਦੇ ਹੀ ਹਿਰਦੇ ਨੇ। ਇਹ ਐਵੇਂ ਮਾਲਕ ਬਣਿਆ ਬੈਠਾ। ਠੀਕ ਹੈ। ਜਿਹਦੀ ਰੋਸ਼ਨੀ ਨਾਲ ਹਿਰਦਾ ਜਗਮਗਾ ਰਿਹਾ, ਉਹਦਾ ਨਾਂ ਹੀ ਨਹੀਂ। ਉਹਦਾ ਨਾਂ ਹੀ ਨਹੀਂ ਹੈ। ਰੋਸ਼ਨੀ ਉਹਦੀ ਹੈ, ਘੱਟ ਤਾਂ ਬਣੇ, ਉਹਦਾ ਨਾਂ ਹੀ ਨਹੀਂ। ਮਾਲਕ ਬਣਿਆ ਉਹ ਕਰਨੇ ਹਾਰ। ਸਦਾ ਸਦਾ ਤਿਸ ਕੋ ਨਮਸਕਾਰ। ਔਰ ਉਹਦਾ ਸਦਾ ਨਮਸਕਾਰ ਕਰਨੀ ਚਾਹੀਦੀ। ਇਹ ਆਪ ਨਮਸਕਾਰ ਲੋਕਾਂ ਨੂੰ ਤੋਂ ਆਪ ਨੂੰ ਕਰਾਉਣ ਲੱਗਿਆ, ਬਹਿ ਗਿਆ ਚੌੜਾ ਹੋ ਕੇ ਸੰਤ ਬਣ। ਇਹ ਤਾਂ ਆਪ ਨਮਸਕਾਰ ਕਰਾਉਣ ਲੱਗਿਆ ਲੋਕਾਂ ਤੋਂ। ਅਪਰਾਧੀ ਹੈ, ਅਪਰਾਧੀ। ਉਹ ਸਾਰਿਆਂ ਵਿੱਚੋਂ ਬਸਦਾ, ਤੈਨੂੰ ਨਹੀਂ ਦਿਖਿਆ। ਲੋਕਾਂ ਨੂੰ ਤਾਂ ਤੇਰੇ ਜਦੀਦ ਹੈ ਬਸਦਾ, ਤੈਨੂੰ। ਉਹ ਲੋਕ ਸੰਤ ਨੇ, ਫਿਰ ਤੂੰ ਸੰਤ ਨਹੀਂ। ਜਿਹੜੇ ਤੈਨੂੰ ਨਮਸਕਾਰ ਕਰਦੇ ਨੇ ਉਹ ਤਾਂ ਹੈਗੇ ਸੰਤ। ਉਹਨਾਂ ਦੇ ਤਾਂ ਹਿਰਦੇ ਨੇ ਸ਼ੁੱਧ। ਤੂੰ ਨਮਸਕਾਰ ਕਰਾਉਣਾ ਸ਼ੁੱਧ ਹਿਰਦੇ ਵਾਲੇ ਤੇ ਤੂੰ ਅਪਰਾਧੀ ਹੈ। ਤੈਨੂੰ ਨਹੀਂ ਦੀਦਾ, ਉਹਨਾਂ ਨੂੰ ਤੇਰੇ ਅੰਦਰ ਦੀਦਾ। ਘੱਟ ਮੈਂ ਹਰਜੂ ਬਸਾ, ਉਹਨੂੰ ਤਾਂ ਦੀਦਾ। ਚਲ ਉਹਨਾਂ ਨੇ ਤੈਨੂੰ ਨਮਸਕਾਰ ਕਰ ਵੀ ਦਿੱਤੀ, ਉਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ। ਤੇਰੇ ਹਿਰਦੇ ਜਾ ਰਿਹਾ, ਉਹਨੂੰ ਦਿਖਿਆ ਨਮਸਕਾਰ ਕਰਤੀ। ਤੈਨੂੰ ਨਹੀਂ ਦਿਖਿਆ ਉਹਨਾਂ ਦੇ ਅੰਦਰ, ਤੈਨੂੰ ਕਾਹਦੇ ਨਹੀਂ ਦਿਖਿਆ? ਅਪਰਾਧੀ ਤੂੰ। ਉਹਨਾਂ ਦੇ ਹਿਰਦੇ ਸ਼ੁੱਧ ਨੇ, ਤੇਰੇ ਚ ਕਪਟ ਹੈ। ਪੱਤਾ ਟਕਾਉਣ ਵਾਲਾ ਕਪਟੀ ਹੈ, ਟੇਕਣ ਵਾਲਾ ਕਪਟੀ ਨਹੀਂ ਹੈ। ਟੇਕਣ ਵਾਲਾ ਸਾਧੂ ਸੰਤ ਹੈ, ਟਕਾਉਣ ਵਾਲਾ ਅਪਰਾਧੀ ਹੈ। ਨਹੀਂ ਦੱਸੋ ਕਿਉਂ ਨਹੀਂ ਹੈ?
ਦਲੀਲ ਦੇਣ ਠੀਕ ਹੈ ਕਿਉਂ ਨਹੀਂ? ਉਹਨਾਂ ਦੇ ਅੰਦਰ ਤੈਨੂੰ ਕਿਉਂ ਨਹੀਂ ਦਿਖਿਆ? ਤਾਂ ਕਿਵੇਂ ਕਹਿਤਾ ਟੇਕੋ ਮੈਨੂੰ ਮੱਥਾ? ਗੁਰੂ ਗੋਬਿੰਦ ਸਿੰਘ ਨੇ ਕਿਉਂ ਬੰਦ ਕੀਤਾ ਮੈਨੂੰ ਮੱਥਾ ਨਾ ਟੇਕੋ, ਫਤਿਹ ਬੁਲਾਓ? ਗੁਰੂਆਂ ਨੇ ਕਿਉਂ ਬੰਦ ਰੱਖਿਆ? ਗੁਰੂ ਘਰ ਨਹੀਂ ਸੀ ਟਿਕਾਉਂਦਾ ਮੱਥਾ ਬਿਲਕੁਲ ਵੀ ਕਿਸੇ ਤੇ। ਚਾਹੇ ਅੱਜ ਜਿੰਨਾ ਮਰਜ਼ੀ ਝੂਠ ਬੋਲੀ ਜਾਣ ਲੋਕ ਸਿੱਖ, ਕਿਸੇ ਗੁਰੂ ਨੇ ਮੱਥਾ ਨਹੀਂ ਟਿਕਾਇਆ ਕਿਸੇ ਤੋਂ ਵੀ। ਹਾਂ ਠੀਕ ਹੈ। ਸਤ ਕਰਤਾਰ ਗੁਰੂ ਨਾਨਕ ਵੇਲੇ ਸਤ ਕਰਤਾਰ ਕਹਿੰਦੇ ਸੀ, ਜਾਪ ਵਿੱਚ ਹੀ ਮਿਲਦੇ। ਅੱਛਾ ਹਾਂ ਸਤ ਕਰਤਾਰ, ਉਹ ਕਹਿੰਦੇ ਕਰਤਾਰ ਕਰਤਾਰ, ਅੱਗੋਂ ਜਵਾਬ ਉਹਨਾਂ ਦਾ ਕਰਤਾਰ ਕਰਤਾਰ। ਤੇਰੇ ਚ ਵੀ ਤੂੰ ਵੀ ਕਰਤਾਰ, ਤੇਰੇ ਅੰਦਰ ਵੀ ਕਰਤਾਰ ਹੈ, ਮੇਰੇ ਅੰਦਰ ਵੀ ਕਰਤਾਰ ਹੈ, ਦੋਏ ਬਰਾਬਰ। ਠੀਕ ਹੈ ਜੀ। ਸਤ ਕਰਤਾਰ ਦਾ ਮਤਲਬ ਕਰਤਾਰ ਸਤ ਹੈ, ਕਰਤਾਰ ਹਮੇਸ਼ਾ ਰਹਿੰਦਾ ਹੈ। ਪਹਿਲਾਂ ਕਹਿੰਦਾ, ਦੂਆ ਕਹਿੰਦਾ ਕਰਤਾਰ ਕਰਤਾਰ, ਤੂੰ ਵੀ ਕਰਤਾਰ ਹੈ, ਤੇਰੇ ਅੰਦਰ ਵੀ ਹੈ, ਮੇਰੇ ਅੰਦਰ ਵੀ, ਦੋਏ ਕਰਤਾਰ ਬਰਾਬਰ ਹੋ ਗਏ। ਅੱਜ ਸਭ ਕੁਝ ਝੂਠ ਲਿਖਿਆ ਹੋਇਆ ਸਾਡੇ। ਇਹ ਸੰਤਾਂ ਨੇ ਸਾਧ ਰਹੇ ਗੁਰਦੁਆਰੇ ਚ ਸਾਰੇ ਝੂਠ ਬੋਲਦੇ। ਦਸਮ ਪਾਤਸ਼ਾਹ ਨੇ ਉਹਦਾ ਹੀ ਬੈਨ ਲਾਤਾ ਤਾਂ ਫਤਿਹ ਬੁਲਾਓ। ਉਹਨਾਂ ਨੂੰ ਐਂ ਸੀ ਵੀ ਗਾਹਾਂ ਨੂੰ ਨਾ ਕਿਤੇ ਲੱਗ ਜਾਣ ਜਿਵੇਂ ਬੰਦਾ ਬਾਹਰ। ਇਹ ਤਾਂ ਬੰਦੇ ਬਹਾਦਰ ਨੇ ਸ਼ੁਰੂ ਕੀਤਾ ਪੈਰੀਂ ਹੱਥ ਲਾਉਣ। ਸਾਧ ਸੀ ਨਾ ਪਹਿਲਾਂ ਲਾਉਂਦਾ ਰਿਹਾ ਸੀ ਉੱਥੇ, ਪਹਿਲਾਂ ਬਰਾਗੀ ਦੀ ਸਾਧ ਸੀਗਾ, ਉਹ ਫਿਰ ਜਾ ਗਿਆ ਸਾਧ ਪੜਨ ਜਾ ਗਿਆ। ਉਹ ਪੂਰਾ ਇੰਨਾ ਟਾਈਮ ਮਿਲਿਆ ਹੀ ਨਹੀਂ, ਪੂਰਾ ਛੱਡਿਆ ਹੀ ਨਹੀਂ ਗਿਆ, ਪੂਰਾ ਬਦਲਿਆ ਹੀ ਨਹੀਂ ਹੋਇਆ। ਵਿਗੜਿਆ ਹੋਇਆ ਹੀ ਸੀ ਪਹਿਲਾਂ ਜੀ, ਵਿਗੜਿਆ ਹੋਇਆ ਤਾਂ ਦੱਸਿਆ ਹੀ ਸੀ ਵਿਗੜਿਆ ਹੋਇਆ। ਉੱਥੇ ਜਾਇਓ ਨਾ, ਉਹ ਸਾਧ ਚੰਗਾ, ਉਹਦੇ ਕੋਲ ਨਾ ਜਾਇਓ। ਇਹ ਕਹਿੰਦੇ ਉਹਦੇ ਕੋਲੇ ਜਾਣ। ਉਹ ਡਰਦਾ ਮੰਨ ਗਿਆ, ਉਹਨੂੰ ਛੱਤਰ ਪਰੇਡ ਨਾ ਕਰ ਦੇਣ, ਡਰਦਾ ਹੀ ਮੰਨਿਆ ਸੀਗਾ ਬੰਦਾ ਬਹਾਦਰ। ਉਦੋਂ ਸਿੰਘ ਵੀ ਸੱਜ ਗਿਆ, ਆਉਂਦਾ ਹੀ ਫਿਰ ਵਿਗੜ ਗਿਆ। ਇਹ ਤਾਂ ਜਦੇ ਵਿਗੜ ਗਿਆ ਇੱਥੇ ਆਉਂਦੀ ਸਾਰੇ। ਹਾਂ ਹਾਂਜੀ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਰੱਬ ਕੀ ਉਸਤਤ ਕਰੋ ਦਿਨ ਰਾਤ, ਰੱਬ ਦੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਸਾਸ ਗਿਰਾਸ ਉਹਦੇ ਨਾਲ ਧਿਆਨ ਰੱਖੋ, ਹਰ ਸਾਸ ਨਾਲੋਂ ਧਿਆਨ ਰੱਖੋ ਉਹਦਾ। ਹਾਂ ਸਾਸ ਗਿਰਾਸ ਤੋਂ ਕੀ ਭਾਵ ਬਣਦਾ ਜੀ? ਗਰਾਸ ਹੈ, ਹਰ ਸਾਸ ਦੇ ਨਾਲੇ ਕੁਝ ਮਿਲਦਾ ਸਾਨੂੰ ਗਿਆਨ। ਹਰ ਸਾਸ ਦੇ ਨਾਲ ਗਰਾਸ ਮਿਲਦਾ, ਗਿਆਨ ਮਿਲਦਾ। ਠੀਕ ਹੈ ਜੀ। ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਸਭ ਕੁਝ ਵਰਤੇ ਤਿਸਕਾ ਕੀਆ, ਉਹਦਾ ਕੀਆ ਹੀ ਵਰਤਦਾ ਸਭ ਕੁਝ। ਠੀਕ ਹੈ ਜੀ। ਜੈਸਾ ਕੋ ਕੀਆ, ਜੈਸਾ ਕਰੇ। ਉਹ ਤਾਂ ਜੈਸਾ ਕੋਈ, ਜੈਸੀ ਕਿਸੇ ਦੀ ਇੱਛਾ ਹੁੰਦੀ ਹੈ ਉਹ ਜਿਹਾ ਬਣ ਜਾਂਦਾ। ਕੋਈ ਸਾਧ ਬਣ ਜਾਂਦਾ, ਕੋਈ ਚੋਰ ਬਣ ਜਾਂਦਾ, ਕੋਈ ਸਾਧ ਬਣ ਜਾਂਦਾ, ਕੋਈ ਅਸਾਧ ਬਣ ਜਾਂਦਾ। ਉਹ ਤਾਂ ਉਹਦੀ ਇੱਛਾ ਤੇ ਬਣਨ ਵਾਲੀ। ਐਸਾ ਕੋਈ ਰਸਤਾ ਫੜਦਾ ਉਸਾ ਬਣ ਜਾਂਦਾ। ਠੀਕ ਹੈ। ਐਸਾ ਭਾਵੇਂ ਤੈਸਾ ਹੋਏ। ਹਾਂਜੀ ਚੋਰ ਬਣ ਜਾਂਦਾ, ਜੇ ਕੋਈ ਚੋਰ ਬਣਨਾ ਚਾਹੇ ਕਿਹੜਾ ਕੋਈ ਰੋਕ ਤੂੰ। ਠੀਕ ਹੈ। ਕੋਈ ਬੁਰਾ ਬਣ ਜਾਂਦਾ, ਕੋਈ ਭਲਾ ਬਣ ਜਾਂਦਾ। ਠੀਕ ਹੈ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਆ ਦੇਖੋ ਕਹਿਤੀ ਨਾ ਗੱਲ, ਇਹ ਆਪਣਾ ਖੇਲ ਆਪ ਕਰਦਾ। ਨੀਅਤ ਵੀ ਮੈਂ ਚੋਰਾਂ ਦੇ ਧੜੇ ਜਾਣਾ, ਮੈਂ ਸਾਧਾਂ ਦੇ ਧੜੇ ਜਾਣਾ। ਇੱਥੇ ਤਾਂ ਹੁਣ ਇੱਕ ਪਾਸੇ ਦੇਵਤੇ ਨੇ, ਇੱਕ ਪਾਸੇ ਰਾਖਸ਼ ਨੇ। ਖੇਡ ਹੈ ਨਾ ਉਹਦੇ। ਗੁਰਮੁਖ ਨੇ ਔਰ ਮਨਮੁਖ ਨੇ। ਮਨਮੁਖਾਂ ਵਾਲੇ ਟੀਮ ਦੇ ਵਿੱਚ ਖੇਡਣਾ ਹੈ, ਗੁਰਮੁਖਾਂ ਦੀ ਟੀਮ ਵਿੱਚ ਖੇਡਣਾ। ਫੈਸਲਾ ਤਾਂ ਇਹਨੇ ਆਪੇ ਕਰਨਾ। ਕੌਣ ਕਰੂਗਾ? ਜਿੱਥੇ ਜੀ ਕਰਦਾ ਉਧਰ ਹੋ ਜਾਂਦਾ।
ਕੋਈ ਗੁਰਮਤਿ ਦੇ ਵਿਰੋਧ ਹੋ ਜਾਂਦਾ ਹੈ, ਗੁਰਮਤਿ ਦੇ ਹੋ ਜਾਂਦਾ। ਕੋਈ ਰਜੋਗੁਣ ਵਾਲਾ ਵਿਚਾਲਾ ਦੋਈ ਪਾਸੇ ਵਿਚਾਲੇ ਰਹਿੰਦਾ, ਉਹ ਵੀ ਸੁਣ ਲੈਂਦਾ, ਉਧਰ ਵੀ ਸੁਣ ਲੈਂਦਾ, ਉਹ ਭੱਬੜ ਭੂਸੇ ਪਿਆ ਰਹਿੰਦਾ, ਉਹ ਰਜੋਗੁਣੀ ਤੇ ਸਿੱਧੇ ਤਾਂ ਲੈਂਦੇ ਰਜੋਗੁਣੀ ਕਰਕੇ ਸੁਣਨ ਵਾਲੇ ਨੇ, ਸੁਣਾਉਣ ਵਾਲੇ ਤਮੋਗੁਣੀ ਨੇ, ਸਤੋਗੁਣੀ ਨੇ। ਠੀਕ ਹੈ ਜੀ। ਜਾਂ ਗੁਰਮੁਖ ਨੇ, ਮਨਮੁਖ ਨੇ, ਦੋ ਤਾਂ ਲੈ ਨੇ। ਹਾਂਜੀ ਦੂਸਰ ਹਾਂਜੀ ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ, ਬੜਭਾਗੀ ਨਾਨਕ ਜਨ ਸੇ। ਜਿਸ ਨੂੰ ਕਿਰਪਾ ਕਰੇ ਤਿਸ ਨੂੰ ਆਪਣਾ ਨਾਮ ਦੇ, ਜਿਹਨੂੰ ਕਿਰਪਾ ਕਰਦਾ ਉਹਨੂੰ ਆਪਣਾ ਨਾਮ ਦੇ ਦਿੰਦਾ। ਨਾਨਕ ਕਹਿੰਦਾ ਉਹ ਜਨ ਬੜਭਾਗੀ, ਬੜਭਾਗੀ ਜਨ ਸੇ, ਉਹ ਬੜਭਾਗੀ ਨੇ ਜਿਹਨਾਂ ਨੂੰ ਨਾਮ ਦੇ ਦਿੰਦਾ ਆਪਣਾ। ਠੀਕ ਹੈ ਜੀ। ਬਾਕੀ ਖੇਡ ਖੇਡਦੇ ਰਹਿੰਦੇ, ਨਾਮ ਮਿਲ ਜਾਂਦਾ ਸਭ ਤੋਂ ਵੱਡੇ ਭਾਗ ਵਾਲਾ ਉਹ ਹੈ ਜਿਹਨੂੰ ਨਾਮ ਮਿਲ ਜਾਂਦਾ, ਉਹ ਪਾਸ ਹੈ। ਠੀਕ ਹੈ ਜੀ। 13ਵੀਂ ਅਸ਼ਟਪਦੀ ਦੀ ਸਮਾਪਤੀ ਹੈ ਜੀ। ਹਾਂਜੀ। ਇੱਕ ਸਵਾਲ ਤੁਹਾਨੂੰ ਪੁੱਛਣਾ ਸੀ, ਜਿਹੜਾ ਪਿਛਲੀ ਆਪਾਂ ਅਸ਼ਟਪਦੀ ਕੀਤੀ ਹੈ ਉਹਦੇ ਵਿੱਚ ਅੱਖਰ ਸੰਤ ਵੀ ਆਉਂਦਾ ਤੇ ਸੰਤਨ ਵੀ ਆਉਂਦਾ। ਸੰਤਨ ਬਹੁਤ ਵਚਨ ਹੈ, ਤੇ ਉਹ ਕਿਸ ਤਰ੍ਹਾਂ ਵੀ ਸੰਤਨ ਤਾਂ ਫਿਰ ਬਾਹਰ ਹੀ ਹੋਣਗੇ, ਅੰਦਰ ਤਾਂ ਨਹੀਂ ਹੋ ਸਕਦੇ ਹਨ? ਜੋ ਅੰਦਰ ਸੰਤਨ ਕਿਵੇਂ ਬਹੁਤੇ ਹੋ ਜਾਣਗੇ, ਅੰਦਰ ਤਾਂ ਇੱਕ ਸੰਤ ਹੋਏਗਾ। ਹਾਂ ਇੱਕ ਸੰਤ ਹੈ, ਇੱਕ ਸੰਤ ਹੈ ਅੰਦਰ ਤਾਂ, ਇਹ ਠੀਕ ਹੈ। ਜਿਵੇਂ ਹੈਗਾ ਸਭ ਦੇ ਅੰਦਰ ਹੈ ਸੰਤ, ਸਭ ਦੇ ਅੰਦਰ ਹੈ ਸੰਤ। ਠੀਕ ਹੈ ਜੀ। ਹੁਣ ਸੰਤ ਕੇ ਦੂਖਨ ਤੇ ਮੁਖ ਭਵੈ, ਸੰਤਨ ਕੈ ਦੂਖਨ ਕਾਗਜੂ ਲਵੈ। ਉਹ ਸੰਤ ਜਿਹੜੇ ਗੁਰਮੁਖ ਨੇ, ਜਿਹੜੇ ਗੁਰਮੁਖ ਨੇ ਸੰਤ ਨੇ ਸਾਰੇ। ਜਿਵੇਂ ਹੁਣ ਮੂਰਤੀਆਂ ਆਈਆਂ ਗੁਰਦੁਆਰੇ ਵਿੱਚ, ਬਹੁਤ ਸਾਰੇ ਗੁਰਮੁਖ ਸੀ ਜਿਹੜੇ ਦੁਖੀ ਸੀ ਸਿੱਖ, ਤੇ ਉਹਨਾਂ ਨੂੰ ਦੁੱਖ ਨਹੀਂ ਪਹੁੰਚਿਆ ਉਸ ਗੱਲ ਦਾ। ਤਾਂ ਇੱਥੇ ਫਿਰ ਇਹ ਇੱਕ ਤੋਂ ਵੱਧ ਜਿਹੜੇ ਉਹਨਾਂ ਵਾਸਤੇ ਆਏਗਾ। ਹਾਂਜੀ ਗੁਰਮੁਖ ਨੇ ਜਿਹੜੇ ਗੁਰਸਿੱਖ ਨੇ, ਸੰਤ ਨੇ ਉਹ। ਠੀਕ ਹੈ ਜੀ। ਇਸ ਤਰ੍ਹਾਂ ਗੁਰਸਿੱਖ ਨੂੰ ਸੰਤ ਕਿਹਾ। ਸੰਤਨ ਕੈ ਦੂਖਨ ਸਰਪ ਜੋਨੀ ਪਾਏ, ਇਹ ਉੱਪਰ ਸੰਤ ਵੀ ਆ ਜਾਂਦਾ, ਸੰਤਨ ਵੀ, ਦੋਹੇ ਚੱਲਦੇ ਆ। ਹਾਂਜੀ ਹਾਂ ਠੀਕ ਹੈ ਜੀ। ਤਾਂ ਇਹ ਫਿਰ ਮਤਲਬ ਸੰਤ ਆਪਣੀ ਗੱਲ ਹੋ ਰਹੀ ਹੈ, ਸੰਤਨ ਹੈਗੀ ਹੈ ਬਹੁਵਚਨ ਹੈ, ਇੱਕ ਨਾਲੋਂ ਵੱਧ। ਉਹ ਜਿਵੇਂ ਹੁਣ ਦੇਖੋ ਨਾ, ਜੇ ਹੁਣ ਗੁਰੂ ਘਰ ਦੇ ਵਿੱਚ ਪੰਜਵੇਂ ਪਾਤਸ਼ਾਹ ਨੂੰ ਕੱਤੀ ਤਵੀ ਤੇ ਬਿਠਾ ਲਿਆ, ਕਿੰਨੇ ਗੁਰਸਿੱਖ ਏਦਾਂ ਦੁਖੀ ਹੋਏ। ਠੀਕ ਹੈ ਜੀ। ਮੈਨੂੰ ਲੱਗਦਾ ਸਿਰਫ ਇੱਕ ਪੌੜੀ ਇੱਕ ਪੱਤੇ 'ਚ ਆਉਂਦਾ ਇਹ, ਹੋਰ ਨਹੀਂ ਕਿਤੇ ਆਉਂਦਾ, ਹੋਰ ਤਾਂ ਸੰਤ ਹੀ ਚੱਲਦਾ, ਸੰਤਨ ਇੱਕੇ ਜਗ੍ਹਾ ਆਉਂਦਾ। ਹਾਂ ਐ ਨਾ ਜਿਹੜੇ ਸੱਚ ਦੇ ਨਾਲ ਜੁੜੇ, ਸੱਚ ਜਿਵੇਂ ਜਦੋਂ ਵੀ ਕੋਈ ਅਨਿਆਂ ਹੁੰਦਾ, ਜਿਹੜੇ ਲੋਕ ਦੁਖੀ ਹੁੰਦੇ ਨੇ ਉਸ ਵੇਲੇ, ਉਹ ਸਾਰੇ ਸੰਤ ਨੇ, ਸਾਰਿਆਂ ਦੇ ਅੰਦਰ ਦਾ ਦੁਖੀ ਹੁੰਦਾ, ਅੰਤਰਾਤਮਾ ਦੁਖੀ ਬਸਦੀ ਹੈ, ਸੰਤਨ ਸਾਰੇ ਹੀ ਸੰਤਨ ਆ ਜਾਂਦਾ। ਠੀਕ ਹੈ ਜੀ। ਅੰਤਰਾਤਮਾ ਦੁਖੀ ਹੈ ਲੋਕਾਂ ਦੀ, ਜਿਹੜੇ ਕੰਮ ਤੋਂ ਉਹ ਸੰਤਨ ਦਾ ਹੋ ਗਿਆ। ਹੁਣ ਜਿਵੇਂ ਬੜੇ ਬੜੇ ਕਰਪਸ਼ਨ ਦੇ ਕੇਸ ਹੁੰਦੇ ਨੇ, ਅੰਦਰੋਂ ਦੁਨੀਆ ਦੁਖੀ ਹੈ। ਠੀਕ ਹੈ ਜੀ। ਸੰਤਨ ਦਾ ਦੁੱਖ ਨਹੀਂ ਬਣਿਆ ਜਾਊਗਾ ਵੀ, ਉਹਨਾਂ ਦੀ ਵਾਹ ਚੱਲਦੀ ਨਹੀਂ, ਦੁਖੀ ਨੇ ਵਿਚਾਰੇ। ਹਾਂ ਠੀਕ ਹੈ ਜੀ। ਅੰਤਰਾਤਮਾ ਜਾਂ ਦੁਖੀ ਹੁੰਦੀ ਹੈ, ਬਹੁਤੇ ਆਦਮੀ ਹੁੰਦੀ ਹੈ, ਉਹ ਸੰਤਨ ਦਾ ਦੁੱਖ ਹੋ ਜਾਂਦਾ। ਠੀਕ ਹੈ ਜੀ। ਹਾਂ